ਸਤਨਾਮ। ਧੰਨ ਵਾਹਿਗੁਰੂ, ਧੰਨ ਵਾਹਿਗੁਰੂ। ਸਾਹਿਬ ਜੀਓ, ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜੁਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਵੋ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ, ਯਾ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਗਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਗਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਮ ਕਹਿ ਦੁਸ਼ਟ ਦਮਨ ਕੋ ਬਹੁ ਬਿਦ, ਆਪਣੇ ਅੰਕ ਬਿਖੇ ਬਿਠਾਏ। ਮੈਂ ਆਪਣਾ ਸੁਤ ਤੋਹੇ ਨਵਾਜਿਓ, ਪੰਥ ਪਰਚਰ ਕਰਹਿ ਜਗ ਜਾਏ। ਇਮ ਕਹਿ ਦੁਸ਼ਟ ਦਮਨ ਕੋ ਬਹੁ ਬਿਦ, ਆਪਣੇ ਅੰਕ ਬਿਖੈ ਬਿਠਾਏ। ਮੈਂ ਆਪਣਾ ਸੁਤ ਤੋਹੇ ਨਵਾਜਿਓ, ਪੰਥ ਪਰਚਰ ਕਹਿ ਜਗ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ
ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਖਜ਼ੂਰੀ ਅੰਦਰ ਸੋਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਪਿਛਲੇ ਕਈ ਦਿਨਾਂ ਤੋਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹਰ ਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਆਪੇ ਗੁਰ ਚੇਲਾ ਭਗਤੀ ਤੇ ਸ਼ਕਤੀ ਦੇ ਸੁਮੇਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਆਗਮਨ ਪੁਰਬ ਪ੍ਰੇਮ ਭਾਵਨਾ ਸ਼ਰਧਾ ਅਕੀਦਤ ਨਾਲ ਮਨਾ ਰਹੇ ਹੋ। ਜੋ ਇਸ ਅਸਥਾਨ ਤੇ ਕਈ ਸਾਲਾਂ ਤੋਂ ਨਿਰੰਤਰ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਔਰ ਦਸ਼ਮੇਸ਼ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਆਗਮਨ ਪੁਰਬ ਤੇ ਆਪ ਜੀ ਆਗਮਨ ਕਥਾ ਸਰਵਣ ਕਰਨ ਲਈ ਇਕੱਤਰ ਹੁੰਦੇ ਹੋ। ਅੱਜ ਮਾਲਕ ਨੇ ਸੁਭਾਗ ਘੜੀ ਬਖਸ਼ੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਆਗਮਨ ਦੀ ਕਥਾ ਜੋ ਕਵੀ ਸੰਤੋਖ ਸਿੰਘ ਜੀ ਖੁਣਾ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਵਿੱਚ ਅੰਕਿਤ ਕੀਤੀ ਹੈ, ਉਸ ਨੂੰ ਆਪਾਂ ਵਿਚਾਰਨਾ ਹੈ। ਵਿਚਾਰਨ ਤੋਂ ਪਹਿਲਾਂ ਆਪ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਅੰਦਰ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾਲੂ ਜੀ ਮਿਹਰ ਕਰਨ। ਦੇਖੋ, ਯਤਨ ਕਰੀਏ ਕਿ ਅੰਦਰ ਦੇ ਫੁਰਨੇ ਸੰਕੋਚ ਕੇ ਇਸ ਵੇਲੇ ਕੇਵਲ ਆਪਣੀ ਸੁਰਤ ਨੂੰ ਕਲਗੀ ਵਾਲੇ ਪ੍ਰੀਤਮ ਦੇ ਚਰਨਾਂ ਵੀ ਜੋੜੀਏ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਢਾਕੇ ਦੀ ਧਰਤੀ ਤੇ ਅੱਜ ਰਾਤ ਬਿਰਾਜਮਾਨ ਨੇ। ਮਾਤਾ ਗੁਜਰੀ ਜੀ ਪਟਨਾ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਮਾਤਾ ਨਾਨਕੀ ਜੀ ਨੂੰ ਆਪਣੇ ਪਤੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਕੀਰਤਪੁਰ ਸਾਹਿਬ ਤੇ ਧਰਤੀ ਤੇ ਕਹੇ ਹੋਏ ਬਚਨ ਅੱਜ ਚੇਤੇ ਪਏ ਆਉਂਦੇ ਨੇ। ਤੇ ਜਿਹੜੇ ਬਚਨ ਉਹਨਾਂ ਕਹੇ ਸਨ, ਨਾਨਕੀ ਤੇਰੇ ਘਰ ਦੇ ਅੰਦਰ ਇੱਕ ਮਹਾਬਲੀ ਯੋਧਾ ਪੋਤਾ ਪੈਦਾ ਹੋਵੇਗਾ। ਅੱਜ ਸਾਰੇ ਉਸ ਸਮੇਂ ਦੀ ਉਡੀਕ ਪੈ ਕਰਦੇ ਨੇ ਤੇ ਸਿੱਖ ਦੀ ਭਾਵਨਾ ਇਹ ਬਣੇ ਕਿ ਦਾਤਾ ਮਿਹਰ ਕਰੇ ਸਾਡੇ ਹਿਰਦੇ ਵਿੱਚ ਕਲਗੀ ਵਾਲੇ ਦੇ ਚਰਨਾਂ ਲਈ ਪ੍ਰੀਤ ਉਪਜ ਜਾਵੇ, ਸਾਡੇ ਅੰਦਰ ਕਿਤੇ ਨਾਮ ਦੀ ਦਾਤ ਟਿਕ ਜਾਵੇ। ਆਪ ਕਰੋ ਕਿਰਪਾ ਸਾਧ ਸੰਗਤ ਜੀ, ਇਕਾਗਰਤਾ ਦੀ ਦਾਤ ਬਖਸ਼ਿਆ ਜੇ ਤਾਂ ਜੋ ਪ੍ਰੇਮ ਭਾਵਨਾ ਨਾਲ ਆਪਾਂ ਕਥਾ ਵਿਚਾਰ ਸਕੀਏ। ਉਸ ਦੇ ਨਾਲ ਹੀ ਜਦੋਂ ਸ਼ਬਦ ਗਾਇਨ ਕੀਤੇ ਜਾਣਗੇ ਉਸ ਤੋਂ ਬਾਅਦ ਕਥਾ ਦੀ ਸੰਪੂਰਨਤਾ ਤੱਕ ਆਪ ਜੀ ਨੇ ਇਕਾਗਰਤਾ ਨਾਲ ਟਿਕੇ ਰਹਿਣਾ। ਸਾਲ ਬਾਅਦ ਪਰਤ ਕੇ ਇਹ ਦਿਨ ਆਉਣਾ ਤੇ ਕੀ ਭਰੋਸਾ ਅਗਲੇ ਸਵਾਸ ਦਾ, ਕਿਸੇ ਤੇ ਅਗਲਾ ਸਾਲ ਆਉਣਾ ਕਿ ਨਹੀਂ। ਦਾਤਾ ਮਿਹਰ ਕਰੇ ਸਾਨੂੰ ਸਭ ਨੂੰ ਅੰਦਰ ਦੀ ਇਕਾਗਰਤਾ ਬਖਸ਼ੇ। ਆਪ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਇਮ ਕਹਿ ਦੁਸ਼ਟ ਦਮਨ ਕੋ ਬਹੁ ਬਿਦ ਆਪਣੇ ਅੰਕ ਬਿਖੇ ਬਿਠਾਏ। ਕਵੀ ਸੰਤੋਖ ਸਿੰਘ ਜੀ ਕਹਿ ਰਹੇ ਨੇ ਕਿ ਉਸ ਅਕਾਲ ਦੇ ਸੁੱਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਿਨ੍ਹਾਂ ਲਈ ਸ਼ਬਦ ਦੁਸ਼ਟ ਜਮਨ ਵਰਤਿਆ ਹੈ, ਆਉਣ ਤੋਂ ਪਹਿਲਾਂ ਅਕਾਲ ਪੁਰਖ ਨੇ ਆਪਣੀ ਗੋਦੀ ਵਿੱਚ ਬਿਠਾਇਆ ਤੇ ਗੋਦ ਵਿੱਚ ਬਿਠਾ ਕੇ ਇਹ ਬਚਨ ਕਹੇ ਖਾਨਾ, ਮੈਂ ਆਪਣਾ ਸੁਤ ਤੋਹੇ ਨਵਾਜਿਓ ਪੰਥ ਪਰਚਰ ਕਹਿ ਜਗ ਜਾਏ। ਕਹਿਣ ਲੱਗੇ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਸੰਸਾਰ ਤੇ ਭੇਜਣਾ ਪਿਆ ਤੇ ਤੁਸੀਂ ਜਾ ਕੇ ਸੰਸਾਰ ਤੇ ਪੰਥ ਦਾ ਪ੍ਰਚਾਰ ਕਰਨਾ ਹੈ।
ਉਹ ਕਿਹੜਾ ਪੰਥ ਸੀ? ਉਹ ਪੰਥ ਜਿਹੜਾ ਗੁਰੂ ਨਾਨਕ ਸਾਹਿਬ ਨੇ ਪੰਥ ਚਲਾਇਆ ਹੈ, ਜਿਹਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਬਚਨ ਕਹੇ ਨੇ ਕਿ ਮਾਰਿਆ ਸਿੱਖਾਂ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਿਹਦੇ ਬਾਰੇ ਭਾਈ ਸਾਹਿਬ ਇਹ ਰਹਿਮਤ ਭਰੇ ਬਚਨ ਕਰਦੇ ਆ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਉਸ ਪੰਥ ਦਾ ਗੁਰਸਿੱਖੀ ਦਾ ਗੁਰੂ ਨਾਨਕ ਜੀ ਦੇ ਸੱਚ ਦੇ ਮਾਰਗ ਦਾ ਪ੍ਰਚਾਰ ਕਰਨ ਲਈ ਅਕਾਲ ਪੁਰਖ ਦੁਸ਼ਟ ਦਮਨ ਰੂਪ ਵਿੱਚ ਗੁਰੂ ਕਲਗੀਧਰ ਜੀ ਨੂੰ ਸੰਸਾਰ ਦੇ ਉੱਤੇ ਤੋਰਨ ਲੱਗੇ। ਇੱਥੇ ਆਪਾਂ ਥੋੜਾ ਜਿਹਾ ਰੁਕਣਾ ਹੈ। ਹਜ਼ੂਰ ਦੇ ਆਪਣੇ ਪਵਿੱਤਰ ਬਚਨਾਂ ਵਿੱਚੋਂ ਜੋ ਕੀਰਤਨ ਵਿੱਚ ਆਪ ਜੀ ਨੇ ਸਰਵਣ ਕੀਤੇ ਨੇ, ਤੇ ਪਹਿਲੀ ਮੈਂ ਬੇਨਤੀ ਜ਼ਰੂਰ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਪ੍ਰਵਾਨ ਕਰਦੀ ਹੈ ਕਿ ਪਰਮਾਤਮਾ ਆਪਣੇ ਭਗਤ ਨਾਲ, ਆਪਣੇ ਪਿਆਰੇ ਦੇ ਨਾਲ ਆਪ ਆਮਣੇ ਸਾਹਮਣੇ ਹੋ ਕੇ ਗੱਲਬਾਤ ਕਰਦਾ ਹੈ। ਮੈਂ ਇੱਕ ਦੋ ਪ੍ਰਮਾਣ ਬਾਣੀ ਵਿੱਚੋਂ ਅਰਜ਼ ਕਰਨੇ ਚਾਹਨਾ, ਇਸ ਕਰਕੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਦੁਸ਼ਟ ਦਮਨ ਸਤਿਗੁਰੂ ਜੀ ਨੂੰ ਇਹ ਆਪਣੀ ਗੋਦ ਵਿੱਚ ਬਿਠਾ ਕੇ ਬਚਨ ਕਹੇ ਤੇ ਆਪਾਂ ਕਹਾਂਗੇ ਵਾਹਿਗੁਰੂ ਆਪਣੇ ਭਗਤ ਨਾਲ ਗੱਲਾਂ ਕਰਦੇ ਨੇ। ਜਦੋਂ ਅਸੀਂ ਅੰਮ੍ਰਿਤ ਬਾਣੀ ਪੜ੍ਹਨੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਆਉਂਦਾ ਹੈ, ਜਿਹਨੂੰ ਪੜ੍ਹਿਆ ਬਿਲਕੁਲ ਪ੍ਰਤੱਖ ਸਾਨੂੰ ਦ੍ਰਿਸ਼ਟਮਾਨ ਰੂਪ ਵਿੱਚ ਨਜ਼ਰ ਪਿਆ ਆਉਂਦਾ ਹੈ ਕਿ ਉਹ ਖੁਦਾ ਬਾਬਾ ਫਰੀਦ ਸਾਹਿਬ ਨੂੰ ਆਪਣੀ ਜ਼ੁਬਾਨ ਤੋਂ ਪੁਕਾਰ ਕੇ ਅੰਦਰ ਨੂੰ ਸੋਧਣ ਦੀ ਹਦਾਇਤ ਪੈ ਕਰਦੇ। ਅਸੀਂ ਇਹ ਸ਼ਲੋਕ ਪੜ੍ਹਨੇ ਆ ਕਿ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਅਕਾਲ ਪੁਰਖ ਭਗਤ ਨਾਲ ਗੱਲਾਂ ਕਰਦੇ ਨੇ। ਦੂਸਰਾ ਪ੍ਰਮਾਣ ਹੈ ਭਗਤ ਨਾਮਦੇਵ ਜੀ ਦੀ ਬਾਣੀ ਵਿੱਚੋਂ, ਜਦੋਂ ਅਸੀਂ ਇਹ ਪੜ੍ਹਨੇ ਆ ਕਿ ਮੇਰੀ ਬਾਂਦੀ ਭਗਤ ਛੁਡਾਵੇ, ਬਾਂਧੈ ਭਗਤ ਨਾ ਛੂਟੈ ਮੁਖੈ, ਏਕ ਸਮੈ ਮੋਕੋ ਗਏ ਬਾਂਧੈ, ਤਉ ਪੁਨ ਮੋਪੈ ਜਵਾਬ ਨਾ ਹੋਏ। ਦੇਖੋ ਅਕਾਲ ਪੁਰਖ ਆਪਣੇ ਭਗਤ ਨਾਲ ਗੱਲਾਂ ਕਰਦੇ ਆ। ਜਦੋਂ ਭੈਰੋ ਰਾਗ ਵਿੱਚ ਇਹ ਬਚਨ ਪੜ੍ਹਨੇ ਆ ਕਿ ਕਹੇ ਤਾਂ ਧਰਨ ਅਕੋਡੀ ਕਰੂੰ, ਕਹੇ ਤਾਂ ਲੇਕਰ ਉਪਰ ਧਰੂੰ, ਕਹੇ ਤਾਂ ਮੁਈ ਗਊ ਦਿਉ ਜਿਆਏ, ਸਭ ਕੋਈ ਦੇਖੈ ਪਤਿਆਏ। ਇਹਦਾ ਮਤਲਬ ਕਿ ਰੱਬ ਆਪਣੇ ਭਗਤਾਂ ਨਾਲ ਉਹਨਾਂ ਨੂੰ ਗੋਦੀ ਵਿੱਚ ਬਿਠਾ ਕੇ ਪ੍ਰੇਮ ਭਰੇ ਬਚਨ ਕਰਦੇ ਨੇ। ਸਾਹਿਬ ਗੁਰੂ ਕਲਗੀਧਰ ਜੀ ਦੇ ਬਚਿੱਤਰ ਨਾਟਕ ਵਿੱਚੋਂ ਆਪਾਂ ਜਿੱਥੋਂ ਇਹ ਕਵੀ ਜੀ ਦਾ ਪ੍ਰਸੰਗ ਆਰੰਭ ਕੀਤਾ ਹੈ, ਇਸ ਤੋਂ ਪਹਿਲਾਂ ਸੰਖੇਪ ਜਿਹਾ ਵਿਚਾਰਨਾ ਅਤ ਜ਼ਰੂਰੀ ਹੈ। ਬਚਿੱਤਰ ਨਾਟਕ ਵਿੱਚ ਜਦੋਂ ਅਸੀਂ ਇਹ ਬਚਨ ਪੜ੍ਹਨੇ ਆ ਕਿ ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜੇ ਬਿਦ ਮੋਹਿ ਆਨੋ, ਇਹਦਾ ਅਰਥ ਹੈ ਕਿ ਹੁਣ ਮੈਂ ਆਪਣੇ ਪਹਿਲੇ ਜੀਵਨ ਦੀ ਕਥਾ ਨੂੰ ਬਿਆਨ ਕਰ ਲਗਾਵਾਂ। ਤੇ ਉਹ ਕਥਾ ਕੀ ਹੈ ਕਿ ਤਪ ਸਾਧਦਿਆਂ, ਇਹਦਾ ਅਰਥ ਹੈ ਬੰਦਗੀ ਕਰਦਿਆਂ, ਉਸ ਅਕਾਲ ਦੀ ਭਗਤੀ ਕਰਦਿਆਂ ਜਿਸ ਤਰੀਕੇ ਨਾਲ ਪਰਮਾਤਮਾ ਵਾਹਿਗੁਰੂ ਨੇ ਮੈਨੂੰ ਇਸ ਸੰਸਾਰ ਤੇ ਭੇਜਿਆ। ਆਓ ਪਿਆਰਿਓ, ਮੈਂ ਆਪਣੀ ਜ਼ਿੰਦਗੀ ਦੀ ਕਥਾ ਤੁਹਾਡੇ ਨਾਲ ਸਾਂਝੀ ਕਰਾਂ। ਸਾਹਿਬ ਨੇ ਉੱਥੇ ਫਰਮਾਇਆ, ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜੇ ਬਿਦ ਮੋਇ ਆਨੋ, ਹੇਮਕੁੰਟ ਪਰਬਤ ਹੈ ਜਹਾਂ, ਸਪਤ ਸਰਿੰਗ ਸੋਭਿਤ ਹੈ ਤਹਾਂ। ਜਿੱਥੇ ਹੇਮਕੁੰਟ ਪਰਬਤ ਹੈ, ਜਿਹਦੇ ਚਾਰ ਚਫੇਰੇ 7 ਚੋਟੀਆਂ ਜਿਹੜੀਆਂ ਨੇ ਉਹ ਸਿਖਰ ਅਸਮਾਨ ਨੂੰ ਉਹਨਾਂ ਦੇ ਛੂੰਹਦੇ ਪਏ ਨੇ, ਉਸ ਧਰਤੀ ਤੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰ ਰਿਹਾ ਸਾਂ। ਸਬਤ ਸਰਿੰਗ ਸੋਭਿਤ ਹੈ ਤਹਾਂ, ਸਬਤ ਸਰਿੰਗ ਤੈ ਨਾਮ ਕਹਾਵਾਂ, ਪੰਡ ਰਾਜ ਜੈ ਜੋ ਕਮਾਵਾਂ, ਤੈ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਇਹ ਵਿਦ ਕਰਤ ਤਪੱਸਿਆ ਭਇਓ, ਦੁਐ ਤੇ ਏਕ ਰੂਪ ਹੋਏ ਗਇਓ। ਹੁਣ ਧਿਆਨ ਦਿਆ ਜੇ, ਕਹਿੰਦੇ ਨੇ ਇੰਨੀ ਤਪੱਸਿਆ ਸਾਧੀ, ਇੰਨੀ ਬੰਦਗੀ ਕੀਤੀ। ਅਸਲ ਵਿੱਚ ਸਰੀਰ ਕਰਕੇ 2 ਭਾਸਦੇ ਸਾਂ, ਪਰ ਮਾਲਕ ਦੀ ਕਿਰਪਾ ਨਾਲ 2 ਤੋਂ 1 ਰੂਪ ਹੋ ਗਏ। ਇਸੇ ਨੂੰ ਤਾਂ ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਏਕ ਜੋਤ ਦੋਏ ਮੂਰਤੀ, ਧਨ ਪਿਰ ਕਈਐ ਸੋਏ। ਅਸਲ ਵਿੱਚ ਇਹ ਅੰਦਰ ਦੀ ਪਰਮਾਰਥ ਦੀ ਗੱਲ ਹੈ। ਇਸੇ ਨੂੰ ਕਿਰਪਾਲੂ ਦਾਤਾ ਜੀ ਨੇ ਕਿਹਾ ਕਿ ਸੂਰਜ ਕਿਰਨ ਮਿਲੇ, ਜਲ ਕਾ ਜਲ ਖੂਵਾ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਇਹ ਵਿਦ ਕਰਤ ਤਪੱਸਿਆ ਭਇਓ,
ਦੁਇ ਤੇ ਏਕ ਰੂਪ ਹੋਏ ਗਇਓ। ਕਹਿੰਦੇ ਨੇ ਜਦੋਂ ਅਸੀਂ ਦੋ ਤੋਂ ਇੱਕ ਰੂਪ ਹੋਏ, ਹੁਣ ਇਸ ਤੋਂ ਅੱਗੇ ਮੈਂ ਇੱਕ ਅਰਜ਼ ਕਰਨੀ ਚਾਹਨਾ, ਆਪਣੇ ਅੰਦਰ ਨੂੰ ਟਿਕਾ ਕੇ ਦੇਖੋ ਕਦੀ। ਅੱਜ ਪਟਨਾ ਸਾਹਿਬ ਦੀ ਧਰਤੀ ਸੁਰਤ ਕਰਕੇ ਮੈਂ ਹਰ ਵਾਰੀ ਇਹ ਬੇਨਤੀ ਕਰਨਾ ਹੁੰਨਾ ਕਿ ਸਿੱਖ ਸਰੀਰਕ ਤੌਰ ਤੇ ਜਿਤਨਾ ਮਰਜੀ ਇਤਿਹਾਸਕ ਸਥਾਨ ਤੋਂ ਦੂਰ ਰਵੇ, ਜੇ ਸੁਰਤ ਕਰਕੇ ਕੂੰਜ ਆਪਣੇ ਬੱਚਿਆਂ ਨੂੰ ਜ਼ਿੰਦਗੀ ਦੇ ਸਕਦੀ ਹੈ, ਸੁਰਤ ਕਰਕੇ ਕੂੰਜ ਆਪਣੇ ਬੱਚਿਆਂ ਦਾ ਪੇਟ ਭਰ ਸਕਦੀ ਏ, ਤੇ ਸਿੱਖਾਂ ਤੂੰ ਸੁਰਤ ਕਰਕੇ ਆਪਣੇ ਗੁਰੂ ਦੇ ਚਰਨ ਪਰਸੀ। ਅਸਲ ਵਿੱਚ ਬਾਹਰ ਦੀਆਂ ਦੂਰੀਆਂ ਸੁਰਤ ਇੱਕ ਖਿੰਨ ਵਿੱਚ ਹੀ ਖਤਮ ਕਰ ਦਿੰਦੀ ਹੈ। ਜਦੋਂ ਅਸੀਂ ਗੁਰੂ ਕਾ ਪੁਰਬ ਮਨਾਉਂਦੇ ਹਾਂ, ਕੁਝ ਗੱਲਾਂ ਸਾਨੂੰ ਉਸ ਦਿਨ ਖਾਸ ਕਰਕੇ ਹੁਣ ਵਾਚਣੀਆਂ ਚਾਹੀਦੀਆਂ ਨੇ। ਪਹਿਲੀ ਗੱਲ, ਉਹ ਧਰਤੀ ਕਿਹੜੀ ਜਿੱਥੇ ਮੇਰਾ ਗੁਰੂ ਪ੍ਰਗਟ ਹੋਇਆ। ਦੂਸਰੀ ਗੱਲ, ਉਹ ਕਿਹੜੇ ਲੋਕ ਸਨ ਜਿਨ੍ਹਾਂ ਨੇ ਮੇਰੇ ਗੁਰੂ ਦੀ ਪਹਿਲੀ ਝਲਕ ਨੂੰ ਮਾਣਿਆ। ਤੀਜੀ ਗੱਲ, ਉਹ ਕਿਹੜਾ ਸਤਿਕਾਰਯੋਗ ਬਾਪੂ ਹੈ ਜਿਹਦੇ ਘਰ ਗੁਰੂ ਆਇਆ। ਚੌਥੀ ਗੱਲ, ਉਹ ਕੁੱਲ ਕਿਹੜੀ ਭਾਗਾਂ ਵਾਲੀ ਜਿਸ ਕੁੱਲ ਵਿੱਚ ਗੁਰੂ ਪ੍ਰਗਟ ਹੋਏ। ਪੰਜਵੀਂ ਗੱਲ ਕਿ ਉਹ ਮਾਂ ਕਿੰਨੀ ਕੁ ਧੰਤਾ ਯੋਗ ਹੈ ਜਿਨਨੇ ਗੁਰੂ ਨੂੰ ਜਨਮ ਦਿੱਤਾ। ਤੇ ਜੇ ਅਸੀਂ ਗੁਰੂ ਅਰਜਨ ਸਾਹਿਬ ਦੇ ਨਾ ਬਚਨਾਂ ਨੂੰ ਪੜ੍ਹੀਏ ਤੇ ਅੱਜ ਉਹ ਟੁਕਦੇ ਪਿਆ ਕਿ ਸਾ ਧਰਤੀ ਪਈ ਖਰਿਆਵਲੀ। ਅੱਜ ਪਟਨਾ ਸਾਹਿਬ ਦੀ ਧਰਤੀ ਖਰਿਆਵਲੀ ਹੁੰਦੀ ਪਈ ਏ। ਕਿਉਂ? ਕਦੀ ਇਸ ਸ਼ਹਿਰ ਦਾ ਨਾਮ ਸੀ ਪਾਟਲੀ ਪੁੱਤਰ। ਇਹ ਉਹ ਸ਼ਹਿਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚਰਨ ਪਾਏ ਸਨ। ਆਪ ਸਭ ਨੂੰ ਪਤਾ ਹੈ, ਅੱਜ ਜਿਹੜੇ ਬਚਨ ਕਦੀ ਕਈ ਸਾਲ ਪਹਿਲਾਂ ਸਾਲਸਰਾਏ ਜੋਰੀ ਨੂੰ ਕੀਤੇ ਸਨ, ਅੱਜ ਉਹ ਗੁਰੂ ਨਾਨਕ ਸਾਹਿਬ ਜੀ ਦੇ ਕੀਤੇ ਹੋਏ ਬਚਨ ਪ੍ਰਗਟ ਪੈ ਹੁੰਦੇ ਨੇ। ਹਜ਼ੂਰ ਪਹਿਲੇ ਜਾਮੇ ਪਾਟਲੀ ਪੁੱਤਰ ਪਟਨਾ ਸਾਹਿਬ ਦੀ ਧਰਤੀ ਤੇ ਗਏ। ਅਸੀਂ ਇੱਕ ਇੱਕ ਵਿਸ਼ਾ ਚੁਣਾਂਗੇ ਕਿ ਸਾ ਧਰਤੀ ਪਈ ਖਰਿਆਵਲੀ। ਪਹਿਲਾਂ ਉਹ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ, ਤੇ ਮੈਂ ਹੈਰਾਨ ਹੁੰਨਾ ਕਿ ਜਿਸ ਧਰਤੀ ਤੇ ਆਪੇ ਗੁਰਚੇਲਾ ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਨੇ, ਉਸੇ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਜਿੱਦਨ ਸਾਲਸਰਾਏ ਨੂੰ ਦਾਤ ਦਿੱਤੀ, ਉਦਨ ਇਹ ਨਹੀਂ ਕਿਹਾ ਮੇਰੇ ਚਰਨਾਂ ਵਿੱਚ ਝੁਕ, ਉਦਨ ਕਿਹਾ ਸੀ ਜਿਹਨੂੰ ਆਪਣਾ ਨੌਕਰ ਆਪਣਾ ਚੇਲਾ ਅਧਰਕੇ ਨੂੰ ਅੱਜ ਤੱਕ ਕਹਿੰਦਾ ਰਿਹਾ ਹੈ, ਆਪਣੇ ਚੇਲੇ ਆਪਣੇ ਨੌਕਰ ਦੇ ਪੈਰਾਂ ਵਿੱਚ ਝੁਕ ਤੇ ਤੇਰੇ ਅੰਦਰ ਨੂੰ ਵੀ ਭਾਗ ਲੱਗ ਜਾਏਗਾ। ਉੱਥੇ ਆਪੇ ਗੁਰਚੇਲਾ ਅੱਜ ਪ੍ਰਗਟ ਹੋਣ ਲੱਗਾ। ਸਾਲਸਰਾਏ ਨੇ ਰੱਜ ਕੇ ਸੇਵਾ ਕੀਤੀ। ਅਸਲ ਵਿੱਚ ਉਹ ਰਤਨਾਂ ਦਾ ਪਾਰਖੂ ਸੀ। ਉਹ ਗੁਰੂ ਰਤਨ ਨੂੰ ਵੀ ਪਰਖ ਗਿਆ, ਉਹਨੇ ਗੁਰੂ ਦੇ ਸ਼ਬਦ ਨੂੰ ਵੀ ਪਰਖ ਲਿਆ। ਪਰਖਣ ਦਾ ਮਤਲਬ ਅੰਤ ਨਾ ਪਾਇਆ, ਉਹਨੂੰ ਸਮਝ ਪੈ ਗਈ। ਤੇ ਜਦੋਂ ਕਿਰਪਾਲੂ ਦਾਤੇ ਨੇ ਇਸ ਧਰਤੀ ਤੇ ਚਰਨ ਪਾਏ ਤੇ ਸਾਲਸਰਾਏ ਨੇ ਖੱਤ ਜੋੜ ਕੇ ਕਿਹਾ, ਦਾਤਾ ਜੀ ਆਪ ਕਿਰਪਾ ਕਰੋ, ਕੁਝ ਸਮਾਂ ਤੁਸੀਂ ਮੇਰੇ ਘਰ ਵਿਖੇ ਟਿਕੋ, ਮੇਰੇ ਘਰ ਦੇ ਅੰਦਰ ਵਿਸ਼ਰਾਮ ਕਰੋ, ਮੇਰੇ ਘਰ ਨੂੰ ਭਾਗ ਲਾਓ। ਤੇ ਧੰਨ ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਸਾਲਸਰਾਏ ਕੁਝ ਦਿਨ ਨਹੀਂ, ਕੁਝ ਘੜੀਆਂ ਨਹੀਂ, ਸਮਾਂ ਆਵੇਗਾ ਅਸੀਂ ਕਈ ਸਾਲ ਤੇਰੇ ਘਰ ਵਿੱਚ ਰਹਿ ਕੇ ਜਾਵਾਂਗੇ। ਪੁੱਛਿਆ, ਦਾਤਾ ਉਹ ਘੜੀ ਕਦੋਂ ਆਏਗੀ? ਕਹਿਣ ਲੱਗੇ, ਸ਼ਾਇਦ ਤੂੰ ਆਪਣੇ ਤਨ ਕਰਕੇ ਨਾ ਤੱਕੇ, ਤੇਰੀ ਔਲਾਦ ਦੇਖੇਗੀ। ਤੇਰੇ ਘਰ ਦੇ ਅੰਦਰ ਅਸੀਂ 10ਵੇਂ ਜਾਮੇ ਵਿੱਚ ਪ੍ਰਗਟ ਹੋਣਾ ਹੈ, ਕੁਝ ਮਹੀਨੇ ਨਹੀਂ, ਅਸੀਂ ਤੇਰੇ ਘਰ ਦੇ ਅੰਦਰ ਕਈ ਸਾਲ ਖੇਡ ਕੇ ਜਾਵਾਂਗੇ। ਸਾਹਿਬ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਉਹਨਾਂ ਦਾ ਆਗਮਨ ਜਿਹੜਾ ਸਾਡਾ ਅੱਜ ਤਖਤ ਬਣਿਆ ਹੈ, ਇਹ ਅਸਲ ਵਿੱਚ ਸਾਲਸਰਾਏ ਦਾ ਆਪਣਾ ਘਰ ਹੈ। ਇੱਥੇ ਗੁਰੂ ਨਾਨਕ ਸਾਹਿਬ ਦੀਆਂ ਨਹਿ ਰਹਿਮਤਾਂ ਵਰਸੀਆਂ। ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੇ ਚਰਨ ਪਏ ਨੇ। ਉਸ ਘਰ ਦੇ ਅੰਦਰ ਗੁਰੂ ਕਲਗੀਧਰ ਜੀ ਪ੍ਰਗਟ ਹੋਏ। ਤੇ ਪਟਨਾ ਸਾਹਿਬ ਦੀਆਂ ਗਲੀਆਂ ਵਿੱਚੋਂ ਜਦੋਂ ਕਿਤੇ ਅੱਜ ਵੀ ਝਾਤੀ ਮਾਰਨੇ ਆ, ਆਪੋ ਆਪਣਾ ਤਰੀਕਾ ਦੇਖਣ ਦਾ। ਕੁਝ ਲੋਕ ਜਾਂਦੇ ਆ ਗੁਰੂ ਅਸਥਾਨਾਂ ਤੇ ਗਏ, ਕੇਵਲ ਘੁੰਮ ਫਿਰ ਕੇ ਵਾਪਸ ਆ ਗਏ। ਤੇ ਮੈਂ ਬੇਨਤੀ ਕਰਾਂ, ਕਈ ਭਾਵਨਾ ਵਾਲੇ ਇੰਨੇ ਟੇਕੇ ਜਾਂਦੇ ਆ, ਉਹਨਾਂ ਦੀ ਜ਼ਬਾਨ ਤੋਂ ਸੁਣੀਦਾ ਕਿ ਜਦੋਂ ਅਸੀਂ ਪਟਨਾ ਸਾਹਿਬ ਗਏ ਆ, ਇੰਜ ਲੱਗਾ ਜਿਵੇਂ ਗਲੀ ਵਿੱਚੋਂ ਖੁਣੇ ਬਾਲਾ ਪ੍ਰੀਤਮ ਨੇ ਨਿਕਲ ਕੇ ਬਾਹਰ ਆ ਜਾਣਾ। ਕੋਈ ਗੁਰੂ ਰਾਮਦਾਸ ਦੇ ਦਰ ਤੇ ਜਾਂਦਾ ਹੈ ਤੇ ਨਮਸਕਾਰ ਕਰਦਿਆਂ ਕਹਿੰਦਾ, ਬਸ ਪਰਕਰਮਾਂ ਵਿੱਚ ਗਿਆ ਤੇ ਇੰਜ ਲੱਗਾ ਗੁਰੂ ਰਾਮਦਾਸ ਮੇਰੇ ਨਾਲ ਪੈ ਤੁਰਦੇ, ਮੇਰੇ ਅੰਗ ਸੰਗ ਨੇ। ਪਹਿਲੀ ਗੱਲ, ਸਾ ਧਰਤੀ ਪਈ ਖਰਿਆਵਲੀ। ਉਹ ਧਰਤੀ
ਪਟਨਾ ਸਾਹਿਬ ਦੀ ਭਾਗਾਂ ਵਾਲੀ, ਜਿੱਥੇ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਆਏ ਨੇ। ਹਜ਼ੂਰ ਨੇ ਦੂਜਾ ਬਚਨ ਕਿਹਾ, ਸਾ ਧਰਤੀ ਪਈ ਖਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਜਾਏ, ਛੇ ਜੰਤ ਪਏ ਖਰਿਆਵਲੇ ਵਾਹਿਗੁਰੂ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਛੇ ਜੰਤ ਪਏ ਖਰਿਆਵਲੇ। ਅੱਜ ਉਸ ਜੰਤ ਨੂੰ ਦੇਖੋ, ਜੰਤ ਦਾ ਅਰਥ ਮਨੁੱਖ ਕਰਾਂਗੇ। ਪਟਨਾ ਸਾਹਿਬ ਦੀ ਧਰਤੀ ਤੋਂ 1200-1300 ਕਿਲੋਮੀਟਰ ਦੂਰ ਕੁੜਾਮ ਦੀ ਧਰਤੀ ਤੇ ਬੈਠਾ ਫਕੀਰ ਗੁਰੂ ਕਲਗੀਧਰ ਜੀ ਦੇ ਦਰਸ਼ਨਾਂ ਨੂੰ, ਬਾਲਾ ਪ੍ਰੀਤਮ ਦੇ ਦਰਸ਼ਨਾਂ ਨੂੰ ਜਾਂਦਾ ਪਿਆ। ਕਿ ਇਹ ਜੰਤ ਅੱਜ ਖਰਿਆਵਲੇ ਨਹੀਂ ਹੋ ਰਿਹਾ? ਸਾ ਧਰਤੀ ਪਈ ਖਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਖਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਹੁਣ ਗੁਰਮੁਖੋ, ਧੰਨ ਧੰਨ ਪਿਤਾ ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਧਰਮ ਦੀ ਚਾਦਰ ਦਾਤਾ ਜੀ, ਅੱਜ ਸਾਰੀ ਰਾਤ ਤੁਸੀਂ ਵਿਸ਼ਰਾਮ ਨਹੀਂ ਕਰਨਾ। ਇਧਰ ਪੁੱਤਰ ਦੀ ਆਮਦ ਹੋਣੀ ਏ, ਉਧਰ ਢਾਕੇ ਦੀ ਧਰਤੀ ਤੇ ਚੌਂਕੜਾ ਮਾਰ, ਇੱਕ ਆਸਣ ਤੇ ਮੇਰੀ ਸੱਚੀ ਸਰਕਾਰ ਬੈਠੇ। ਧੰਨ ਧੰਨ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਧੰਨ ਕਹੀਏ। ਮੈਂ ਇਹ ਪ੍ਰਮਾਣ ਇੱਥੇ ਟੁਕਾਣਾ ਚਾਹਨਾ ਵਾਂ ਕਿ ਤਾਤ ਮਾਤ ਮੁਰ ਅਲਖ ਅਰਾਧਾ, ਕਿਉਂਕਿ ਆਪਾਂ ਵਿਆਖਿਆ ਦਸਮ ਗ੍ਰੰਥ ਦੇ ਉਸ ਪਵਿੱਤਰ ਬਚਨ ਦੀ ਕਰ ਰਹੇ ਹਾਂ, ਜਿਹੜੀ ਗੁਰੂ ਕਲਗੀਧਰ ਜੀ ਆਪਣੀ ਜੀਵਨ ਕਥਾ ਪੈ ਬਿਆਨ ਕਰਦੇ ਨੇ। ਕਹਿਣ ਲੱਗੇ, ਧੰਨ ਧੰਨ ਪਿਤਾ ਗੁਰੂ ਤੇਗ ਬਹਾਦਰ ਜੀ, ਆਪ ਧੰਤਾ ਜੋਗ ਹੋ। ਧੰਨ ਧੰਨ ਕੁਲ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਅੱਗੇ ਵੀ ਤੇਰੀ ਕੁਲ ਧੰਤਾ ਜੋਗ ਹੈ। ਇਸ ਕੁਲ ਵਿੱਚ ਤਤੀ ਤਵੀ ਤੇ ਬੈਠਣ ਵਾਲਾ ਪ੍ਰਗਟ ਹੋਇਆ ਹੈ। ਇਸ ਤੇਰੀ ਕੁਲ ਦੇ ਅੰਦਰ ਦੋ ਕਿਰਪਾਨਾਂ ਪਾਣ ਵਾਲੇ ਮੀਰੀ ਤੇ ਪੀਰੀ ਦੇ ਦਾਤਾ ਪ੍ਰਗਟ ਹੋਏ ਨੇ। ਤੇਰੀ ਇਸ ਕੁਲ ਦੇ ਅੰਦਰ ਫੁੱਲ ਟੁੱਟੇ ਹੋਏ ਦੇਖ ਕੇ ਦਰਦ ਮਹਿਸੂਸ ਕਰਨ ਵਾਲੇ ਗੁਰੂ ਹਰਿ ਸਾਹਿਬ ਪ੍ਰਗਟ ਹੋਏ ਆ। ਤੁਹਾਡੀ ਇਸ ਕੁਲ ਦੇ ਅੰਦਰ ਗੁੰਗਿਆਂ ਤੇ ਬੋਲਿਆਂ ਦੇ, ਸ਼ਦਾਈਆਂ ਤੇ ਕਮਲਿਆਂ ਦੇ ਸਿਰ ਤੇ ਛੜੀਆਂ ਰੱਖ ਕੇ ਕਥਾ ਕਰਾਉਣ ਵਾਲੇ ਗੁਰੂ ਹਰਕ੍ਰਿਸ਼ਨ ਸਾਹਿਬ ਪ੍ਰਗਟ ਹੋਏ ਆ। ਤੁਹਾਡੀ ਇਸ ਕੁਲ ਦੇ ਅੰਦਰ ਧਰਮ ਦੀ ਚਾਦਰ ਬੰਨ੍ਹਣ ਵਾਲੇ ਗੁਰੂ ਤੇਗ ਬਹਾਦਰ ਪ੍ਰਗਟ ਹੋਏ ਆ। ਧੰਨ ਗੁਰੂ ਰਾਮਦਾਸ, ਅੱਜ ਤੇਰੀ ਕੁਲ ਦੇ ਅੰਦਰ ਇੱਕ ਹੋਰ ਭੂਸ਼ਣ ਪ੍ਰਗਟ ਹੋਇਆ, ਜਿਹਦੇ ਵਰਗਾ ਨਾ ਕੋਈ ਪਹਿਲਾਂ ਹੋਇਆ ਤੇ ਨਾ ਇਹਦੇ ਵਰਗਾ ਕੋਈ ਹੋਣਾ ਹੈ। ਉਹ ਕੁਲ ਵੀ ਧੰਤਾ ਜੋਗ ਹੈ। ਇੱਕ ਇੱਕ ਸ਼ਬਦ ਵੱਲ ਧਿਆਨ ਦਿਓ। ਧਰਤੀ ਪਟਨਾ ਸਾਹਿਬ ਦੀ ਧੰਤਾ ਜੋਗ, ਪਿਤਾ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਨਮਸਕਾਰ ਧੰਤਾ ਜੋਗ, ਕੁਲ ਗੁਰੂ ਰਾਮਦਾਸ ਜੀ ਦੀ ਧੰਤਾ ਜੋਗ। ਤੇ ਅਗਲਾ ਸ਼ਬਦ ਹੈ ਕਿ ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ। ਅਸੀਂ ਅੱਜ ਸਾਰਿਆਂ ਨੂੰ ਚੇਤੇ ਕਰਕੇ ਨਮਸਕਾਰ ਕਰਨੀ ਹੈ। ਮਾਤ ਗੁਜਰੀ, ਤੁਸੀਂ ਧੰਤਾ ਜੋਗ ਹੋ। ਤੁਹਾਡੇ ਵਰਗਾ ਸਿੱਧ ਕਿੰਨੇ ਪਾਲਣਾ। ਮੈਂ ਪਿਛਲੇ ਦਿਨ ਵੀ ਅਰਜ਼ ਕੀਤੀ ਸੀ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਬਿਸ਼ਨ ਕੌਰ ਦਾ ਜਿਗਰ ਦਾ ਟੁਕੜਾ, ਉਹਨਾਂ ਦੀ ਧੀ ਗੁਰੂ ਤੇਗ ਬਹਾਦਰ ਜੀ ਦੇ ਲੜ ਲੱਗੀ ਸੀ। ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਤੱਕ ਪਤੀ ਦੇ ਆਗਿਆ ਵਿੱਚ ਹੁਕਮ ਵਿੱਚ ਰਹੇ। ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਕੇਵਲ ਗੁਰੂ ਤੇਗ ਬਹਾਦਰ ਜੀ ਦੀ ਹੀ ਤਪੱਸਿਆ ਨਹੀਂ, ਮਾਤ ਗੁਜਰੀ ਦੀ ਬੰਦਗੀ, ਉਹਨਾਂ ਦੀ ਸੇਵਾ ਨੂੰ ਨਮਸਕਾਰ ਹੈ। ਐ ਮਾਂ, ਕਿ ਅੱਜ ਤੁਸੀਂ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਹੋ। ਤੇਰੀ ਕੁੱਖ ਵਿੱਚੋਂ ਰਹਿਮਤਾਂ ਦਾ ਦਾਤਾ, ਸਰਬੰਸ ਦਾਨੀ, ਇਸ ਹਿੰਦੁਸਤਾਨ ਦੇ ਇਤਿਹਾਸ ਨੂੰ ਨਵਾਂ ਹੀ ਸਿਰਜਣ ਵਾਲਾ ਸੱਚਾ ਪਾਤਸ਼ਾਹ ਆ ਰਿਹਾ। ਉਸ ਮਾਤ ਗੁਜਰੀ ਦੇ ਚਰਨਾਂ ਵਿੱਚ ਵੀ ਅੱਜ ਨਮਸਕਾਰ ਹੈ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਤੇ ਦੇਖੋ, ਜੇ ਧਰਤੀ ਨੂੰ, ਜੇ ਪਿਤਾ ਨੂੰ, ਜੇ ਕੁਲ ਨੂੰ ਅਸੀਂ ਨਮਸਕਾਰ ਕਰਨੇ ਆ, ਤੇ ਆਓ ਅੱਜ ਗੁਰੂ ਗੋਬਿੰਦ ਸਿੰਘ ਬਾਲਾ ਪ੍ਰੀਤਮ ਦੇ ਚਰਨ ਪਕੜ ਕੇ ਨਮਸਕਾਰ ਕਰ ਲੋ, ਜਿਹੜਾ ਆਪ ਤਾਂ ਤਰਿਆ ਹੈ ਤੇ ਜਿਨ੍ਹਾਂ ਨੂੰ ਕੋਈ ਵੀ ਨਹੀਂ ਸੀ ਜਾਣਦਾ, ਜਿਨ੍ਹਾਂ ਨੂੰ ਨੀਚ ਕਹਿ ਕੇ ਦੁਰਕਾਰਿਆ ਜਾਂਦਾ ਸੀ, ਉਹਨਾਂ ਨੂੰ ਆਪਣੇ ਬੇਟੇ ਕਹਿ ਕੇ ਉਹਨਾਂ ਨੂੰ ਉੱਚੇ ਰੁਤਬੇ ਦਿੱਤੇ। ਆਪ ਤਰਿਆ ਤੇ ਜਿਨੇ ਗੁਰੂ ਕਲਗੀਧਰ ਨੂੰ ਡਿੱਠਾ, ਉਹ ਵੀ ਸੰਸਾਰ ਤੋਂ ਤਰ ਗਿਆ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਕਹਿਣ ਲੱਗੇ, ਧੰਨ ਧੰਨ ਗੁਰੂ, ਜਿਨ ਨਾਮ ਆਰਾਧਿਆ, ਆਪ ਤਰਿਆ, ਜਿਨੀ ਡਿੱਠਾ ਤਿਨਾ ਲੈ ਛਡਾਏ। ਸਾਹਿਬ ਗੁਰੂ ਕਲਗੀਧਰ ਜੀ ਨੇ ਜਿਹੜੀ ਅਸੀਂ ਇਹ ਤੁਕ ਪੜ੍ਹੀਏ
ਕਿ ਅਕਾਲ ਪੁਰਖ ਨੇ ਗੋਦ ਵਿੱਚ ਬਿਠਾ ਕੇ ਪਿਆਰ ਦੇ ਕੇ ਕਿਹਾ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਣਾ, ਪੰਥ ਦੇ ਪ੍ਰਚਾਰ ਲਈ ਭੇਜਣਾ। ਇਸ ਤੋਂ ਪਹਿਲਾਂ ਸਾਨੂੰ ਆਕਾਰ ਬਚਿੱਤਰ ਨਾਟਕ ਦੇ ਇਹ ਸ਼ਬਦ ਵਾਚਨੇ ਜ਼ਰੂਰੀ ਨੇ ਕਿ ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਚੇ ਬਿਦ ਮੋਇ ਆਨੋ, ਖੇਮ ਕੁੰਟ ਪਰਬਤ ਹੈ ਜਹਾਂ, ਸਪਤ ਸਰਿੰਗ ਸੋਭਿਤ ਹੈ ਤਹਾਂ, ਸਪਤ ਸਰਿੰਗ ਤੈ ਨਾਮ ਕਹਾਵਾ, ਪੰਡ ਰਾਜ ਜੈ ਜੋ ਕਮਾਵਾ, ਤੈ ਹਮ ਅਦਕ ਤਪੱਸਿਆ ਸਾਧੀ, ਮਾਂ ਕਾਲ ਕਾਲ ਕਾ ਅਰਾਧੀ, ਇਹ ਬਿਦ ਕਰਤ ਤਪੱਸਿਆ ਭਇਓ, ਦੁਵੈਤੇ ਏਕ ਰੂਪ ਹੋਏ ਗਇਓ, ਤਾਤ ਮਾਤ ਮੁਰ ਅਲਖ ਅਰਾਧਾ। ਮਾਂ ਨੇ ਤੇ ਬਾਪੂ ਨੇ ਰੱਜ ਕੇ ਭਗਤੀ ਕੀਤੀ। ਤੇ ਮੈਂ ਇੱਥੇ ਅਰਜ਼ ਕਰਨਾ ਹੁੰਨਾ, ਗੁਰਮਖੋ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਖਜ਼ੂਰ ਗੁਰੂ ਤੇਗ ਬਹਾਦਰ ਜੀ ਦਾ ਆਨੰਦ ਕਾਰਜ ਹੋਇਆ ਮਾਤਾ ਗੁਜਰੀ ਜੀ ਨਾਲ, ਜਾਂ ਇਉਂ ਕਹਿ ਲਈਏ ਮਾਤਾ ਗੁਜਰੀ ਜੀ ਲੜ ਪਕੜਿਆ ਗੁਰੂ ਤੇਗ ਬਹਾਦਰ ਜੀ ਦਾ। ਤੇ ਇੱਕ ਦਹਾਕਾ ਨਹੀਂ, 3 ਦਹਾਕਿਆਂ ਦੇ ਕਰੀਬ, 30 ਸਾਲ ਦੇ ਕਰੀਬ ਦਾ ਸਮਾਂ ਬਣ ਜਾਂਦਾ। ਮੈਂ ਕਰੀਬ ਸ਼ਬਦ ਵਰਤ ਰਿਹਾ, ਲਗਭਗ। ਇਹਦਾ ਮਤਲਬ 25 ਲੈ ਲਓ, 29 ਲੈ ਲਓ, 30 ਲੈ ਲਓ, 3 ਦਹਾਕਿਆਂ ਦੇ ਕਰੀਬ ਕੇਵਲ ਮਾਤ ਗੁਜਰੀ ਨੇ ਤੇ ਗੁਰੂ ਤੇਗ ਬਹਾਦਰ ਜੀ ਨੇ ਅਕਾਲ ਨੂੰ ਆਰਾਧਿਆ ਹੈ। 30 ਸਾਲ ਕੁੱਖ ਵਿੱਚ ਕੋਈ ਸੰਤਾਨ ਨਹੀਂ। ਇਹਦਾ ਕਾਰਨ ਸੀ ਕਿ ਅਸਲ ਵਿੱਚ ਏਡੇ ਪ੍ਰਤਾਪੀ ਮਹਾਬਲੀ ਸੂਰਮੇ ਨੂੰ, ਏਡੇ ਪਰਮਾਤਮਾ ਦੀ ਭਗਤੀ ਵਿੱਚ ਓਤ ਪੋਤ ਹੋਏ ਕਲਗੀਧਰ ਜੀ ਨੂੰ ਜਨਮ ਦੇਣ ਤੋਂ ਪਹਿਲਾਂ ਇੰਨੇ ਸਾਲਾਂ ਦੀ ਬੰਦਗੀ ਦੇ ਨਾਲ ਉਹ ਕੁੱਖ ਤਿਆਰ ਹੋਈ ਸੀ। ਉਸ ਕੁੱਖ ਵਿੱਚ ਕਲਗੀਧਰ ਜੀ ਨੇ ਆਉਣਾ। ਹਜ਼ੂਰ ਨੇ ਇਹ ਸ਼ਬਦ ਆਪ ਵਰਤੇ, ਐਵੇਂ ਨਹੀਂ ਚੰਗੇ ਪੁੱਤਰ ਕੁੱਖਾਂ ਚੋਂ ਜਨਮ ਲੈਂਦੇ, ਜਾਂ ਮਾਂ ਤੇਰੀ ਪਿਛਲੇ ਜਨਮ ਦੀ ਭਗਤੀ ਹੋਵੇ ਤੇ ਜਾਂ ਇਸ ਜਨਮ ਤੋਂ ਘਾਲਣਾ ਘਾਲੀ ਹੋਵੇ, ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਜੋਗ ਸਾਧਨਾ ਸਾਧਾਂ, 3 ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭੈ ਪ੍ਰਸੰਨ ਗੁਰਦੇਵਾ। ਕਹਿੰਦੇ ਨੇ ਅਲਖ ਦੀ ਸੇਵਾ ਕੀਤੀ, ਗੁਰਦੇਵਾ ਦਾ ਅਰਥ ਪਰਮਾਤਮਾ ਪ੍ਰਸੰਨ ਹੋ ਗਏ। ਤਾਂ ਤੇ ਭੈ ਪ੍ਰਸੰਨ ਗੁਰਦੇਵਾ, 3 ਪ੍ਰਭ ਜਬ ਆਇ ਸਮੋਇ ਦੀਆ, ਤਬ ਹਮ ਜਨਮ ਕਲੂ ਮੈਂ ਲੀਆਂ। ਅਗਲਾ ਬਚਨ ਹੈ, ਚਿੱਤ ਨਾ ਭਇਓ ਖਮਰੋ ਆਵਨ ਕਹਿ। ਸਾਡਾ ਚਿੱਤ ਨਹੀਂ ਸੀ ਕਰਦਾ ਇਸ ਧਰਤੀ ਤੇ ਆਉਣ ਨੂੰ, ਸੁਰਤ ਨਹੀਂ ਸੀ ਮੰਨਦੀ ਪਈ ਇਸ ਸੰਸਾਰ ਤੇ ਆਉਣ ਨੂੰ। ਚਿੱਤ ਨਾ ਭਇਓ ਖਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਜਿਉ ਤਿਉ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕਹਿ ਇਹ ਲੋਕ ਪਠਾਇਓ। ਕਹਿਣ ਲੱਗੇ ਕੀ ਕਹਿ ਕੇ ਭੇਜਿਆ? ਉਹ ਇਹ ਪੰਕਤੀ ਹੈ ਜਿਹੜੀ ਕਵੀ ਜੀ ਦੀ ਅਸੀਂ ਸ਼ੁਰੂ ਕੀਤੀ ਹੈ। ਇਮ ਕਹਿ ਕਹਿ ਇਹ ਲੋਕ ਪਠਾਇਓ, ਇਹ ਕਹਿ ਕੇ ਭੇਜਿਆ ਮੈਂ ਆਪਣਾ ਸੁੱਤ ਤੋਏ ਨਿਵਾਜਾ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਣਾ ਵਾ, ਆਪਣਾ ਸੁੱਤ ਬਣਾ ਕੇ ਭੇਜਣਾ। ਕਾਹਦੇ ਲਈ? ਪੰਥ ਪਰਚੁਰ ਕਰਬੇ ਕੋ ਸਾਜਾਂ, ਜਹਾਂ ਤਹਾਂ ਤੁਮ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਤੇ ਜਦੋਂ ਕਿਹਾ ਮੈਂ ਆਪਣਾ ਪੁੱਤਰ ਬਣਾ ਕੇ ਭੇਜਿਆ, ਤੇ ਸੱਚੇ ਪਾਤਸ਼ਾਹ ਕਹਿੰਦੇ ਆ ਹੱਥ ਜੋੜ ਕੇ ਖੜੇ ਹੋ ਗਏ ਤੇ ਇੱਕ ਬੇਨਤੀ ਕੀਤੀ, ਖੇ ਸੱਚੇ ਪਾਤਸ਼ਾਹ, ਖੇ ਪਰਮਾਤਮਾ ਵਾਹਿਗੁਰੂ ਪਿਤਾ ਜੀ, ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਾਏ। ਹੱਥ ਜੋੜ ਕੇ ਮੈਂ ਖੜਾ ਹੋ ਗਿਆ ਤੇ ਸਿਰ ਝੁਕਾ ਕੇ ਬੇਨਤੀ ਕੀਤੀ, ਪੰਥ ਚੱਲੇਗਾ ਤੇਰੇ ਨਾਮ ਦਾ, ਪੰਥ ਚੱਲੇਗਾ ਸੱਚ ਦਾ ਪੁਜਾਰੀ, ਪਰ ਚੱਲੇਗਾ ਤਾਂ ਜੇ ਪਿਤਾ ਜੀ ਤੁਸੀਂ ਨਾਲ ਹੋਵੋਗੇ। ਠਾਂਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਾਏ, ਪੰਥ ਚੱਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ, ਜਦੋਂ ਤੁਸੀਂ ਸਹਾਇਤਾ ਕਰੋ। ਹੁਣ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਹਾਂ ਕਿ ਉਸ ਅਕਾਲ ਪੁਰਖ ਨੇ ਖਜ਼ੂਰ ਨੂੰ ਗੋਦ ਵਿੱਚ ਬਿਠਾ ਆਪਣੇ ਵੱਲੋਂ ਪਿਆਰ ਬਖਸ਼ਿਸ਼ ਕੀਤਾ ਹੈ। ਸ੍ਰੀ ਨਾਨਕ ਕੀ ਜੋਤ ਮਹਾਬਲ, ਨਵ ਸਰੀਰ ਵਿਖੇ ਪਰਸਾਏ। ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਜੋਤ ਹੈ, ਜਿਹੜੀ ਹੁਣ 9ਵੇਂ ਸਰੀਰ ਦੇ ਵਿੱਚ ਵਿਚਰਦੀ ਪਈ ਹੈ। ਕਹਿਣ ਤੋਂ ਮੁਰਾਦ ਕਿ ਗੁਰੂ ਤੇਗ ਬਹਾਦਰ ਜੀ ਦੇ ਰੂਪ ਵਿੱਚ ਉਹ ਜੋਤ ਸੰਸਾਰ ਦਾ ਭਲਾ ਕਰ ਰਹੀ ਹੈ। ਸੋ ਤਪਸੀ ਹੈ ਪਿਤਾ ਤੁਹਾਰੋ, ਸ਼ਾਂਤਮਤੀ ਸਭ ਕੋ ਸਬਤਾਏ। ਕਹਿਣ ਲੱਗੇ ਉਸ ਜੋਤ ਦੇ ਮਾਲਕ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਤੁਹਾਡੇ ਪਿਤਾ ਹੋਣਗੇ, ਜਿਨ੍ਹਾਂ ਦਾ ਅੰਦਰ ਸ਼ਾਂਤ ਹੈ, ਬੈਰਾਗੀ ਨੇ, ਨਾਮ ਰਸਕ ਨੇ, ਤੇ ਕਦੀ ਵੀ ਉਹਨਾਂ ਦੇ ਅੰਦਰੋਂ ਵਾਹਿਗੁਰੂ ਜੀ ਦੀ ਯਾਦ ਵਿਸਰੀ ਨਹੀਂ।
ਉਹ ਤੁਹਾਡੇ ਸਤਿਕਾਰਯੋਗ ਪਿਤਾ ਹੋਣਗੇ। ਇਤ ਸ੍ਰੀ ਤੇਗ ਬਹਾਦਰ ਗੁਰੂ ਜੀ ਬ੍ਰਿੰਦ ਤੀਰਥਨ ਤੀਰ ਨਿਵਾਸ। ਇਧਰ ਦੁਸ਼ਟ ਦਮਨ ਸਤਿਗੁਰੂ ਜੀ ਨੂੰ ਤੋਰਿਆ ਜਾ ਰਿਹਾ ਹੈ, ਮਾਤ ਲੋਕ ਨੂੰ ਆਉਂਦੇ ਪਏ ਨੇ। ਦੂਜੇ ਪਾਸੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ ਮਦਰ ਦੇਸ਼ ਤੋਂ, ਪੰਜਾਬ ਦੀ ਧਰਤੀ ਤੋਂ ਕਿਰਪਾਲੂ ਦਾਤਾ ਜੀ ਆਪ ਪੂਰਬ ਵਾਲੇ ਪਾਸੇ ਨੂੰ ਲੋਕਾਂ ਦਾ ਉਧਾਰ ਕਰਨ ਲਈ, ਤੀਰਥਾਂ ਤੇ ਬੈਠੇ ਹੋਏ ਲੋਕਾਂ ਨੂੰ ਜੀ ਦਾਨ ਦੇਣ ਲਈ ਗੁਰੂ ਤੇਗ ਬਹਾਦਰ ਜੀ ਨੇ ਪਿਆਨਾ ਕੀਤਾ ਹੈ। ਸਭ ਅਸਥਾਨ ਦਾਨ ਦੇ ਮਾਨੰਦ, ਪਾਵਨ ਤੇ ਪਾਵਨ ਕਰਤਾਸ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਜਾਂਦੇ ਆ, ਆਪਣੇ ਪਵਿੱਤਰ ਚਰਨ ਉਸ ਧਰਤੀ ਤੇ ਪਾ ਉਹਨੂੰ ਪਵਿੱਤਰ ਪੈ ਕਰਦੇ ਨੇ। ਜਿਹੜੀ ਮੈਲ ਤੀਰਥਾਂ ਤੇ ਇਸ਼ਨਾਨ ਕਰਕੇ ਵੀ ਨਹੀਂ ਉਤਰਦੀ ਪਈ, ਪੂਰੇ ਸਤਿਗੁਰੂ ਦੇ ਅੰਮ੍ਰਿਤ ਬਚਨ ਉਸ ਹਜ਼ੂਰ ਕਿਰਪਾਲੂ ਜੀ ਦੇ ਨਾਮ ਨਾਲ, ਉਹਨਾਂ ਦੇ ਚਰਨ ਪੈਣ ਦੇ ਨਾਲ ਸਾਰੇ ਪਾਪ ਦਗਤ ਹੁੰਦੇ ਖਾਨਾ। ਇਸ ਬਿਧ ਕਰੀ ਆਰਾਧਨਾ, ਆਲਖ ਰੂਪ ਗੁਰਦੇਵ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਜਿੱਥੇ ਵੀ ਗਏ, ਉਹ ਅਲਖ ਦੀ ਆਰਾਧਨਾ, ਉਸ ਪਰਮ ਪਿਤਾ ਪਰਮੇਸ਼ਵਰ ਦੀ ਯਾਦ ਵਿੱਚ ਜੁੜੇ ਰਹੇ ਖਾਨਾ। ਪਰਮ ਪ੍ਰਸੀਦੇ ਜਾਣ ਕੇ ਨਿਸਬਾਸਰ ਕੀ ਸੇਵ। ਗੁਰੂ ਤੇਗ ਬਹਾਦਰ ਜੀ ਦੀ ਨਿਸਬਾਸੁਰ ਦੀ ਭਗਤੀ ਨੂੰ, ਸਿਮਰਨ ਨੂੰ ਦੇਖ ਕੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਰੀਝ ਪਏ ਖਾਨਾ। ਦੁਸ਼ਟ ਦਮਨ ਪੜ ਬੋ ਕਰੇ, ਆਪਣੀ ਅਸ ਕੋ ਜਾਨ। ਕਹਿੰਦੇ ਨੇ ਉਸ ਅਕਾਲ ਪੁਰਖ ਨੇ ਦੁਸ਼ਟ ਦਮਨ ਸਤਿਗੁਰੂ ਜੀ ਨੂੰ ਆਪਣੀ ਅੰਸ਼ ਆਪਣਾ ਪੁੱਤਰ ਜਾਣ ਕੇ ਭੇਜਣਾ ਹੈ। ਮੋਹ ਪੁੱਤਰ ਕਰ ਬੋ ਚਹਤ, ਅਸੰਕਲਪ ਪਛਾਣ। ਗੁਰੂ ਕਲਗੀਧਰ ਜੀ ਸੋਚ ਰਹੇ ਹਾਂ ਕਿ ਇਹ ਪੂਰਬਲੇ ਜਨਮ ਦੀ ਗਾਥਾ ਹੈ ਕਿ ਸਾਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪਣਾ ਪੁੱਤਰ ਬਣਾਣਾ ਲੋਚਦੇ ਖਾਨ। ਤੀਰਥ ਰਾਤਿਰ ਬਹਿਣੀ ਉੱਪਰ, ਬੀਤ ਗਏ ਜਬ ਖਟ ਮਾਸ। ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਜੀ ਦੇ ਮਾਤਾ ਮਾਤਾ ਨਾਨਕੀ ਜੀ, ਭਾਈ ਦਿਆਲ ਦਾਸ ਜੀ, ਭਾਈ ਮੇਹਰ ਚੰਦ ਵਰਗੇ ਜਿਹੜੇ ਗੁਰਸਿੱਖ ਨੇ, ਉਹ ਤਰਬੈਣੀ ਜਾ ਪਹੁੰਚੇ ਨੇ। 6 ਮਹੀਨੇ ਤਰਬੈਣੀ ਪਹੁੰਚਿਆ ਹੋ ਗਏ ਖਾਨਾ। ਪੁੰਨ ਦਾਨ ਦਿਨ ਕਰਤ ਬਤਾਏ, ਤਹੀ ਆਨ ਕੀਨਸ ਪ੍ਰਕਾਸ਼। ਉਸ ਤਰਬੈਣੀ ਦੀ ਧਰਤੀ ਤੇ ਅਨੇਕਾਂ ਜੀਵਾਂ ਨੂੰ ਪੁੰਨ ਦਾਨ ਤੋਂ ਮੁਰਾਦ ਉਹਨਾਂ ਨੂੰ ਨਾਮ ਦਾ ਦਾਨ ਦਿੱਤਾ, ਉਹਨਾਂ ਨੂੰ ਭਗਤੀ ਦਾ ਦਾਨ ਦਿੱਤਾ। ਤੇ ਇੱਥੇ ਹੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਿਹਰ ਪੈ ਕਰਦੇ ਆ ਕਿ ਸਾਡਾ ਨਿਵਾਸ ਮਾਤਾ ਜੀ ਦੀ ਕੁੱਖ ਵਿੱਚ ਹੋਇਆ ਹੈ। ਸਤਿਗੁਰੂ ਨੇ ਇਹ ਬਚਨ ਦਸਮ ਦੀ ਬਾਣੀ ਵਿੱਚ ਕਹੇ, ਮੋਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਇਹ ਜਾਤ ਤਰਬੈਣੀ ਭੈ, ਪੁੰਨ ਦਾਨ ਦਿਨ ਕਰਤ ਬਤੈ। ਤੇ ਅਗਲੀ ਤੋਕੇ ਤਈ ਪ੍ਰਕਾਸ਼ ਹਮਾਰਾ ਭਇਓ। ਤਵੱਜੋ ਦਿਆਂ ਜੇ, ਅਜੇ ਪਟਨਾ ਸ਼ਹਿਰ ਨਹੀਂ ਆਇਆ। ਉਹ ਮੈਂ ਅੱਗੇ ਅਰਜ਼ ਕਰਾਂਗਾ ਜਦੋਂ ਆਗਮਨ ਦਾ ਸਮਾਂ ਆਉਣਾ। ਕਹਿੰਦੇ ਨੇ ਉਸ ਤਰਬੈਣੀ ਦੀ ਧਰਤੀ ਤੇ, ਉਸ ਅਸਥਾਨ ਤੇ ਸਾਡਾ ਪ੍ਰਕਾਸ਼ ਮਾਤਾ ਗੁਜਰੀ ਜੀ ਦੀ ਕੁੱਖ ਵਿੱਚ ਹੋਇਆ ਹੈ। ਤਈ ਪ੍ਰਕਾਸ਼ ਹਮਾਰਾ ਪਇਓ, ਉਥੇ ਉਤਰੈ ਮਾਹੇ ਆਏ ਕੀਆ ਨਿਵਾਸ। ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਿਹਰ ਕਰਦੇ ਆ। ਤੇ ਇੱਥੇ ਕਵੀ ਜੀ ਕਹਿ ਰਹੇ ਆ ਕਿ 6 ਮਹੀਨੇ ਤਰਬੈਣੀ ਬਤੀਤ ਹੋ ਚੁੱਕੇ ਖਾਨਾ। ਸ੍ਰੀ ਗੁਜਰੀ ਗਰਭ ਧਾਰਿਓ ਪਾਵਨ, ਬਰਦੇ ਚੰਦ ਸਮਾਚਾਰ ਉਜਾਸ। ਹੁਣ ਮਾਤਾ ਗੁਜਰੀ ਜੀ ਦੇ ਅੰਦਰ ਜਦੋਂ ਉਸ ਪਿਆਰੇ ਸਤਿਗੁਰੂ ਜੀ ਦਾ ਨਿਵਾਸ ਹੈ, ਤੇ ਕਹਿੰਦੇ ਨੇ ਮਾਤਾ ਦੀ ਸ਼ੋਭਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਉਹਨਾਂ ਦੇ ਚਿਹਰੇ ਨੂੰ ਦੇਖ ਕੇ ਸ਼ਾਂਤੀ ਹੈ। ਅਸਲ ਵਿੱਚ ਪਹਿਲਾਂ ਵੀ ਪੂਰਨ ਟਿਕਾ ਸੀ। ਤੇ ਗੁਰਮਖੋ ਅੱਜ ਤਾਂ ਇਹ ਸੰਸਾਰੀ ਲੋਕ ਵੀ ਮੰਨਦੇ ਪਏ ਨੇ ਕਿ ਚੰਗੀ ਸੰਤਾਨ ਕੁੱਖ ਵਿੱਚ ਪੈਰ ਧਰਦਾ ਹੈ ਤੇ ਮਾਂ ਦੇ ਵਰਤਨ ਵਿਖਾਰ ਦੇ ਵੀ ਤਬਦੀਲੀ ਆ ਜਾਂਦੀ ਏ। ਤੇ ਜਿੱਥੇ ਰਹਿਮਤਾਂ ਦਾ ਸਾਈਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਨਿਵਾਸ ਕੀਤਾ, ਉਹ ਕੁੱਖ ਤੇ ਉਹ ਸਮਾਂ ਕਿੰਨਾ ਕੁ ਭਾਗਾਂ ਵਾਲਾ ਹੋਵੇਗਾ। ਮਾਤਾ ਗੁਜਰੀ ਜੀ ਨੂੰ ਦੇਖ ਕੇ ਮਾਤਾ ਨਾਨਕੀ ਅਤ ਦੇ ਪ੍ਰਸੰਨ ਖਾਨਾ। ਜਹ ਕੈ ਇਸਤਰੀ ਜੋ ਅਵਲੋਕ ਹੈ, ਬਿਸਮੈ ਪ੍ਰੇਮ ਪਰੇ ਦੁਤਰਾਸ। ਜਿਹੜੇ ਜਿਹੜੇ ਵੀ ਮਾਤਾ ਗੁਜਰੀ ਜੀ ਨੂੰ ਦੇਖਦੇ ਨੇ ਉਹ ਪ੍ਰਸੰਨ ਹੁੰਦੇ ਨੇ, ਕਿਉਂਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਘਰ
ਦੀਨ ਦੁਨੀ ਦੇ ਸਾਈਂ ਆ ਰਹੇ ਖਾਨਾ। ਦੇਖ ਨੁਖਾ ਕੋ ਮਾਤ ਨਾਨਕੀ ਬਦਿਓ ਆਨੰਦ ਨਾਰੇ ਦੇ ਸਮਾਏ। ਉਸ ਵੇਲੇ ਮਾਤਾ ਨਾਨਕੀ ਜੀ ਜਦੋਂ ਆਪਣੀ ਨੂੰਹ ਨੂੰ ਦੇਖਦੇ ਨੇ ਤੇ ਉਹਨਾਂ ਦੇ ਅੰਦਰ ਦਾ ਚਾਅ ਚੱਲਿਆ ਨਹੀਂ ਜਾਂਦਾ। ਆਪਣੇ ਪਤੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਬਚਨ ਵੀ ਉਹਨਾਂ ਨੂੰ ਯਾਦ ਆਉਂਦੇ ਖਾਨ। ਦਾਨ ਬਹੁਤ ਰੰਕਣ ਕੋ ਦੀਨਸ ਲੇਤ ਆਸ ਕਾ ਕੋ ਹਰ ਖਾਏ। ਮਾਤਾ ਨਾਨਕੀ ਜੀ ਨੇ ਅਨੇਕਾਂ ਗਰੀਬਾਂ ਨੂੰ ਦਾਨ ਪੁੰਨ ਕੀਤਾ ਹੈ। ਲੋੜਵੰਦ ਲੋਕ ਆਉਂਦੇ ਆ, ਉਹਨਾਂ ਨੂੰ ਬਸਤਰ, ਅੰਨ, ਪੈਸਾ, ਜੋ ਕੁਛ ਵੀ ਕੋਈ ਮੰਗੇ ਮੂੰਹ ਮੰਗੀ ਰਹਿਮਤ ਮਿਲਦੀ ਹੈ। ਮਹਾਪਰਤਾਪੀ ਸੁਤ ਕੇ ਸੁਤ ਹਵੇ ਪਤ ਕੋ ਬਾਕ ਅਬੇ ਬਿਦਤਾਏ। ਤੇ ਅੱਜ ਮਾਤਾ ਨਾਨਕੀ ਜੀ ਦੇ ਕੰਨਾਂ ਵਿੱਚ ਇਹ ਆਵਾਜ਼ ਤਰਬੈਣੀ ਦੀ ਧਰਤੀ ਤੇ ਗੂੰਜਦੀ ਹੈ, ਜਿਹੜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਸੀ। ਉਹ ਕਿਹੜੀ ਗੱਲ ਸੀ ਕਿ ਜਿਹੜੀ ਅੱਜ ਵਾਰ-ਵਾਰ ਚੇਤੇ ਪਈ ਆਉਂਦੀ ਹੈ? ਅਸਲ ਵਿੱਚ ਜਿਸ ਦਿਨ ਮਾਤਾ ਨਾਨਕੀ ਜੀ ਨੇ, ਕਿਉਂਕਿ ਉਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਉਹ ਕਿਹੜੇ ਬਚਨ, ਉਹ ਕਿਹੜੀ ਗੱਲ ਜਿਹੜੀ ਮਾਤਾ ਨਾਨਕੀ ਜੀ ਨੂੰ ਪਤੀ ਦੀ ਯਾਦ ਪਈ ਆਉਂਦੀ ਹੈ? ਜਿਸ ਦਿਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਆਪਣੇ ਪੋਤੇ ਗੁਰੂ ਹਰਿ ਸਾਹਿਬ ਨੂੰ ਦੇ ਦਿੱਤੀ। ਮਾਤ ਨਾਨਕੀ ਜੀ ਨੇ ਹਜ਼ੂਰ ਨੂੰ ਪ੍ਰਸ਼ਾਦ ਪਾਣੀ ਛਕਾਉਂਦਿਆਂ ਇੱਕ ਬੇਨਤੀ ਕੀਤੀ ਸੀ, ਦਾਤਾ ਜੀ ਦੇਖੋ ਹਰ ਰਾਏ ਸਤਿਗੁਰੂ ਬਣ ਗਏ ਨੇ, ਮੇਰਾ ਪੁੱਤਰ ਇਹਦੇ ਵਿੱਚ ਈਰਖਾ ਰੱਖ ਕੇ ਨਹੀਂ, ਆਪ ਜੀ ਪਿਆਨਾ ਪੈ ਕਰਦੇ ਹੋ, ਮੇਰਾ ਪੁੱਤਰ ਤੇਗ ਬਹਾਦਰ। ਉਥੇ ਇਹ ਸ਼ਬਦ ਸਨ, ਨਾ ਤਾਂ ਕਦੀ ਕਿਸੇ ਮਸੰਦ ਨੂੰ ਮਿਲਦਾ ਹੈ, ਨਾ ਇਹ ਸੰਗਤ ਵਿੱਚ ਚੋਖਾ ਵਿਚਰਦਾ ਹੈ। ਜਦੋਂ ਕਿਤੇ ਤੁਸੀਂ ਆਪ ਜੀ ਸਾਹਮਣੇ ਹੁੰਦੇ ਹੋ ਤੇ ਮੇਰਾ ਪੁੱਤਰ ਨੀਵੀਂ ਪਾ ਕੇ ਬੈਠ ਜਾਂਦਾ ਹੈ। ਧਨ ਇਹ ਨਹੀਂ ਕਮਾਉਂਦਾ ਪਿਆ, ਸਬੰਧ ਇਹਦੇ ਲੋਕਾਂ ਨਾਲ ਨਹੀਂ, ਤੇ ਤੁਸੀਂ ਇੱਕ ਕਿਰਪਾ ਕਰਕੇ ਦੱਸੋ ਮੇਰੇ ਪੁੱਤਰ ਦਾ ਗੁਜ਼ਾਰਾ ਤੁਹਾਡੇ ਤੋਂ ਬਿਨਾ ਕਿਵੇਂ ਹੋਵੇਗਾ। ਹਜ਼ੂਰ ਉਦਨ ਤਰੁੱਠੇ ਤੇ 3 ਦਾਤਾਂ ਦਿੱਤੀਆਂ ਸਨ। ਇੱਕ ਆਪਣਾ ਖੱਤ ਪੂੰਝਣ ਵਾਲਾ ਰੁਮਾਲ ਦੇ ਦਿੱਤਾ, ਕਹਿਣ ਲੱਗੇ ਨਾਨਕੀ ਝੋਲੀ ਕਰ, ਮੈਂ ਰੁਮਾਲ ਤੇਰੀ ਝੋਲੀ ਵਿੱਚ ਪਾਣਾ ਵਾਂ। ਤੇ ਇੱਕ ਸਿੱਖ ਵਿਦਵਾਨ ਕਹਿੰਦਾ ਹੈ ਅਸਲ ਵਿੱਚ ਬਾਪੂ ਦਾ ਦਿੱਤਾ ਹੋਇਆ ਰੁਮਾਲ ਹੀ ਚਾਦਰ ਬਣ ਗਿਆ ਸੀ। ਜਿੱਦਨ ਹਿੰਦੁਸਤਾਨ ਦੀ ਪੱਤ ਦਾ ਨਗੇਜ ਹੋਣ ਲੱਗਾ ਤੇ ਬਾਪੂ ਦਾ ਰੁਮਾਲ ਚਾਦਰ ਬਣ ਗਿਆ, ਤੇ ਪੁੱਤਰ ਨੇ ਚਾਦਰ ਬਣ ਕੇ ਇਸ ਦੇਸ਼ ਦੀ, ਇਥੋਂ ਦੇ ਹਿੰਦੂ ਧਰਮ ਦੀ ਪੱਤ ਨੂੰ ਢੱਕ ਲਿਆ। ਦੂਸਰੀ ਦਾਤ ਮੇਰੇ ਕਿਰਪਾਲੂ ਜੀ ਨੇ ਦਿੱਤੀ, ਆਪਣੇ ਕੋਲੋਂ ਇੱਕ ਕਟਾਰ ਦਿੱਤੀ ਸੀ, ਕੁਝ ਖੰਜਰ ਵੀ ਕਹਿੰਦੇ ਨੇ। ਕਟਾਰ ਦਿੱਤੀ ਤੇ ਇੱਕ ਪੋਥੀ ਦਿੱਤੀ, ਤੇ ਮੁਸਕਰਾ ਕੇ ਕਿਹਾ ਨਾਨਕੀ ਸਮਾਂ ਅਜੇ ਨਹੀਂ ਆਇਆ, ਆਹ ਕਟਾਰ ਮੇਰੇ ਪੋਤੇ ਨੂੰ ਦੇਈਂ। ਜਦੋਂ ਪੋਤਾ ਸ਼ਬਦ ਸੁਣਿਆ ਤੇ ਮਨ ਚਾਹ ਵਿੱਚ ਆ ਗਿਆ ਕਿ ਆਖਰ ਮੇਰੇ ਪੁੱਤਰ ਗੁਰੂ ਤੇਗ ਬਹਾਦਰ ਜੀ ਬਣਨਗੇ। ਕਹਿਣ ਲੱਗੇ ਰੁਮਾਲ ਮੇਰੇ ਪੁੱਤਰ ਨੂੰ ਦੇਈਂ, ਕਟਾਰ ਮੇਰੇ ਪੋਤੇ ਨੂੰ ਦੇਈਂ, ਪੋਥੀ ਇਸ ਮੇਰੀ ਨੂੰਹ ਨੂੰ ਦੇਈਂ। ਇਹ ਸ਼ਬਦਾਂ ਨੂੰ ਦ੍ਰਿੜ ਕਰਕੇ ਰੱਖੇ, ਤੇਰੇ ਪੁੱਤਰ ਨੇ ਇੱਕ ਦਿਨ ਇਸ ਜੋਤ ਦਾ ਮਾਲਕ ਬਣਨਾ ਹੈ, ਪਰ ਸਮੇਂ ਤੋਂ ਪਹਿਲਾਂ ਨਹੀਂ। ਅੱਜ ਤੂੰ ਕਹਿੰਦੀ ਹੈ ਮੇਰਾ ਪੁੱਤਰ ਮਸੰਦਾਂ ਨੂੰ ਨਹੀਂ ਮਿਲਦਾ, ਮੇਰਾ ਪੁੱਤਰ ਸੰਗਤ 'ਚ ਨਹੀਂ ਵਿਚਰਦਾ। ਕਹਿਣ ਲੱਗੇ ਅਸਲ ਵਿੱਚ ਜਿਤਨਾ ਅੰਦਰ ਇਹਦਾ ਟਿਕਿਆ ਹੋਇਆ ਹੈ, ਆਉਣ ਵਾਲੇ ਸਮੇਂ ਵਿੱਚ ਜੋ ਕੁਝ ਇਹਨੇ ਕਰ ਜਾਣਾ, ਨਾ ਪਹਿਲਾਂ ਨਾਨਕੀ ਕਿਸੇ ਕੀਤਾ ਨਾ ਕੋਈ ਅਗਾਂਹ ਕਰੇਗਾ। ਤੇ ਜਿਹੜਾ ਪ੍ਰਤਾਪੀ ਪੋਤਾ ਤੇਰੇ ਘਰ ਪੈਦਾ ਹੋਣਾ, ਸੱਚ ਜਾਣੀ ਸੰਸਾਰ ਵਿੱਚ ਉਹਦਾ ਸਾਨੀ ਵੀ ਕੋਈ ਨਹੀਂ। ਆ ਕਟਾਰ ਮੇਰੇ ਪੋਤੇ ਨੂੰ ਦੇਈਂ। ਅੱਜ ਮਾਤਾ ਨਾਨਕੀ ਜੀ ਨੂੰ ਚੇਤੇ ਪਿਆ ਹੁੰਦਾ ਹੈ ਕਿ ਮਾਨੋ ਮੈਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਬੈਠੀ ਹਾਂ ਤੇ ਮੇਰੇ ਪਤੀ ਮੇਰੀ ਚੋਲੀ ਵਿੱਚ ਰੁਮਾਲ ਪੈ ਪਾਉਂਦੇ ਨੇ, ਝੋਲੀ ਵਿੱਚ ਕਟਾਰ ਪੈ ਦਿੰਦੇ ਨੇ, ਪੋਥੀ ਪੈ ਦਿੰਦੇ ਨੇ, ਤੇ ਨਾਲੇ ਕਹੀ ਜਾ ਰਿਹਾ ਨਾਨਕੀ ਸਮਾਂ ਆਵੇਗਾ ਤੇਰੇ ਘਰ ਦੇ ਅੰਦਰ ਬਿਲਕੁਲ ਵੀ ਲੱਜਿਆ ਮਹਿਸੂਸ ਨਹੀਂ ਕਰਦਾ। ਜਿੱਦਨ ਨੂੰ ਧੀ ਕਿਸੇ ਦੀ ਕੁੱਖ ਵਿੱਚ ਆ ਕੇ ਮਾਲਕ ਦੀ ਰਹਿਮਤ ਨਾਲ ਕੋਈ ਜੀ ਟਿਕੇ, ਤੇ ਉਦਨ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਦਾਤਾ ਤੂੰ ਮਿਹਰ ਕਰੀ, ਕੋਈ ਆਪਣੀ ਭਾਵਨਾ ਵਾਲਾ ਭੇਜੀ। ਹੁਣ ਦੇਖੋ ਉਧਰੇ ਵਿੱਚ ਅਜੇ ਨਿਵਾਸ ਕੀਤਾ ਹੈ, ਤੇ ਮਾਤਾ ਨਾਨਕੀ ਜੀ ਨੇ ਅੱਜ ਸਾਰੇ ਗੁਰੂ ਸਾਹਿਬਾਨਾਂ ਨੂੰ ਚੇਤੇ ਕੀਤਾ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਤੇ ਕੜਾ ਪ੍ਰਸ਼ਾਦ ਦੀ ਦੇਗ ਬਣਾਈ ਹੈ ਕਿ ਹੇ ਮੇਰੇ ਮਾਲਕਾ, ਇਹ ਸੁਭਾਗ ਘੜੀ ਆਈ ਏ, ਤੂੰ ਮਿਹਰ ਕਰੀ,
ਮੇਰੇ ਇਸ ਘਰ ਵਿੱਚ ਉਹ ਆਏ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਚਾਰ ਚੱਕਾਂ ਵਿੱਚ ਰੁਸ਼ਨਾ ਦੇਵੇ। ਅੱਜ ਮਾਤਾ ਜੀ ਨੇ ਦੇਗ ਤਿਆਰ ਕੀਤੀ, ਸਿੱਖ ਸੰਗਤ ਨੇ ਅਰਦਾਸ ਕੀਤੀ ਹੈ। ਮਹਿਮਾ ਮਹਾਪੁੱਤਰ ਕੀ ਜਾਣਤ, ਜਾਤੇ ਉਤਸਵ ਕੋ ਅਧਕਾਏ। ਮਾਤਾ ਨਾਨਕੀ ਆਪਣੇ ਪੋਤਰੇ ਦੀ ਮਹਿਮਾ ਨੂੰ ਜਾਣਦੀ ਹੈ ਤੇ ਸੱਚ ਹੈ ਮਾਤ ਨਾਨਕੀ ਤੇਰੇ ਪੋਤੇ ਦਾ ਸਾਨੀ ਇਸ ਦੁਨੀਆ ਤੇ ਕੋਈ ਨਹੀਂ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਅੱਜ ਉਹ ਗੱਲ ਦੁਹਰਾਣੀ ਚਾਹੁੰਦਾ ਵਾਂ। ਇਸ ਦੁਨੀਆ ਵਿੱਚ ਤਿੰਨ ਤਰ੍ਹਾਂ ਦੇ ਲੋਕ ਮਿਲਦੇ ਨੇ। ਇਨਸਾਨ ਸ਼ਬਦ ਅਸੀਂ ਵਰਤ ਲਈਏ। ਕੁਝ ਬੰਦੇ ਐਸੇ ਨੇ ਕਿ ਜਿਹੜੇ ਆਪ ਤਾਂ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਕਾਮਯਾਬ ਨਹੀਂ ਹੋਏ, ਤੇ ਜਿੱਥੇ ਚਾਰ ਬੰਦੇ ਖੜੇ ਹੋਣਗੇ ਉੱਥੇ ਕਹਿਣਗੇ ਮੈਂ ਫਲਾਣੇ ਦਾ ਪੋਤਾ ਵਾਂ, ਮੈਂ ਫਲਾਣੇ ਸਿੰਘ ਦਾ ਪੁੱਤਰ ਹਾਂ। ਤੇ ਲੋਕ ਕੀ ਕਰਨਗੇ? ਕਿਉਂਕਿ ਉਹਨਾਂ ਦੇ ਬਾਪ ਤੇ ਦਾਦੇ ਦਾ ਸਮਾਜ ਵਿੱਚ ਸਤਿਕਾਰ ਇੰਨਾ, ਆਪ ਉਹ ਨਿਕੰਮੇ ਨੇ। ਜਦੋਂ ਕਹਿੰਦੇ ਨੇ ਮੈਂ ਫਲਾਣੇ ਦਾ ਪੋਤਾ ਵਾਂ, ਉਹ ਕਹਿੰਦਾ ਚਲ ਆ ਜਾ, ਮੈਂ ਉਹਦਾ ਬੜਾ ਮਾਣ ਕਰਨਾ, ਉਹਦਾ ਨਾਮ ਲੈ ਦਿੱਤਾ ਤੇ ਉਸ ਪੋਤੇ ਨੂੰ ਵੀ ਸਤਿਕਾਰ ਮਿਲ ਜਾਂਦਾ। ਤਵੱਜੋ ਦਿਆ ਜੇ, ਆਪ ਉਹ ਮਹਾਨ ਨਹੀਂ, ਆਪ ਉਹਨਾਂ ਦੀ ਕੋਈ ਕੰਟਰੀਬਿਊਸ਼ਨ, ਉਹਨਾਂ ਦਾ ਕੋਈ ਯੋਗਦਾਨ ਨਹੀਂ, ਪਰ ਆਪਣੇ ਬਾਪ ਤੇ ਦਾਦੇ ਦੇ ਨਾਂ ਕਰਕੇ ਉਹ ਸਤਿਕਾਰੇ ਜਾਂਦੇ ਆ। ਕੁਝ ਸੱਜਣ ਐਸੇ ਦੁਨੀਆ ਤੇ ਆਉਂਦੇ ਆ ਜਿਨ੍ਹਾਂ ਦੇ ਬਾਪ ਦਾਦਾ ਮਹਾਨ ਨਹੀਂ, ਉਹ ਆਪ ਇੰਨੇ ਕੁ ਮਹਾਨ ਹੋ ਜਾਂਦੇ ਨੇ। ਤੇ ਜਦੋਂ ਕਿਤੇ ਉਹਨਾਂ ਦਾ ਬਾਪ ਕਿਤੇ ਖਲੋਤਾ ਕਹਿੰਦਾ ਹੈ ਕਿ ਫਲਾਣਾ ਮੇਰਾ ਪੁੱਤਰ ਹੈ, ਮੈਂ ਉਹਦਾ ਪਿਓ ਵਾਂ, ਹਾਲਾਂਕਿ ਉਹਦਾ ਆਪਣਾ ਕੋਈ ਯੋਗਦਾਨ ਨਹੀਂ, ਉਹ ਪੁੱਤਰ ਦਾ ਨਾਂ ਲੈਣ ਦੀ ਦੇਰ ਹੈ ਤੇ ਬਾਪ ਨੂੰ ਲੋਕੀ ਹੱਥਾਂ ਦੀਆਂ ਤਲੀਆਂ ਤੇ ਚੁੱਕ ਲੈਂਦੇ ਨੇ। ਤੀਸਰੀ ਤਰ੍ਹਾਂ ਦੇ ਉਹ ਲੋਕ ਨੇ ਕਿ ਜਿਹੜੇ ਆਪ ਵੀ ਮਹਾਨ ਨਹੀਂ, ਉਹਨਾਂ ਦੇ ਬਾਪ ਦਾਦੇ ਵੀ ਮਹਾਨ ਨਹੀਂ, ਪਰ ਉਹਨਾਂ ਦੀ ਆਉਣ ਵਾਲੀ ਪੀੜ੍ਹੀ ਸੰਤਾਨ ਇੰਨੀ ਮਹਾਨ ਹੁੰਦੀ ਏ, ਸੰਤਾਨ ਕਰਕੇ ਉਹ ਲੋਕ ਪੂਜੇ ਜਾਂਦੇ ਆ। ਮੈਂ ਕਹਿੰਦਾ ਖੇ ਸੱਚੇ ਪਾਤਸ਼ਾਹ ਗੁਰੂ ਕਲਗੀ ਵਾਲਿਆ, ਤੇਰੀ ਕੁੱਲ ਵਿੱਚੋਂ ਕਿਹਦਾ ਨਾਂ ਲੈ ਕੇ ਦੱਸਾਂ ਕਿੰਨੇ ਕੁ ਉਹ ਮਹਾਨ ਨੇ। ਖੇ ਮੇਰੇ ਸੱਚੇ ਪਾਤਸ਼ਾਹ ਤੇਰੀ ਕੁੱਲ ਹੈ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜਿਹੜੇ ਆਪ ਮਹਾਨ ਨੇ ਤੇ ਜਿਨ੍ਹਾਂ ਦੇ ਥਾਂ ਨੂੰ ਦੇਖ ਕੇ ਅੱਜ ਹਰ ਬੰਦਾ ਕੂਕ ਕੇ ਕਹਿੰਦਾ ਹੈ ਕਿ ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸਕਾਰਿਆ। ਜਿਨ੍ਹਾਂ ਦੇ ਥਾਂ ਨੂੰ ਦੇਖ ਕੇ ਹਰ ਕੋਈ ਉੱਚੀ ਆਵਾਜ਼ ਵਿੱਚ ਕਹਿੰਦਾ ਹੈ ਕਿ ਡਿੱਠੇ ਸਭੇ ਥਾਨ ਨਹੀਂ ਤੁਧ ਜਿਹਾ। ਹੇ ਦਾਤਾ, ਜਦੋਂ ਤੁਹਾਡੀ ਇਸੇ ਕੁੱਲ ਵਿੱਚੋਂ ਤੁਹਾਡੇ ਪੜਦਾਦੇ ਵੱਲ ਝਾਤੀ ਮਾਰਨੇ ਆ, ਗੁਰੂ ਰਾਮਦਾਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਨ ਨੇ, ਤੇ ਜਦੋਂ ਉਹਨਾਂ ਦੇ ਪੜਦਾਦੇ ਗੁਰੂ ਅਰਜੁਨ ਦੇਵ ਜੀ ਵੱਲ ਦੇਖਨੇ ਆ, ਇੱਕ ਪਾਸੇ ਬਾਣੀ ਉਚਾਰਦੇ ਨੇ ਤੇ 30 ਰਾਗਾਂ ਵਿੱਚ ਪੌਣੇ 700 ਪੰਨਾ ਗੁਰੂ ਗ੍ਰੰਥ ਸਾਹਿਬ ਦਾ ਤਕਰੀਬਨ ਬਣਦਾ ਹੈ, ਜਿਹੜੀ ਗੁਰੂ ਅਰਜੁਨ ਦੇਵ ਜੀ ਦੀ ਰਸਨਾ ਵਿੱਚੋਂ ਬਾਣੀ ਉਚਾਰਨ ਕੀਤੀ। ਹੇ ਦਾਤਾ, ਤੇਰੇ ਪੜਦਾਦਾ ਬਾਣੀ ਦੇ ਬੋਹਿਤ ਨੇ, ਕੀਰਤਨ ਦੇ ਧਣੀ ਨੇ, ਉਹਨਾਂ ਦੇ ਕੋਲ ਇੰਨੀ ਰਹਿਮਤ ਤੇ ਕੇਵਲ ਕੀਰਤਨ ਤੇ ਬਾਣੀ ਦੇ ਧਣੀ ਨਹੀਂ, ਜੇ ਗੁਰਬਾਣੀ ਦੇ ਬੋਹਿਤ ਨੇ ਤੇ ਤੱਤੀ ਤਵੀ ਤੇ ਬੈਠਦੇ ਨੇ ਤੇ ਕੁਰਬਾਨੀ ਦੇ ਪੁੰਜ ਵੀ ਨੇ। ਤੁਸੀਂ ਗੁਰੂ ਰਾਮਦਾਸ ਕਰਕੇ ਮਹਾਨ, ਆਪਣੇ ਪੜਦਾਦਾ ਧੰਨ ਗੁਰੂ ਅਰਜੁਨ ਦੇਵ ਜੀ ਕਰਕੇ ਮਹਾਨ, ਤੇ ਜਦੋਂ ਤੁਹਾਡੇ ਦਾਦਾ ਜੀ ਵੱਲ ਝਾਤੀ ਮਾਰਨੇ ਆ, ਗੁਰੂ ਹਰਗੋਬਿੰਦ ਸਾਹਿਬ ਨੇ 2 ਕਿਰਪਾਨਾਂ ਪਾਈਆਂ ਨੇ, ਅਕਾਲ ਦੇ ਤਖਤ ਤੇ ਬੈਠੇ ਨੇ। ਤੁਹਾਡੇ ਦਾਦਾ ਜੀ ਵੀ ਮਹਾਨ ਨੇ, ਜਿਨ੍ਹਾਂ ਨੂੰ ਭਾਈ ਗੁਰਦਾਸ ਕਹਿ ਰਹੇ ਨੇ ਕਿ 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਤੁਸੀਂ ਦਾਦੇ ਕਰਕੇ ਮਹਾਨ ਹੋ। ਹੇ ਸੱਚੇ ਪਾਤਸ਼ਾਹ, ਦਾਦਾ ਪੜਦਾਦੇ ਕਰਕੇ ਮਹਾਨ ਨਹੀਂ, ਕੇਵਲ ਤੁਹਾਡੇ ਪਿਤਾ ਜੀ ਵੱਲ ਤੱਕੀਏ ਤੇ ਤੁਸੀਂ ਆਪਣੀ ਰਸਨਾ ਤੋਂ ਪੇ ਫਰਮਾਉਂਦੇ ਹੋ ਕਿ ਤੇਗ ਬਹਾਦਰ ਸ਼ੀ ਕਿਰਿਆ ਕਰੀ ਨਾ ਕਿਨੂੰ ਆਨ। ਪਿਤਾ ਮਹਾਨ, ਦਾਦਾ ਮਹਾਨ, ਪੜਦਾਦਾ ਮਹਾਨ, ਕੇਵਲ ਦਾਦਾ ਪੜਦਾਦਾ ਤੇ ਪਿਤਾ ਹੀ ਮਹਾਨ ਨਹੀਂ। ਹੇ ਮੇਰੇ ਸੱਚੇ ਪਾਤਸ਼ਾਹ, ਤੇਰੇ 4 ਲਾਲਾਂ ਨੇ ਜਿਹੜੀ ਖੇਡ ਵਰਤਾ ਦਿੱਤੀ, ਤੂੰ ਪੁੱਤਰਾਂ ਕਰਕੇ ਵੀ ਮਹਾਨ ਹੈ, ਮਾਂ ਕਰਕੇ ਵੀ ਮਹਾਨ ਹੈ। ਤੇ ਸੱਚ ਜਾਣੀ 42 ਸਾਲ ਦੀ ਉਮਰ ਵਿੱਚ ਜਿਤਨੇ ਕੋ ਬਚਿੱਤਰ ਨਾਟਕ ਤੁਸੀਂ ਖੇਡ ਗਏ, ਆਪਣੀ ਜ਼ਿੰਦਗੀ ਵਿੱਚ ਤੂੰ ਆਪਣੇ ਆਪ ਵੀ ਮਹਾਨ ਹੈ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇਖੋ, ਅੱਜ ਮਾਤ ਨਾਨਕੀ ਚੇਤੇ ਵੀ ਕਰਦੀ ਏ ਬਚਨ ਕਿ ਆਪਣੇ ਪੋਤੇ ਦੀ ਆਮਦ ਤੋਂ ਪਹਿਲਾਂ ਉਹਨੇ ਦੇਗ ਬਣਾਈਏ,
ਅਕਾਲ ਪੁਰਖ ਦਾ ਸ਼ੁਕਰ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਾਰੇ ਸਰੂਪਾਂ ਨੂੰ ਯਾਦ ਪਈ ਕਰਦੀ ਹੈ। ਮਨ ਹੀ ਮਨੇ ਮਨਾਵਤ ਪ੍ਰਭ ਕੋ ਏਕੰਕਾਰ ਸਭਨ ਕੋ ਰਾਏ। ਮਨ ਹੀ ਮਨ ਵਿੱਚ ਮਾਤਾ ਨਾਨਕੀ ਪ੍ਰਭੂ ਦਾ ਸ਼ੁਕਰਾਨਾ ਪਈ ਕਰਦੀ। ਸਿਮਰਨ ਦਿਨ ਰਾਤ ਹੁਣ ਕਰਨ ਲੱਗ ਪਏ ਨੇ। ਤੇ ਮਾਤ ਗੁਜਰੀ ਜੀ ਨੇ ਪਹਿਲਾਂ ਵੀ ਸਿਮਰਨ ਉਹ ਨਿਰੰਤਰ ਕਰਦੇ ਸਨ। ਸਿੱਖ ਤਵਾਰੀਖ ਦੇ ਲਿਖਾਰੀ ਕਹਿੰਦੇ ਨੇ ਜਿਸ ਦਿਨ ਕੁੱਖ ਵਿੱਚ ਸੱਚੀ ਸਰਕਾਰ ਆਏ ਨੇ, ਮਾਤ ਗੁਜਰੀ ਜੀ ਦਾ ਕੋਈ ਵੀ ਇੱਕ ਪਲ ਗੁਰਬਾਣੀ ਤੇ ਨਾਮ ਤੋਂ ਬਿਨਾ ਵਿਅਰਥ ਨਹੀਂ ਗਿਆ। ਹਰ ਵੇਲੇ ਬਾਣੀ, ਹਰ ਵੇਲੇ ਨਾਮ, ਘਰ ਵਿੱਚ ਸਿਮਰਨ ਤੇ ਕੀਰਤਨ ਦੀ ਗੂੰਜ ਹੈ। ਕਰੋ ਮਨੋਰਥ ਪੂਰਨ ਅਬ ਮਮ ਅਬ ਰਹੋ ਪ੍ਰਤੀਖਤ ਬਰਖ ਬਤਾਏ। ਹੇ ਮੇਰੇ ਮਾਲਕ ਜੀ, ਤੁਸੀਂ ਕਰੋ ਕਿਰਪਾ, ਮੇਰੇ ਮਨ ਦੇ ਮਨੋਰਥ ਨੂੰ ਪੂਰੀਆਂ ਕਰੋ। ਮੈਂ ਕਈ ਸਾਲਾਂ ਤੋਂ ਇੰਤਜ਼ਾਰ ਪਈ ਕਰਦੀ ਸਾਂ ਕਿ ਮੇਰੇ ਪੁੱਤਰ ਦੇ ਇਸ ਘਰ ਨੂੰ ਭਾਗ ਲੱਗੇ। ਉਹ ਸੁਲੱਖਣੀ ਘੜੀ ਤੁਸੀਂ ਹੁਣ ਬਖਸ਼ਿਸ਼ ਕੀਤੀ ਹੈ। ਸਦ ਬਲਹਾਰ ਜਾਉ ਤਿਸ ਦਿਨ ਪਰ ਸੁਤ ਕੋ ਸੁਤ ਜਬ ਮੁਖ ਦਿਖ ਰਾਏ। ਮਾਤਾ ਨਾਨਕੀ ਜੀ ਕਹਿੰਦੇ ਨੇ ਮੈਂ ਉਸ ਦਿਨ ਤੋਂ ਵਾਰਨੇ ਬਲਿਹਾਰਨੇ ਜਾਵਾਂ ਜਿਸ ਦਿਨ ਮੈਂ ਆਪਣੇ ਸੁੱਤ ਦੇ ਸੁੱਤ ਦਾ ਮੁਖ ਦੇਖਣਾ ਹੈ। ਕਹਿਣ ਤੋਂ ਮੁਰਾਦ ਕਿ ਆਪਣੇ ਮੈਂ ਪੁੱਤਰ ਦੇ ਪੁੱਤਰ ਦਾ ਮੁਖ ਦੇਖਣਾ ਹੈ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉਹਨਾਂ ਦੀ ਆਮਦ ਤੋਂ ਪਹਿਲਾਂ ਇਹ ਦਾਦੀ ਦੇ ਅੰਦਰ ਦੀ ਅਰਦਾਸ ਹੈ। ਇਹ ਦਾਦੀ ਦੇ ਅੰਦਰ ਦੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਪੁਕਾਰ ਹੈ। ਗਨ ਮੰਗਲ ਕੇ ਗੁਰ ਮੰਗਲ ਰੂਪ ਮਹਾ ਉਤਾਸਨ ਕੋ ਉਤਸ਼ਾਹੂ। ਹਜ਼ੂਰ ਇਸ ਤਰਬੈਣੀ ਦੀ ਧਰਤੀ ਤੋਂ ਜਾ ਪਹੁੰਚੇ ਨੇ ਪਟਨਾ ਸਾਹਿਬ। ਉੱਥੇ ਜਦੋਂ ਹਜ਼ੂਰ ਪਹੁੰਚੇ ਨੇ, ਇਧਰ ਗੁਰੂ ਕਲਗੀਧਰ ਜੀ ਦੀ ਆਮਦ ਹੋਣੀ ਹੈ। ਸੱਚੇ ਪਾਤਸ਼ਾਹ ਜੀ ਦੇ ਅੰਦਰ ਦੇ ਦੇਸ਼ ਪ੍ਰਤੀ, ਮਜ਼ਲੂਮਾਂ ਪ੍ਰਤੀ, ਲੋੜਵੰਦਾਂ ਪ੍ਰਤੀ ਦਰਦ ਨੂੰ ਦੇਖੋ। ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰਨਾ ਹੁੰਨਾ ਕਿ ਗੁਰੂ ਤੇਗ ਬਹਾਦਰ ਜੀ ਦੇ ਘਰ ਵਿੱਚ ਕਈ ਸਾਲਾਂ ਤੋਂ ਬਾਅਦ ਅੱਜ ਮਾਲਕ ਨੇ ਸੰਤਾਨ ਦੇਣੀ ਹੈ। ਮਾਤ ਗੁਜਰੀ ਜੀ ਤੇ ਆਪਣੇ ਮਾਤਾ, ਮੈਂ ਮਾਤ ਗੁਜਰੀ ਆਪਣੇ ਲਈ ਸ਼ਬਦ ਵਰਤਿਆ, ਸਾਡੀ ਮਾਂ ਹੈ। ਮਾਤ ਗੁਜਰੀ ਆਪਣੇ ਮਹਿਲ ਨੂੰ ਤੇ ਆਪਣੀ ਮਾਤਾ ਨਾਨਕੀ ਜੀ ਨੂੰ ਪਟਨਾ ਸਾਹਿਬ ਟਿਕਾ ਦਿੱਤਾ ਹੈ। ਸਾਲਸਰਾਏ ਜੋਰੀ ਦੇ ਉਸ ਘਰ ਨੂੰ ਅੱਜ ਭਾਗ ਲੱਗਾ ਹੈ ਜਿਹੜਾ ਕਈ ਸਾਲਾਂ ਪਹਿਲਾਂ ਬਚਨ ਕਿਹਾ ਸੀ ਤੇਰੇ ਘਰ ਕਈ ਸਾਲ ਅਸੀਂ ਰਵਾਂਗੇ। ਉਸ ਘਰ ਦੇ ਵਿੱਚ ਅੱਜ ਖੇੜਾ ਆ ਗਿਆ ਹੈ। ਸਾਹਿਬ ਤੁਰਨ ਲੱਗੇ ਨੇ ਆਪ ਅਸਾਮ ਦੀ ਧਰਤੀ ਨੂੰ। ਮੈਂ ਕਹਿੰਦਾ ਕਿਹੜਾ ਗ੍ਰਿਸ਼ਤੀ ਹੈ ਜਿਹਦੇ ਘਰ ਇੰਨੇ ਸਾਲ ਬਾਅਦ ਰੱਬ ਨੇ ਪੁੱਤਰ ਦੇਣਾ ਹੋਵੇ, ਸੰਤਾਨ ਹੋਣੀ ਹੋਵੇ, ਤੇ ਆਪਣੀ ਇਸਤਰੀ ਨੂੰ, ਆਪਣੇ ਮਹਿਲ ਨੂੰ, ਆਪਣੇ ਪਰਿਵਾਰ ਨੂੰ ਛੱਡ ਕੇ ਚਲੇ ਜਾਣ। ਘਰ ਵਿੱਚ ਖੁਸ਼ੀ ਹੈ ਪਰ ਲੋਕਾਂ ਦੇ ਖੰਝੂ ਵੇਖ ਕੇ ਆਪਣੇ ਘਰ ਦੀ ਖੁਸ਼ੀ ਵੀ ਉਹਨਾਂ ਦੇ ਖੰਝੂਆਂ ਤੋਂ ਵਾਰਦੇ ਪਏ। ਪਿਤਾ ਜੀ ਅਸਾਮ ਨੂੰ ਜਾਂਦੇ ਪਏ ਨੇ। ਮਾਤਾ ਨਾਨਕੀ ਜੀ ਨੂੰ ਘਰ ਪਿੱਛੇ ਟਿਕਾ ਦਿੱਤਾ ਹੈ, ਮਾਤਾ ਗੁਜਰੀ ਜੀ ਦੇ ਕੋਲ। ਤੀਜੇ ਨੇ ਮਾਮਾ ਕਿਰਪਾਲ ਚੰਦ ਦੀ ਘਰ ਅੰਦਰ, ਤੇ ਚੌਥੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਹੁਣਾਂ ਦੇ ਵੱਡੇ ਭਰਾਤਾ ਭਾਈ ਦਿਆਲ ਦਾਸ ਜੀ, ਭਾਈ ਦਿਆਲਾ ਜੀ, ਜਿਹੜੇ ਦੇਗ ਵਿੱਚ ਉਬਾਲੇ ਗਏ। ਤੇ ਕਈ ਵਾਰੀ ਸੋਚਣਾ ਭਾਈ ਮਨੀ ਸਿੰਘ ਜੀ ਤੁਹਾਡੇ ਚਰਨਾਂ ਤੋਂ ਕੁਰਬਾਨ ਜਾਈਏ। ਚਾਹੀਦਾ ਹੈ ਇਕੱਲਾ ਭਾਈ ਮਨੀ ਸਿੰਘ ਦੇ ਪਰਿਵਾਰ ਦਾ ਦਿਨ ਮਨਾਣਾ। ਭਾਈ ਦਿਆਲਾ ਜੀ ਘਰ ਨੇ ਪਟਨਾ ਸਾਹਿਬ ਦੀ ਧਰਤੀ ਤੇ ਹਜ਼ੂਰ ਜੀ ਭਾਈ ਦਿਆਲਾ ਜੀ ਨੂੰ ਭਈਆ ਜੀ ਕਹਿ ਕੇ ਪੁਕਾਰਦੇ ਸਨ। ਇਹਦਾ ਮਤਲਬ ਭਰਾ ਕਹਿ ਕੇ ਬੁਲਾਉਂਦੇ ਸਨ। ਤੇ ਜਦੋਂ ਹੁਕਮਨਾਮੇ ਪਟਨਾ ਦੀ ਧਰਤੀ ਤੇ ਲਿਖਦੇ ਨੇ ਨਾ, ਤੇ ਸਤਿਗੁਰੂ ਪਤਾ ਕੀ ਲਿਖਦੇ ਆ ਕਿ ਭਾਈ ਦਿਆਲੇ ਕਾ ਕਹਿਆ ਹੋਇਆ ਗੁਰੂ ਜੀ ਕਾ ਕਹਿਆ ਹੋਇਆ ਸਮਝਣਾ। ਭਾਈ ਦਿਆਲੇ ਕਾ ਕਹਿਆ ਹੋਇਆ ਸਾਡਾ ਕਹਿਆ ਹੋਇਆ ਸਮਝਣਾ। ਪਤਾ ਨਹੀਂ ਇਸ ਘਰ ਦਾ ਗੁਰੂ ਘਰ ਨਾਲ ਕਿੰਨਾ ਕੁ ਪਿਆਰ ਹੈ। ਜੇ ਕਿਤੇ ਦੇਖਨੇ ਆ ਸਰਸਾ ਨਦੀ ਦਾ ਕਿਨਾਰਾ ਹੈ, ਮੈਂ ਖਿੰਨ ਵਿੱਚੋਂ ਨਿਕਲਿਆ, ਮੈਨੂੰ ਖਿਮਾ ਕਰਿਓ, ਇਹ ਜ਼ਰੂਰੀ ਸੀ ਕਹਿਣਾ। ਸਰਸਾ ਨਦੀ ਦਾ ਕਿਨਾਰਾ ਹੈ। ਆਨੰਦਪੁਰ ਸਾਹਿਬ ਤੋਂ ਸਰਸਾ ਤੱਕ ਆਉਂਦਿਆਂ ਇਸ ਕਾਫਲੇ ਦਾ ਪਹਿਲਾ ਸ਼ਹੀਦ ਭਾਈ ਸਾਹਿਬ ਭਾਈ ਉਦਾ ਸਿੰਘ ਹੈ, ਤੇ ਭਾਈ ਉਦਾ ਸਿੰਘ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸਪੁੱਤਰ ਹੈ। ਉਸ ਕਾਫਲੇ ਦਾ ਪਹਿਲਾ ਸ਼ਹੀਦ ਭਾਈ ਉਦਾ ਸਿੰਘ। ਉਹ ਕਿਵੇਂ ਸ਼ਹੀਦ ਹੋਏ? ਜਦੋਂ ਸਰਸਾ ਦੇ ਕਿਨਾਰੇ ਦੀਵਾਨ ਲੱਗਾ, ਦੁਸ਼ਮਣ ਧਾਈ ਕਰਕੇ ਬਾਬਾ ਅਜੀਤ ਸਿੰਘ ਨੂੰ ਘੇਰਨ ਲੱਗਾ, ਤੇ ਭਾਈ ਮਨੀ ਸਿੰਘ ਦੇ ਪੁੱਤਰ ਨੇ ਸੀਨਾ ਢਾ ਦਿੱਤਾ। ਆਪ ਤਾਂ ਸ਼ਹੀਦ ਹੋ ਗਏ ਪਰ ਗੁਰੂ ਕੇ ਪੁੱਤਰ ਨੂੰ ਇੱਕ ਝਰੀਟ ਤੱਕ ਨਹੀਂ ਆਉਣ ਦਿੱਤੀ।
ਇਸ ਕਾਫਲੇ ਦਾ ਪਹਿਲਾ ਸ਼ਹੀਦ ਭਾਈ ਮਨੀ ਸਿੰਘ ਦਾ ਸਕਾ ਪੁੱਤਰ ਹੈ। ਅਸੀਂ ਦੇਖਨੇ ਆ ਕਿ ਦੁਨੀ ਚੰਦ ਵਰਗੇ ਭੱਜ ਗਏ ਨੇ ਤੇ ਬਚਿੱਤਰ ਸਿੰਘ ਵਰਗੇ ਨਾਗਨੀ ਪਕੜ ਕੇ ਹਾਥੀ ਦਾ ਸਿਰ ਤਵੀਆਂ ਪੇ ਪਾੜਦੇ ਨੇ। ਇਹ ਬਚਿੱਤਰ ਸਿੰਘ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪੁੱਤਰ ਨੇ। ਉਸ ਤੋਂ ਅੱਗੇ ਚੱਲੋ, ਆਲਮਗੀਰ ਦੀ ਧਰਤੀ ਤੇ ਸੱਚੀ ਸਰਕਾਰ ਪਏ ਆਉਂਦੇ ਨੇ। ਭਾਈ ਨਗਾਈਆ ਜੀ ਆਏ ਨੇ, ਦੇਖ ਕੇ ਸੱਚੇ ਪਾਤਸ਼ਾਹ ਨੂੰ ਘੋੜਾ ਪੈ ਭੇਟ ਕਰਦੇ ਨੇ। ਇਹ ਭਾਈ ਨਗਾਈਆ ਜੀ ਭਾਈ ਮਨੀ ਸਿੰਘ ਦੇ ਸਕੇ ਭਰਾ ਨੇ। ਧਿਆਨ ਦਿਓ, ਲੱਖੀ ਸ਼ਾਹ ਵਣਜਾਰਾ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਪਿਆ ਕਰਦਾ ਹੈ। ਇਹ ਕੋਈ ਹੋਰ ਨਹੀਂ, ਇਹ ਭਾਈ ਮਨੀ ਸਿੰਘ ਦੇ ਸਹੁਰਾ ਨੇ, ਕਿਉਂਕਿ ਇਹਨਾਂ ਦੀ ਬੱਚੀ ਬੀਬੀ ਸੀਤੋ ਬਾਈ ਭਾਈ ਮਨੀ ਸਿੰਘ ਉਹਨਾਂ ਨਾਲ ਵਿਆਹੀ ਹੋਈ ਹੈ। ਅੱਜ ਇਸ ਘਰ ਦਾ ਕਿੰਨਾ ਕੁ ਪਿਆਰ ਹੈ ਗੁਰੂ ਘਰ ਨਾਲ। ਖਜ਼ੂਰ ਤੁਰ ਲੱਗੇ, ਭਾਈ ਦਿਆਲ ਦਾਸ, ਮਾਮਾ ਕਿਰਪਾਲ ਚੰਦ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਇਹਨਾਂ ਨੂੰ ਪਿੱਛੇ ਛੱਡਿਆ ਤੇ ਨਾਲ ਇਹ ਕਹਿ ਕੇ ਗਏ ਆ। ਕੁਝ ਵਿਦਵਾਨ ਕਹਿੰਦੇ ਆ ਢਾਕੇ ਤੋਂ ਕਿਹਾ, ਪਰ ਹਕੀਕਤ ਇਹ ਵੇ ਤੁਰਨ ਲੱਗਿਆ ਕਿਹਾ ਉਸ ਅਕਾਲ ਨੇ ਪੁੱਤਰ ਦੀ ਦਾਤ ਦੇਣੀ ਹੈ ਤੇ ਮੇਰੇ ਪੁੱਤਰ ਦਾ ਨਾਮ ਗੋਬਿੰਦ ਦਾਸ ਰੱਖਿਓ। ਕਈ ਹੁਕਮਨਾਮਿਆਂ ਵਿੱਚ ਗੋਬਿੰਦ ਦਾਸ ਸ਼ਬਦ ਮਿਲਦਾ ਹੈ, ਪਰ ਪ੍ਰਚਲਿਤ ਇਹ ਹੋ ਚੁੱਕਾ ਹੈ ਕਿ ਮੇਰੇ ਪੁੱਤਰ ਦਾ ਨਾਮ ਗੋਬਿੰਦ ਰਾਏ ਰੱਖਣਾ। ਤੁਰ ਲੱਗਿਆ ਕਿ ਮੇਰੇ ਪੁੱਤਰ ਦਾ ਨਾਮ ਗੋਬਿੰਦ ਰਾਏ ਰੱਖਣਾ। ਹਜ਼ੂਰ ਪਟਨਾ ਸਾਹਿਬ ਦੀ ਧਰਤੀ ਤੋਂ ਚੱਲ ਪਏ ਆ। ਗੁਰੂ ਤੇਗ ਬਹਾਦਰ ਜੀ, ਇਹ ਪਰਿਵਾਰ ਉਸ ਦਿਨ ਦੀ ਇੰਤਜ਼ਾਰ ਪਿਆ ਕਰਦਾ ਹੈ ਜਦੋਂ ਗੁਰੂ ਕਲਗੀਧਰ ਜੀ ਨੇ ਅੱਜ ਪ੍ਰਗਟ ਹੋਣਾ ਹੈ। ਪੋਹ ਸੁਦੀ ਸਪਤਮੀ ਆਉਂਦੀ ਪਈ ਏ। 22 ਦਸੰਬਰ ਸਨ 1666 ਦਾ ਦਿਨ ਪਿਆ ਹੁੰਦਾ ਹੈ। ਹੁਣ ਕਵੀ ਜੀ ਨੇ ਆਗਮਨ ਤੋਂ ਪਹਿਲਾਂ ਮੇਰੇ ਗੁਰੂ ਕਾ ਮੰਗਲ ਕੀਤਾ ਹੈ ਕਿ ਖੇ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਕੌਣ ਹੋ। ਉਹ ਮੰਗਲ ਕਰਦਿਆਂ ਕਹਿ ਰਹੇ ਨੇ, ਖੁਸ਼ੀਆਂ ਵਿੱਚੋਂ ਵੱਡੀ ਖੁਸ਼ੀ ਹੈ ਗੁਰੂ ਗੋਬਿੰਦ ਸਿੰਘ। ਇਹਦਾ ਅਰਥ ਜਿਸ ਨੂੰ ਕਿਤੋਂ ਵੀ ਖੁਸ਼ੀ ਨਹੀਂ ਮਿਲਦੀ, ਗੁਰੂ ਗੋਬਿੰਦ ਸਿੰਘ ਦੇ ਚਰਨ ਪਕੜੋ, ਉਹ ਖੁਸ਼ੀਆਂ ਵਿੱਚੋਂ ਵੱਡੀ ਖੁਸ਼ੀ ਦਿੰਦੇ ਨੇ। ਗੁਰੂ ਗੋਬਿੰਦ ਸਿੰਘ ਉਤਸ਼ਾਹ ਦੇ ਮਹਾਨ ਉਤਸ਼ਾਹ ਨੇ। ਉਹਨਾਂ ਕੋਲ ਕੇਵਲ ਖੇੜੇ ਤੇ ਖੁਸ਼ੀਆਂ ਹਨ। ਸਭ ਤੇਜਨ ਕੇ ਅਤ ਤੇਜਿਤ ਬੇ, ਸਭ ਊਜਨ ਊਜ ਗਰੂਰਨ ਗਾਹੂ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਉਹ ਤੇਜ ਵਿੱਚੋਂ ਮਹਾਨ ਤੇਜ ਨੇ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜਿਤਨੇ ਮਰਜੀ ਬਾਹੂ ਬਲੀ ਆ ਜਾਣ, ਤਾਕਤਾਂ ਵਿੱਚੋਂ ਸਭ ਤੋਂ ਵੱਡੀ ਤਾਕਤ ਦੇ ਮਾਲਕ ਹਨ। ਸਭ ਆਦ ਮੇਰੇ ਜਾਤ ਟਿਕਾਵਨ ਕੋ, ਬਿਗਸਾਵਨ ਸੰਤਨ ਕੋ ਰਿਪਦਾਹੂ। ਕਹਿਣ ਲੱਗੇ ਉਹ ਆਏ ਨੇ ਧਰਮ ਦੀ ਮਰਿਆਦਾ ਨੂੰ ਟਿਕਾਣ ਲਈ, ਉਹ ਆਏ ਨੇ ਰੱਬ ਦੇ ਸੰਤ ਜਨਾਂ ਨੂੰ ਉਭਾਰਨ ਦੇ ਲਈ, ਉਹ ਆਏ ਨੇ ਜ਼ੁਲਮ ਦੀਆਂ ਜੜ੍ਹਾਂ ਨੂੰ ਅਖੇੜਨ ਦੇ ਲਈ। ਤੁਰ ਕਾਰਨ ਤੂਰ ਜਰ ਨਾਸਨ ਕੋ, ਅਵਤਾਰ ਉਦਾਰ ਲਿਓ ਜਗ ਮਾਹੂ। ਕਹਿੰਦੇ ਨੇ ਜ਼ਾਲਮ ਜਿਹੜੇ ਕਈ ਸਦੀਆਂ ਤੋਂ ਜ਼ੁਲਮ ਪੈ ਕਰਦੇ ਨੇ, ਉਹਨਾਂ ਦੀਆਂ ਜੜ੍ਹਾਂ ਨੂੰ ਖਿਲਾਉਣ ਵਾਲੇ ਆਏ ਨੇ ਗੁਰੂ ਗੋਬਿੰਦ ਸਿੰਘ ਜੀ। ਉਹ ਆਉਂਦੇ ਪਏ ਨੇ ਜਿਹੜੇ ਤੇਜ ਦੇ ਮਹਾ ਤੇਜ ਨੇ, ਓਜ ਦੇ ਮਹਾ ਓਜ ਨੇ, ਮੰਗਲ ਦੇ ਮਹਾ ਮੰਗਲ ਨੇ, ਉਤਸ਼ਾਹ ਦੇ ਮਹਾ ਉਤਸ਼ਾਹ ਨੇ, ਤੇ ਜਿਹੜੇ ਖੰਕਾਰੀਆਂ ਦੀਆਂ ਗਰਦਨਾਂ ਨੂੰ ਮਰੋੜਨ ਵਾਲੇ ਨੇ, ਦੁਸ਼ਟਾਂ ਨੂੰ ਖਪਾਉਣ ਵਾਲੇ ਨੇ। ਉਹ ਗੁਰੂ ਕਲਗੀਧਰ ਜੀ ਦੀ ਆਮਦ ਪਈ ਹੁੰਦੀ ਏ। ਤੇ ਕਵੀ ਜੀ ਕਹਿੰਦੇ ਨੇ, ਆਓ ਉਸ ਗੁਰੂ ਦੇ ਆਉਣ ਤੋਂ ਪਹਿਲਾਂ ਉਹਦੀ ਸਿਫਤ ਜ਼ਰੂਰ ਕਰੀਏ। ਸਰਦੂਲ ਕਤੂਲ ਭੂਲ ਪਏ, ਪ੍ਰਤਕੂਲ ਨਦੀ ਗਿਰ ਰਾਜਨ ਕੋ। ਗੁਰੂ ਗੋਬਿੰਦ ਸਿੰਘ ਉਸ ਸ਼ੇਰ ਦੀ ਤਰ੍ਹਾਂ ਨੇ ਜਿਹੜਾ ਨਦੀ ਦੇ ਵਿੱਚ ਚੱਲਦਾ ਹੈ, ਪਰ ਇਹ ਨਹੀਂ ਕਿ ਜਿੱਧਰ ਪਾਣੀ ਦਾ ਪ੍ਰਵਾਹ ਹੋਵੇ ਤੇ ਸ਼ੇਰ ਉਧਰ ਨੂੰ ਚਲਿਆ ਜਾਏ। ਆਪ ਨੂੰ ਪਤਾ ਹੈ ਕਿ ਜਦੋਂ ਸ਼ੇਰ ਕਿਸੇ ਨਦੀ ਵਿੱਚ ਚੱਲਦਾ ਹੈ, ਉਹ ਹਮੇਸ਼ਾ ਪਾਣੀ ਤੋਂ ਉਲਟ ਚੱਲਦਾ ਹੈ। ਜਿੱਧਰ ਪਾਣੀ ਵਹਿੰਦਾ ਹੈ ਉਧਰ ਮੂੰਹ ਕੱਲ ਕੇ ਨਹੀਂ ਚੱਲਦਾ। ਕਹਿਣ ਲੱਗੇ ਇਥੋਂ ਦੇ ਪਖੰਡੀ ਪਹਾੜੀ ਰਾਜੇ ਇਹ ਮਾਨੋ ਨਦੀ ਦੀ ਤਰ੍ਹਾਂ ਨੇ। ਖੁਸ਼ਾਮਦੀ ਲੋਕ ਤਾਂ ਇਹਦੇ ਵਿੱਚ ਵਹਿ ਜਾਣਗੇ, ਪਰ ਗੁਰੂ ਗੋਬਿੰਦ ਸਿੰਘ ਸ਼ੇਰ ਦੀ ਤਰ੍ਹਾਂ ਇਹਨਾਂ ਤੋਂ ਉਲਟਾ ਮੁਖ ਕਰਕੇ ਅਕਾਲ ਪੁਰਖ ਵਾਲੇ ਪਾਸੇ ਚੱਲਣਗੇ। ਇਹਨਾਂ ਦੰਭੀਆਂ ਤੇ ਪਖੰਡੀਆਂ ਦੀ ਬੋਲੀ ਕਦੀ ਨਹੀਂ ਬੋਲਣਗੇ। ਸ਼ੇਰ ਦੀ ਤਰ੍ਹਾਂ ਨੇ, ਪਹਾੜੀ ਨਦੀ ਦੀ ਤਰ੍ਹਾਂ ਨੇ, ਤੇ ਨਦੀ ਦੇ ਪ੍ਰਤਕੂਲ ਹਜ਼ੂਰ ਚੱਲਣ ਆਏ ਹਾਂ। ਹਿੰਦਵਾਨ ਤੀਰਥ ਪਾਵਨ ਕੋ, ਥਿਰ ਤਾਵਨ ਕੋ, ਅਗਮਾਂਜਨ ਕੋ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਹਿੰਦੂ ਧਰਮ ਦੇ ਰਕਸ਼ਕ ਬਣ ਕੇ ਆਏ ਆ। ਪਿਤਾ ਨੂੰ ਤਿਲਕ ਤੇ ਜੰਨੂ ਦੀ ਖਾਤਰ ਤੋਰਨ ਵਾਲੇ ਆ। ਇੱਥੇ ਦੰਭ ਤੇ ਪਖੰਡ ਨੂੰ ਉਪਾੜਨ ਆਏ ਹਾਂ। ਸਰਬੋਤਮ ਖਾਲਸਾ ਪੰਥ ਸਤੇਜ, ਮੇਵ ਹਵੇ ਆਪ ਸਾਜਨ ਕੋ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਸਰਬੋਤਮ ਪੰਥ
ਖਾਲਸਾ ਪੰਥ ਨੂੰ ਸਾਜਣ ਆਏ ਆ, ਜਿਹਦਾ ਓਜ, ਜਿਹਦੀ ਤਾਕਤ, ਜਿਹਦਾ ਬਲ, ਜਿਹਦਾ ਕਿਰਦਾਰ, ਜਿਹਦਾ ਹੌਸਲਾ, ਜਿਹਦੀ ਦ੍ਰਿੜਤਾ ਨੂੰ ਦੇਖ ਕੇ ਵੱਡੇ ਵੱਡੇ ਲੋਕ ਦੰਗ ਰਹਿ ਜਾਣਗੇ। ਕਵ ਸਿੰਘ ਕਹੇ ਅਵਤਾਰ ਪਇਓ ਹਮ, ਜੈਸੇ ਗਰੀਬ ਨਵਾਜਨ ਕੋ। ਕਵੀ ਸੰਤੋਖ ਸਿੰਘ ਕਹਿੰਦੇ ਨੇ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਆਏ ਨੇ ਮੇਰੇ ਵਰਗੇ ਰੁਲਦੇ ਗਰੀਬ ਕਵੀ ਨੂੰ ਨਿਵਾਜਣ ਵਾਸਤੇ। ਹੇ ਗੁਰੂ ਗੋਬਿੰਦ ਸਿੰਘ, ਤੁਸੀਂ ਮੇਰੇ ਵਰਗੇ ਰੁਲਦੇ ਨੂੰ ਨਿਵਾਜਣ ਆਏ ਕੋ, ਤੇਰੇ ਵਰਗਾ ਗਰੀਬ ਨਿਵਾਜ ਕੋਈ ਨਹੀਂ। ਹਕੀਕਤ ਇਹ ਵੇ ਕਿ ਜਿੱਦਨ ਕਵੀ ਜੀ ਨੇ ਗ੍ਰੰਥ ਪੂਰਾ ਕੀਤਾ ਹੈ ਨਾ, ਉਦੋਂ ਇਹਨਾਂ ਦੀ ਜ਼ਬਾਨ ਤੇ ਅੰਤਲੇ ਸਮੇਂ ਇੱਕ ਆਪਣਾ ਦੋਹਰਾ ਟਿਕਿਆ ਹੁੰਦਾ ਸੀ। ਉਹ ਦੋਹਰਾ ਸੀ, ਅਬ ਆਨ ਕੀ ਆਸ ਨਿਰਾਸ ਭਈ, ਕਲਗੀਧਰ ਬਾਸ ਕੀ ਉਹ ਮਨ ਮਾਹੀ। ਕਲਗੀਧਰ ਦਾ ਨਾਂ ਲੈ ਕੇ ਅੱਖਾਂ ਭੇਜ ਜਾਂਦੀਆਂ ਸਨ ਕਵੀ ਜੀ ਦੀਆਂ। ਕਹਿੰਦੇ ਹੁਣ ਬਾਕੀ ਸਾਰਿਆਂ ਦੀ ਆਸ ਚਲੀ ਗਈ, ਕਲਗੀ ਵਾਲਿਆ ਹੁਣ ਤੇਰੀਆਂ ਆਸਾਂ ਨੇ। ਇਹ ਸ਼ਬਦ ਕਹਿੰਦੇ ਆ ਕਵੀ ਜੀ ਨੇ ਅੰਮ੍ਰਿਤ ਵੇਲੇ ਆਪਣਾ ਸਰੀਰ ਤਿਆਗ ਦਿੱਤਾ ਸੀ। ਕਹਿਣ ਲੱਗੇ ਸਤਿਗੁਰੂ, ਤੂੰ ਜ਼ੁਲਮ ਦੀਆਂ ਜੜ੍ਹਾਂ ਉਖਾੜਨ ਲਈ ਆਇਆ ਹੈ। ਸਾਡੇ ਵਰਗੇ ਰੁਲਦੇ ਕਵੀ ਜਿਨ੍ਹਾਂ ਦੇ ਘਰ ਰੋਟੀ ਨਹੀਂ ਪੱਕਦੀ, ਗਰੀਬਾਂ ਨੂੰ ਨਿਵਾਜਣ ਵਾਸਤੇ ਆ ਗਿਆ ਹੈ। ਤੇਰੇ ਵਰਗਾ ਕੋਈ ਹੋਰ ਗਰੀਬ ਨਿਵਾਜ ਨਹੀਂ। ਸਭ ਨਿੰਦਕ ਮੋਦਕ ਮੋਦਨ ਕੋ ਬਨ, ਦੰਬ ਅਲੂਕ ਦੁਰੇ ਸਮੁਦਾਏ। ਹੇ ਸਤਿਗੁਰੂ, ਜਿਹੜੇ ਨਿੰਦਕ ਨੇ ਉਹਨਾਂ ਨਿੰਦਕਾਂ ਦੇ ਮੂੰਹ ਨੂੰ ਭਵਾਨ ਲਈ, ਜਿਹੜੇ ਪਖੰਡੀ ਉੱਲੂਆਂ ਦੀ ਤਰ੍ਹਾਂ ਨੇ। ਕਿਉਂਕਿ ਜਦੋਂ ਸੂਰਜ ਚੜ੍ਹਦਾ, ਜਿਹੜੀ ਰਾਤ ਨੂੰ ਕੁੰਮੀ ਖਿੜਦੀ ਹੈ ਨਾ, ਕੰਮੀ, ਉਹ ਦੇਖ ਕੇ ਸੂਰਜ ਨੂੰ ਆਪਣੇ ਆਪ ਨੂੰ ਸੰਗੋੜ ਲੈਂਦੀ ਹੈ। ਜਿਹੜੇ ਉੱਲੂ ਨੇ ਉਹ ਰਾਤ ਦੇ ਹਨੇਰੇ ਵਿੱਚ ਖੁਸ਼ ਨੇ, ਦਿਨੇ ਜਦੋਂ ਚਾਨਣ ਚੜ੍ਹਦਾ ਤੇ ਉਹਨਾਂ ਨੂੰ ਦਿਸਣਾ ਬੰਦ ਹੋ ਜਾਂਦਾ। ਗੁਰੂ ਗੋਬਿੰਦ ਸਿੰਘ ਸੂਰਜਵਤ ਆਏ ਨੇ, ਨਿੰਦਕ ਪਖੰਡੀ ਉੱਲੂ ਦੀ ਤਰ੍ਹਾਂ ਦੇਖ ਕੇ ਨਿਰਾਸ਼ ਹੁੰਦੇ ਹਨ। ਭਗਤੀ ਅਤੇ ਆਤਪ ਕੋ ਵਿਸਤਾਰਨ, ਤਾਰਨ ਕੋ ਗਰਬੀ ਨ ਦਸਾਏ। ਹੇ ਸੱਚੇ ਪਾਤਸ਼ਾਹ, ਤੁਸੀਂ ਭਗਤੀ ਦੀ ਧੁੱਪ ਤੁਹਾਡੇ ਸੂਰਜ ਕਿਲੋ ਨਿਕਲਣੀ ਹੈ ਤੇ ਤੁਸੀਂ ਰਹਿਮਤਾਂ ਇੰਨੀਆਂ ਕਰਨ ਆਇਓ ਕਿ ਅਨੇਕਾਂ ਜੀਵ ਜਿਹੜੇ ਨੇ ਉਹਨਾਂ ਦਾ ਪਾਰ ਉਤਾਰਾ ਹੋਣਾ, ਤੇਰਾ ਪ੍ਰਕਾਸ਼ ਹੋਵੇਗਾ। ਤੇ ਜਿਹੜੇ ਹੰਕਾਰੀ ਤਾਰਿਆਂ ਦੀ ਤਰ੍ਹਾਂ ਮਾਣ ਪੈ ਕਰਦੇ ਨੇ, ਇੱਕ ਵਾਰੀ ਤੇਰਾ ਚਾਨਣ ਹੋ ਗਿਆ ਤੇ ਹੰਕਾਰੀ ਤਾਰਿਆਂ ਦੇ ਜਾਂਦਿਆਂ ਦੇਰ ਕੋਈ ਨਹੀਂ ਲੱਗਣੀ। ਸੂਰਜ ਨਾਲ ਤੁਲਨਾ ਪੈ ਦਿੰਦੇ ਆ ਕਿ ਤੇਰੀ ਧੁੱਪ ਨਾਮ ਦੀ ਹੈ ਜਿਹੜੀ ਕਮਲ ਵਰਗੇ ਸਿੱਖਾਂ ਨੂੰ ਖੇੜਾ ਦੇਗੀ। ਉੱਲੂ ਜਿਹੜੇ ਨੇ ਤੇਰੀ ਧੁੱਪ ਨੂੰ ਦੇਖ ਕੇ ਨਿਰਾਸ਼ ਹੋਣਗੇ, ਤੇਰੇ ਸਿੱਖ ਜਿਹੜੇ ਨੇ ਉਹ ਪ੍ਰਫੁੱਲਤ ਹੋਣਗੇ, ਨਿੰਦਕ ਜਿਹੜੇ ਨੇ ਉਹ ਉਦਾਸ ਹੋਣਗੇ। ਹੁਣ ਉਹ ਘੜੀ ਸੁਲੱਖਣੀ ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਆਉਣ ਲੱਗੀ ਹੈ। ਅੱਜ ਪਟਨਾ ਸਾਹਿਬ ਦੀ ਧਰਤੀ ਤੇ ਮਾਤਾ ਗੁਜਰੀ ਜੀ ਦਾ ਅੰਦਰ ਉਤਸ਼ਾਹ ਨਾਲ ਭਰਿਆ। ਤੁਸੀਂ ਤਵੱਜੋ ਦਿਆ ਜੇ। ਮਾਤ ਨਾਨਕੀ ਉਸ ਅਕਾਲ ਪੁਰਖ ਦੇ ਸ਼ੁਕਰ ਵੀ ਜੁੜੀਏ। ਅੱਜ ਢਾਕੇ ਦੀ ਧਰਤੀ ਤੇ ਸ਼ਾਮ ਪਈਏ, ਗੁਰੂ ਤੇਗ ਬਹਾਦਰ ਜੀ ਦਾ ਸਿੱਖ ਆਸਨ ਲਾਣ ਲੱਗਿਆ ਤੇ ਹਜ਼ੂਰ ਸੱਚੀ ਸਰਕਾਰ ਨੇ ਕਿਹਾ ਅੱਜ ਵਿਸ਼ਰਾਮ ਲਈ ਆਸਨ ਨਹੀਂ, ਅੱਜ ਚੌਂਕੜਾ ਮਾਰ ਕੇ ਅਕਾਲ ਦਾ ਸ਼ੁਕਰ ਕਰਨ ਵਾਸਤੇ ਆਸਨ ਲਾ ਦਿਓ। ਹੁਣ ਸਮਰੱਥ ਗੁਰੂ ਨੇ ਪੁੱਤਰ ਦੀ ਆਮਦ ਹੋਣੀ ਹੈ। ਮੈਂ ਕਹਿੰਦਾ ਦਾਤਿਆ, ਸਾਨੂੰ ਜਾਣ ਦੀ ਤੇ ਆਉਣ ਦੀ ਜੁਗਤ ਸਮਝਾ ਦੇ। ਸਾਨੂੰ ਜਨਮ ਦੇ ਸਮਝ ਵੀ ਨਹੀਂ ਪਈ ਤੇ ਸਾਨੂੰ ਮੌਤ ਦੀ ਸਮਝ ਵੀ ਨਹੀਂ ਪਈ। ਹੇ ਦਾਤਾ, ਤੇਰੇ ਘਰ ਪੁੱਤਰ ਆਉਂਦਾ, ਸਾਰੀ ਰਾਤ ਸ਼ੁਕਰ ਕਰਦੇ ਹੋ ਤੇ ਤੇਰੇ ਪੁੱਤਰ ਦੇ ਪੁੱਤਰ ਸਵੇਰੇ ਸ਼ਹੀਦ ਹੋਣੇ ਨੇ, ਉਹ ਵੀ ਸਾਰੀ ਰਾਤ ਜੋਗ ਕੇ ਅਕਾਲ ਦਾ ਸ਼ੁਕਰ ਹੀ ਪੈ ਕਰਦੇ। ਗੁਰੂ ਨੂੰ ਆਉਣ ਦਾ ਵੀ ਪਤਾ ਹੈ ਤੇ ਜਾਣ ਦਾ ਵੀ ਪਤਾ ਹੈ। ਗੁਰੂ ਤੇਗ ਬਹਾਦਰ ਦੀ ਚੌਂਕੜਾ ਮਾਰ ਕੇ ਬੈਠ ਗਏ ਉਹ ਸਤਿਗੁਰੂ ਜਿਹੜੇ ਖੁਦ ਕਹਿੰਦੇ ਆ ਸਾਧੋ ਗੋਬਿੰਦ ਕੇ ਗੁਣ ਗਾਵੋ। ਉਹ ਅੱਜ ਗੋਬਿੰਦ ਦੇ ਗੁਣ ਗਾਉਣ ਗਾਣ ਲੱਗੇ ਆ। ਜਿਹੜੇ ਖੁਦ ਕਹਿੰਦੇ ਆ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ ਵਾਲੇ ਸ਼ਬਦ ਦੀ ਵਿਆਖਿਆ ਕਰਦੇ ਆ। ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ। ਤੇ ਅਜੋ ਜਦੋਂ ਆਪਾਂ ਪੜ੍ਹਨੇ ਆ ਬਚਨ, ਕਹਿਣ ਲੱਗੇ ਰੱਬ ਨਾਲ ਪ੍ਰੀਤ ਕਰ, ਕੰਨਾਂ ਨਾਲ ਉਹਦੇ ਜਸ ਨੂੰ ਸੁਣ ਤੇ ਰਸਨਾ ਨਾਲ ਗਾ। ਗੁਰੂ ਤੇਗ ਬਹਾਦਰ ਜੀ ਢਾਕੇ ਦੀ ਧਰਤੀ ਤੇ ਬਿਰਾਜਮਾਨ ਨੇ। ਇਧਰ ਪਟਨਾ ਸਾਹਿਬ ਦੀ ਧਰਤੀ ਤੇ ਰਾਤ ਚਹਿਲ ਪਹਿਲ ਹੈ। ਇੱਕ ਦਾਈ ਨੇ ਘਰ ਅੰਦਰ ਫੇਰਾ ਵੀ ਪਾਇਆ। ਮਾਤ ਗੁਜਰੀ ਅੱਜ ਖੁਸ਼ ਹੈ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਸਾਡੀ ਅੱਜ ਭਾਵਨਾ ਨੂੰ ਭਾਗ ਲਾਣ ਲੱਗੇ ਹੋ। ਇੱਥੇ ਕਵੀ ਜੀ ਨੇ ਪਹਿਲਾਂ ਇੱਕ ਤੁਕ ਕਹੀ ਹੈ, ਤੁਸੀਂ ਇਕਾਗਰਤਾ ਨਾਲ ਪਹਿਲਾਂ ਸਰਵਣ ਕਰਨਾ। ਹਜ਼ੂਰ ਜਦੋਂ ਆਉਣ ਲੱਗੇ
ਉਹਨਾਂ ਦਾ ਪ੍ਰਕਾਸ਼ ਕਿਸ ਤਰ੍ਹਾਂ ਹੋਣਾ ਹੈ। ਪਸਰਿਓ ਅੰਧਕਾਰ ਅੰਦਰਮ ਮਹਾਦਿਡ ਇੱਕ ਕਹੀ ਬਾਰ ਦੀਨ ਪਲਾਏ। ਕਹਿੰਦੇ ਨੇ ਜਿਹੜਾ ਅਧਰਮ ਦਾ ਪਾਪ ਦਾ ਹਨੇਰਾ ਪਸਰਿਆ, ਅੱਜ ਹਨੇਰਾ ਕੰਬਦਾ ਪਿਆ, ਇਹਨੂੰ ਬੜਾ ਡਰ ਲੱਗਦਾ ਹੈ। ਸਮ ਸੂਰਜ ਕੇ ਅਵਤਾਰ ਪਇਓ ਹਮ ਸੇ ਜਨ ਪੰਕਜ ਕੋ ਬਿਕਸਾਏ। ਕਹਿੰਦੇ ਨੇ ਸੂਰਜ ਦੇ ਸਮ ਤੁਹਾਡਾ ਅਵਤਾਰ ਹੋਣਾ ਹੈ। ਮਾਤ ਨਾਨਕੀ ਅੱਜ ਆਪਣੀ ਨੂੰਹ ਦੇ ਕੋਲ ਬੈਠੀ ਹੈ, ਪੁੱਤਰ ਕੋਲ ਕੋਈ ਨਹੀਂ। ਆਖਰ ਮੈਂ ਸੋਚਣਾ ਕਿ ਮਾਤ ਨਾਨਕੀ ਤੇਰੇ ਅੰਦਰ ਅੱਜ ਕਿੰਨਾ ਕੁ ਖੁਸ਼ੀ ਨਾਲ ਭਰਿਆ ਹੈ। ਜਦੋਂ ਅੰਦਰ ਬਾਹਰ ਜਾਂਦੀ ਏ ਬਸ ਕੰਨਾਂ ਵਿੱਚ ਇੱਕ ਆਵਾਜ਼ ਗੂੰਜਦੀ ਏ ਕਿ ਨਾਨਕੀ ਤੂੰ ਕਹਿੰਦੀ ਏ ਮੇਰੇ ਪੁੱਤਰ ਨੂੰ ਗੱਦੀ ਨਹੀਂ ਮਿਲੀ, ਸਮਾਂ ਆਵੇਗਾ ਤੇਰੇ ਘਰ ਮਹਾ ਪ੍ਰਤਾਪੀ ਪੋਤਾ ਪੈਦਾ ਹੋਵੇਗਾ। ਆਹ ਕਟਾਰ ਆਪ ਮੇਰੇ ਪੋਤੇ ਨੂੰ ਦਈ, ਆਹ ਪੋਥੀ ਮੇਰੀ ਨੂੰਹ ਨੂੰ ਦਈ, ਆਹ ਰੁਮਾਲ ਮੇਰੇ ਪੁੱਤਰ ਨੂੰ ਦਈ। ਮਾਨੋ ਗੁਰੂ ਹਰਗੋਬਿੰਦ ਸਾਹਿਬ ਪਰਤ ਪਰਤ ਕੇ ਆਵਾਜ਼ ਦਿੰਦੇ ਪਏ ਨੇ, ਨਾਨਕੀ ਦੇਖ ਉਹ ਸੁਲੱਖਣੀ ਘੜੀ ਆ ਗਈ ਆ, ਤੇਰੇ ਘਰ ਚ ਪ੍ਰਤਾਪੀ ਪੁੱਤਰ ਨੇ ਪੈਦਾ ਹੋਣਾ ਹੈ। ਹਜ਼ੂਰ ਕਿਰਪਾਲੂ ਜੀ ਦੇ ਮਾਤ ਨਾਨਾ ਨਾਨਕੀ ਜੀ ਆਪ ਬਾਹਰ ਬੈਠੇ ਆ। ਮਾਤ ਗੁਜਰੀ ਜੀ ਆਪਣੇ ਉਸ ਸਥਾਨ ਤੇ ਜਿਹਨੂੰ ਅੱਜ ਪਟਨਾ ਸਾਹਿਬ ਤਖਤ ਅਸੀਂ ਕਹਿੰਦੇ, ਕਰੋ ਸੁਰਤ ਕਰਕੇ ਉਸ ਕਮਰੇ ਨੂੰ ਨਮਸਕਾਰ ਜਿੱਥੇ ਮਾਤ ਗੁਜਰੀ ਅੱਜ ਬੈਠੀ ਹੈ। ਉਸ ਧਰਤੀ ਨੂੰ ਕਰੋ ਸਿਜਦਾ ਜਿੱਥੇ ਰਹਿਮਤਾਂ ਦਾ ਸਾਈਂ ਪ੍ਰਗਟ ਹੋਣ ਲੱਗਾ ਹੈ। ਸ੍ਰੀ ਗੁਜਰੀ ਬੜ ਭਾਗ ਪਰ ਸੂਤਾ ਉਪਜਿਓ ਬਾਲਕ ਸ਼ਬ ਅਦਭੂਤਾ। ਇੱਕੋ ਦਮ ਅੰਦਰੋਂ ਆਵਾਜ਼ ਆਈ, ਮਾਤ ਨਾਨਕੀ ਤੇਰੀ ਨੂੰਹ ਦੇ ਘਰ ਅੰਦਰ ਬਾਲਕ ਨੇ ਜਨਮ ਲਿਆ ਹੈ। ਤੇਰੇ जन पर उपकारी आए, जन पर उपकारी आए, पर उपकारी आए, जन पर उपकारी आए। पर उपकारी आए, जन पर उपकारी आए। पर उपकारी आए, जन पर उपकारी आए। जन्म मरण तो आए, जन पर उपकारी आए। पर उपकारी आए, जन पर उपकारी आए। पर उपकारी जी दान दे भगती लायन, जी दान दे भगती लायन। जी दान दे भगती लायन, जी दान दे भगती लायन।
ਆ ਕਿਹੜਾ ਇਹ ਰਹਿਣ ਦੇਣ। ਗੁਰੂ ਗੋਬਿੰਦ ਸਿੰਘ 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 ਧੰਨ ਗੁਰੂ ਗੋਬਿੰਦ ਸਾਹਿਬ ਧੰਨ ਗੁਰੂ ਗੋਬਿੰਦ ਸਾਹਿਬ ਧੰਨ ਗੁਰੂ ਗੋਬਿੰਦ ਸਾਹਿਬ ਧੰਨ ਗੁਰੂ ਗੋਬਿੰਦ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਅੰਮ੍ਰਿਤ ਦੇ ਦਾਤੇ ਸਤਿਗੁਰੂ ਇੱਕ ਸ਼ਹੀਦ ਪਟਪੋਤਰਾ ਸ਼ਹੀਦ ਪਟਾਲੇ ਦਾ ਪਟਪੋਤਰਾ ਸ਼ਹੀਦ ਪਿਤਾ ਦਾ ਪੁੱਤਰ ਸ਼ਹੀਦ ਮਾਤਾ ਦਾ ਪੁੱਤਰ ਸ਼ਹੀਦ ਪੁੱਤਰਾਂ ਦਾ ਪਿਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ। ਆਪਣੇ ਹਸਪਤਾਲ ਦੇ ਬਰਾਬਰ ਹੋ ਜਾਓ, ਕਥਾ ਦੀਆਂ ਕੁਝ ਪੁਸਤਕਾਂ ਬਾਕੀਆਂ ਆਓ ਉਸੇ ਨਜ਼ਾਰੇ ਦੇ ਵਿੱਚ, ਉਸੇ ਭਾਵਨਾ ਦੇ ਨਾਲ, ਉਸੇ ਸ਼ਬਦਾਂ ਦੇ ਨਾਲ, ਉਸੇ ਦਿਨ ਪਹੁੰਚ ਜਾਓ ਜਿੱਥੇ ਗੁਰਦੇਵ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਆਗਮਨ ਹੋਇਆ। ਉੱਥੇ ਆਓ, ਆਪਾਂ ਸਾਰੇ ਦਿਨ ਵਿਚਾਰ ਕਰਦੇ ਹਾਂ, ਉੱਥੇ ਪਹੁੰਚ ਜਾਈਏ। ਬੋਲੇ ਸੋਨਿਆ ਸਤਿ ਸ਼੍ਰੀ ਅਕਾਲ। आओ साध संगत जी, आप जिथे इतना समा टिके हो, इकाग्रता नाल आपां उस धरती दा भी जिक्र कीता, माता पिता दा भी जिक्र कीता। घटो घट उन्हां जनता नूं, उन्हां जीवां नूं, उन्हां मनुखां नूं तज शरदा दे फुੱਲ भेट करिए जिन्हां ने 5 साल तक बाला प्रीतम दे चरनां दा प्यार माणिया। ਉਹਨਾਂ ਵਿੱਚੋਂ ਪੰਡਿਤ ਸ਼ਿਵਦੱਤ ਉਸ ਵੇਲੇ ਉਮਰ 80 ਸਾਲ ਦੀ ਸੀ। ਰਾਜਾ ਫਤਿਹ ਚੰਦ ਮੈਣੀ, ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼, ਹੋਰ ਅਨੇਕਾਂ ਪਟਨੇ ਦੇ ਜਿਹੜੇ ਸੱਜਣ ਨੇ, ਉਹਨਾਂ ਨੂੰ ਆਪਾਂ ਜ਼ਰੂਰ ਚੇਤੇ ਕਰਨਾ। ਸਾਹਿਬ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਮਾਤਾ ਪਟਨਾ ਸਾਹਿਬ ਦੀ ਧਰਤੀ, ਜਿਸ ਨੂੰ ਅਸੀਂ ਹਰਮੰਦਰ ਸਾਹਿਬ ਵੀ ਕਹਿੰਦੇ ਹਾਂ, ਉਸ ਪਵਿੱਤਰ ਅਸਥਾਨ ਤੇ
ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਆਮਦ ਹੋਈ ਏ। ਜਦੋਂ ਮਾਤਾ ਨਾਨਕੀ ਜੀ ਨੇ ਆਪਣੇ ਕੰਨਾਂ ਨਾਲ ਇਹ ਆਵਾਜ਼ ਸੁਣੀ ਏ, ਮਾਨੋ ਉਹਨਾਂ ਦੇ ਕੰਨਾਂ ਦੇ ਕਟੋਰਿਆਂ ਵਿੱਚ ਕਿਸੇ ਨੇ ਅੰਮ੍ਰਿਤ ਭਰ ਦਿੱਤਾ ਹੋਵੇ। ਅਸ਼ਟ ਦੀਪ ਦੀਪ ਗ੍ਰਹਿ ਜਾਨੋ, ਦੁੱਤ ਕਟ ਗਈ ਉਦੇ ਰਹਿਮਾਨੋ। ਕਹਿੰਦੇ ਨੇ ਉਸ ਵੇਲੇ ਅਸ਼ਟ ਦੀਪ ਦਾ ਅਰਥ ਹੈ ਉਹ ਦੀਵਾ ਜਿਹਦੀਆਂ 8 ਛੋਟੀਆਂ ਛੋਟੀਆਂ ਬੱਤੀਆਂ ਬਲਦੀਆਂ ਪਈਆਂ ਸਨ। ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਆਮਦ ਹੋਈ ਤੇ ਉਹਨਾਂ ਦੀਵਿਆਂ ਦਾ ਪ੍ਰਕਾਸ਼ ਜਿਹੜਾ ਉਹ ਮੱਧਮ ਪੈ ਗਿਆ ਹੈ। ਤੇ ਕੁਦਰਤੀ ਹੈ ਕਿ ਜਿਸ ਥਾਂ ਤੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਘਰ ਪੁੱਤਰ ਦਾ ਆਗਮਨ ਹੋਇਆ, ਉਸ ਦੇ ਪ੍ਰਕਾਸ਼ ਸਾਹਮਣੇ ਦੀਵਿਆਂ ਦੀ ਜੋਤ, ਦੀਵਿਆਂ ਦਾ ਚਾਨਣ ਬਿਲਕੁਲ ਮੱਧਮ ਹੈ। ਸੇਵ ਮਿਆਨ ਪਾਏ ਕੋ ਤੇ ਮਾਤਾ, ਪਨੇ ਬਦਾਈ ਨੰਦ ਦਾਤਾ। ਅੰਮ੍ਰਿਤ ਵੇਲੇ ਉਸ ਵੇਲੇ ਜਿਹੜੇ ਜੀ ਘਰ ਵਿੱਚ ਸਨ, ਉਹਨਾਂ ਉੱਚੀ ਆਵਾਜ਼ ਵਿੱਚ ਕਿਹਾ, ਮਾਤ ਨਾਨਕੀ ਕਿ ਵਧਾਈ ਹੋਵੇ। ਉਸੇ ਟਾਈਮ ਅੰਦਰ ਜੁੜ ਗਿਆ, ਨੇਤਰ ਬੰਦ ਹੋ ਗਏ। ਪਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਧਿਆਨ ਟਿਕਾ ਕੇ, ਤੇ ਇਹ ਕੋਈ ਅਤ ਕਥਨੀ ਨਹੀਂ, ਇਹਨੂੰ ਕੇਵਲ ਜਜ਼ਬਾਤ ਨਾ ਸਮਝਿਓ। ਕੇਵਲ ਉਹ ਬੀਬੀਆਂ ਇਸ ਅੰਦਰ ਨੂੰ ਜ਼ਰੂਰ ਜਾਣਨਗੀਆਂ ਕਿ ਘਰ ਪੋਤਰਾ ਹੋਵੇ, ਪਤੀ ਚਲਾ ਜਾਏ ਤੇ ਪਤੀ ਦੀ ਯਾਦ ਉਸ ਵੇਲੇ ਜ਼ਰੂਰ ਸੰਸਾਰੀ ਮਨੁੱਖ ਨੂੰ ਆਉਂਦੀ ਏ, ਪਰ ਉਹ ਸੰਸਾਰੀ ਨਹੀਂ। ਉਹਨਾਂ ਨੇ ਧਿਆਨ ਟਿਕਾ ਕੇ ਆਪਣੇ ਪਤੀ ਦੇ ਚਰਨਾਂ ਦਾ ਸ਼ੁਕਰ ਕੀਤਾ। ਹੈ ਦਾਤਾ ਜੀ, ਜਿਹੜੇ ਬਚਨ ਤੁਸੀਂ ਕਈ ਦਹਾਕੇ ਪਹਿਲਾਂ ਕਹੇ, ਅੱਜ ਪਟਨਾ ਸਾਹਿਬ ਦੀ ਧਰਤੀ ਤੇ ਆਪ ਜੀ ਦੇ ਬਚਨ ਸੰਪੂਰਨ ਹੋਏ ਹਨ। ਅੰਤਰ ਵਹਿਰ ਦਾਸ ਗਨ ਦਾਸੀ, ਵਿਚਰਤੇ ਤੇ ਉਤਰੇ ਦੇ ਹੁਲਾਸੀ। ਅੰਦਰ ਬਾਹਰ ਜਿਹੜੇ ਦਾਸ ਤੇ ਦਾਸੀਆਂ ਨੇ, ਸਿੱਖ ਸੇਵਕ ਨੇ, ਉਹ ਅਤ ਦੇ ਪ੍ਰਸੰਨ ਖਾਨ। ਆਪਸ ਮੈਂ ਬਹੁ ਕਰ ਕਰ ਚਾਏ, ਮਿਲੇ ਬਖਾਨੇ ਸੁਤਤ ਬਨਾ ਸੁਨਾਏ। ਉਸ ਵੇਲੇ ਆਪਸ ਵਿੱਚ ਮਿਲੇ ਨੇ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਖਜ਼ੂਰ ਦੀ ਜਦੋਂ ਆਮਦ ਹੋਈ ਏ, ਉਸੇ ਵੇਲੇ ਸਿੱਖ ਸੰਗਤਾਂ ਗੁਰਬਾਣੀ ਦਾ ਕੀਰਤਨ ਕਰਨ ਲੱਗ ਪਈਆਂ, ਕਿਉਂਕਿ ਸਿੱਖ ਕੋਲ ਸਭ ਤੋਂ ਵੱਡੀ ਰਹਿਮਤ ਗੁਰੂ ਕਾ ਸ਼ਬਦ ਹੈ। ਕੋਈ ਘਟਨਾ ਵਾਪਰ ਜਾਏ, ਕੋਈ ਖੁਸ਼ੀ ਦਾ ਸਮਾਂ ਮਾਲਕ ਦੇ, ਕੇਵਲ ਗੁਰੂ ਦਾ ਸ਼ਬਦ ਹੈ, ਜਿਹਦੇ ਨਾਲ ਇਹ ਆਪਣੇ ਅੰਦਰ ਦਾ ਦੁੱਖ ਤੇ ਆਪਣੇ ਅੰਦਰ ਦਾ ਸੁੱਖ ਸਾਂਝਾ ਕਰਦਾ ਹੈ। ਖੁਸ਼ੀ ਤੇ ਗਮੀ ਵਿੱਚ ਇਹਦੇ ਕੋਲ ਕੇਵਲ ਸ਼ਬਦ ਨੇ। ਇਧਰ ਖਜ਼ੂਰ ਦੀ ਆਮਦ ਵਿੱਚ ਗੁਰਬਾਣੀ ਦਾ ਕੀਰਤਨ ਹੋਣ ਲੱਗਾ ਹੈ, ਉਧਰ ਗੁਰੂ ਤੇਗ ਬਹਾਦਰ ਜੀ ਮੁਸਕਰਾ ਪਏ ਨੇ। ਭਾਈ ਵੀਰ ਸਿੰਘ ਨੇ, ਗਿਆਨੀ ਗਿਆਨ ਸਿੰਘੁਣਾ ਨੇ ਤਵਾਰੀ ਗੁਰੂ ਖਾਲਸਾ ਵਿੱਚ ਇਹਦਾ ਜ਼ਿਕਰ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਮੁਸਕਰਾਏ ਨੇ। ਕੋਲ ਬੈਠੇ ਸੇਵਾਦਾਰ ਨੇ ਕੇਵਲ ਹਜ਼ੂਰ ਨੂੰ ਨਮਸਕਾਰ ਕੀਤੀ। ਸੱਚੀ ਸਰਕਾਰ ਆਸਨ ਤੋਂ ਉੱਠੇ ਤੇ ਪੁੱਛਿਆ, ਦਾਤਾ ਅੱਜ ਸਾਰੀ ਰਾਤ ਆਸਨ ਤੇ ਬਿਰਾਜਮਾਨ, ਮੁਸਕਰਾਨ ਦਾ ਕਾਰਨ ਕੀ? ਕਹਿਣ ਲੱਗੇ, ਅੱਜ ਪਟਨਾ ਸਾਹਿਬ ਦੀ ਧਰਤੀ ਤੇ ਉਹ ਪਾਵਨ ਸ਼ਰੀਰ ਆ ਚੁੱਕਾ ਹੈ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਅਗਾਂ ਵਿਚਰਨਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਲਈ 10ਵਾਂ ਜਾਮਾ ਆ ਗਿਆ ਹੈ। ਅੱਜ ਸਾਰੀ ਰਾਤ ਉਸ ਅਕਾਲ ਦਾ ਸ਼ੁਕਰ ਕੀਤਾ ਹੈ, ਉਸ ਪਰਮਾਤਮਾ ਦਾ ਧੰਨਵਾਦ ਕੀਤਾ ਹੈ। ਹਜ਼ੂਰ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਸ਼ਬਦ ਕਹੇ, ਕਹਿੰਦੇ ਨੇ ਢਾਕੇ ਦੇ ਪੂਰੇ ਸ਼ਹਿਰ ਵਿੱਚ ਉਸ ਦਿਨ ਦੀਪਮਾਲਾ ਰਾਤ ਨੂੰ ਕੀਤੀ ਗਈ ਸੀ। ਦੂਜੇ ਦਿਨ ਪੂਰੇ ਸ਼ਹਿਰ ਵਿੱਚ ਦੀਪਮਾਲਾ ਕੀਤੀ ਗਈ। ਗੁਰੂ ਤੇਗ ਬਹਾਦਰ ਜੀ ਕੋਲ ਸੁਣਿਆ ਗਿਆ ਕਿ ਨਾਮ ਰੱਖਿਆ ਗਿਆ ਗੋਬਿੰਦ ਰਾਏ। ਨਾਲ ਫਿਰ ਅੱਗੋਂ ਉੱਤਰ ਦਿੰਦੇ ਆ, ਇਹ ਨਹੀਂ ਕਿ ਅਸੀਂ ਵਾਪਸ ਹੁਣੇ ਮੁੜਨੇ ਆ। ਕਹਿਣ ਲੱਗੇ, ਸਾਹਿਬਜ਼ਾਦੇ ਦੀ ਪ੍ਰਤਪਾਲਣਾ ਕਰਨੀ, ਜੋ ਉਹ ਕਹੇ ਉਹਦੇ ਕਹਿਣ ਵਿੱਚ ਕਦੀ ਰੁਕਾਵਟ ਨਾ ਪਾਣੀ। ਹਜ਼ੂਰ ਕਿਰਪਾਲੂ ਜੀ ਅਗਾਂ ਜਗਤ ਜਲੰਦੇ ਨੂੰ ਠਾਰਨ ਗਏ। ਇਧਰ ਮੇਰੇ ਬਾਲਾ ਪ੍ਰੀਤਮ ਜੀ, ਮੈਂ ਸ਼ਬਦ ਕੇਵਲ ਬਾਲਾ ਪ੍ਰੀਤਮ ਵਰਤਣਾ ਕਿਉਂਕਿ ਕਲਗੀਆਂ ਵਾਲਾ ਤਾਂ ਬਣਿਆ ਸੀ ਆ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ, ਪੁੱਤਰਾਂ ਦਾ ਦਾਨੀ ਬਣਿਆ ਸੀ ਆ ਕੇ ਚਮਕੌਰ ਸਾਹਿਬ ਦੀ ਧਰਤੀ ਤੇ, ਸਰਬੰਸ ਦਾਨੀ ਬਣਿਆ ਸੀ ਦਮਦਮਾ ਸਾਹਿਬ ਦੀ ਧਰਤੀ ਤੇ ਆ ਕੇ। ਸਿਰ ਮੈਂ ਅਰਜ਼ ਕਰਨੀ ਚਾਹਨਾ, ਬਾਲਾ ਪ੍ਰੀਤਮ ਨੂੰ ਪਟਨੇ ਦਾ ਹਰ ਮਨੁੱਖ ਪਿਆਰ ਕਰਦਾ ਪਿਆ ਹੈ। ਹਜ਼ੂਰ ਕਿਰਪਾਲੂ ਜੀ ਸਰੀਰਕ ਤੌਰ ਤੇ ਜਦੋਂ ਵਧੇ ਨੇ ਤੇ ਖਾਸ ਕਰਕੇ ਅੱਜ ਦਾ ਪੁਰਬ ਤੁਸੀਂ ਮਨਾ ਰਹੇ ਹੋ, ਤੇ ਮੈਂ ਤਾਂ ਬੇਨਤੀ ਕਰਨੀ ਚਾਹਨਾ ਕਿ ਉਸ ਬਜ਼ੁਰਗ ਪੰਡਿਤ ਸ਼ਿਵਦੱਤ
ਜਿਹਦੀ ਉਮਰ 80 ਸਾਲ ਦੀ ਹੈ। ਰੋਜ਼ ਉਹ ਬਜ਼ੁਰਗ ਗੰਗਾ ਦੇ ਕਿਨਾਰੇ ਆਉਂਦਾ ਹੈ ਤੇ ਆਪਣਾ ਚੌਂਕੜਾ ਮਾਰ ਨੇਤਰ ਬੰਦ ਕਰ ਉਹ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨਾਂ ਦੇ ਵਿੱਚ ਬੇਬਲ ਹੋਇਆ ਟਿਕਿਆ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇਹ ਨਹੀਂ ਕਿ ਆਪਾਂ ਇਸ ਗੱਲ ਨੂੰ ਪਚਾਕਾ ਮਾਰ ਕੇ ਛੱਡ ਜਾਈਏ। ਜੇ ਸਾਡੇ ਅੰਦਰ ਸੰਕੀਰਨਤਾ ਹੈ ਤੇ ਚੇਤੇ ਰੱਖਿਓ ਗੁਰੂ ਦਾ ਤੇ ਹਿਰਦੇ ਹੀ ਬੜਾ ਵਿਸ਼ਾਲ ਹੈ। ਸਾਹਿਬ ਕਿਰਪਾਲੂ ਜੀ ਉਹ ਜਦੋਂ ਅੱਜ ਗੰਗਾ ਦੇ ਕਿਨਾਰੇ ਗਏ ਤੇ ਉਹਨਾਂ ਦੇ ਜਾਣ ਦਾ ਤਰੀਕਾ ਇਹ ਸੀ ਕਿ ਇੱਕੋ ਦਮ ਦੌੜੇ ਨੇ। ਹਜ਼ੂਰ ਦੀ ਉਦੋਂ ਉਮਰ 4 ਕੁ ਸਾਲ ਦੇ ਕਰੀਬ ਹੈ। ਹੁਣ 4 ਸਾਲ ਦੀ ਉਮਰ ਕੀ ਆਪਾਂ ਸੰਸਾਰੀ ਨਜ਼ਰ ਵੀ ਤੱਕੀਏ, ਪੰਡਿਤ ਸ਼ਿਵਦੱਤ ਉਹਦੀ ਉਮਰ ਤਕਰੀਬਨ 80 ਸਾਲ ਤੋਂ ਟੱਪ ਕੇ 84 ਕੁ ਸਾਲ ਦੇ ਕਰੀਬ ਹੋ ਚੁੱਕੀ ਹੈ। 80 ਤੇ 85 ਦੇ ਦਰਮਿਆਨ ਹੈ। ਸਾਹਿਬ ਗੁਰੂ ਕਲਗੀਧਰ ਬਾਲਾ ਪ੍ਰੀਤਮ ਜੀ ਗੁਰੂ ਗੋਬਿੰਦ ਰਾਏ ਦੌੜਦੇ ਗਏ, ਇੱਕੋ ਦਮ ਪੰਡਿਤ ਜੀ ਨੇ ਚੌਂਕੜਾ ਮਾਰਿਆ, ਪਿੱਛੋਂ ਜਾ ਕੇ ਉਹਨਾਂ ਨੂੰ ਗਲੇ ਤੋਂ ਘੁੱਟ ਕੇ ਪਕੜ ਲਿਆ ਹੈ। ਉਹਨਾਂ ਦੀ ਕਮਰ ਤੇ ਚੜ ਗਏ। ਜਦੋਂ ਕਮਰ ਤੇ ਚੜ ਕੇ ਉੱਤੇ ਚੰਗੀ ਤਰ੍ਹਾਂ ਪਕੜਿਆ ਤੇ ਆਪਣੇ ਹੱਥਾਂ ਨਾਲ ਪੰਡਿਤ ਜੀ ਦੇ ਨੇਤਰ ਬੰਦ ਕਰ ਲਏ ਤੇ ਕੰਨ ਕੋਲ ਆਵਾਜ਼ ਦੇ ਕੇ ਕਿਹਾ, ਬਾਬਾ ਜੀ ਝਾਤ। ਦੇਖੋ ਸ਼ਬਦ ਸਨ, ਬਾਬਾ ਜੀ ਪੰਡਿਤ ਜੀ ਝਾਤ। ਤੇ ਪੰਡਿਤ ਜੀ ਨੇ ਜਦੋਂ ਹੱਥ ਪਕੜੇ ਤੇ ਸੋਚਣ ਲੱਗ ਪਿਆ, ਅੱਜ ਕੌਣ ਬੱਚਾ ਆਇਆ ਜਿਨਨੇ ਮੇਰੇ ਆ ਕੇ ਅੱਖਾਂ ਨੂੰ ਢੱਕ ਲਿਆ ਤੇ ਸ਼ਬਦ ਕਹਿ ਰਹੇ ਨੇ ਬਾਬਾ ਜੀ ਝਾਤ। ਇੱਕੋ ਦਮ ਹਜ਼ੂਰ ਦੇ ਖੱਤ ਪਰਾਂ ਹਟਾਏ, ਪਰਤ ਕੇ ਪੰਡਿਤ ਜੀ ਨੇ ਦੇਖਿਆ ਤੇ ਜਿਸ ਸ਼੍ਰੀ ਰਾਮ ਜੀ ਦੀ ਉਪਾਸਨਾ ਪਿਆ ਕਰਦਾ ਹੈ, ਕਲਗੀ ਵਾਲੇ ਵਿੱਚੋਂ ਸਾਰੀਆਂ ਝਲਕਾਂ ਮਿਲ ਗਈਆਂ। ਬਾਲਾ ਪ੍ਰੀਤਮ ਵਿੱਚੋਂ ਝਲਕ ਮਿਲੀ। ਖੱਤ ਪਰਾਂ ਹਟਾਏ, ਪਰਤ ਕੇ ਪੰਡਿਤ ਜੀ ਨੇ ਦੇਖਿਆ ਤੇ ਜਿਸ ਸ਼੍ਰੀ ਰਾਮ ਜੀ ਦੀ ਉਪਾਸਨਾ ਪਿਆ ਕਰਦਾ ਹੈ, ਕਲਗੀ ਵਾਲੇ ਵਿੱਚੋਂ ਸਾਰੀਆਂ ਝਲਕਾਂ ਮਿਲ ਗਈਆਂ। ਬਾਲਾ ਪ੍ਰੀਤਮ ਵਿੱਚੋਂ ਝਲਕ ਮਿਲੀ। ਇੱਕੋ ਦਮ ਪੰਡਿਤ ਸ਼ਿਵਦੱਤ ਨੇ ਸਤਿਗੁਰੂ ਦੇ ਚਰਨ ਪਕੜ ਲਏ। ਹੁਣ ਦੇਖੋ, ਇੱਕ ਪਾਸੇ 84 ਸਾਲ ਦਾ ਬਜ਼ੁਰਗ, ਇੱਕ ਪਾਸੇ 4 ਸਾਲ ਦੀ ਆਰਬਲਾ ਵਿੱਚ ਗੁਰੂ ਗੋਬਿੰਦ ਰਾਏ। ਉਮਰ ਨਾ ਤੱਕਿਓ, ਅੰਦਰ ਦੀ ਜੋਤ ਤੇ ਰਹਿਮਤ ਤੱਕਿਓ। ਹੁਣ ਸਤਿਗੁਰੂ ਨੇ ਰੋਜ਼ ਦਾ ਨੇਮ ਬਣਾ ਲਿਆ। ਪੰਡਿਤ ਜੀ ਨੇ ਗੰਗਾ ਦੇ ਕਿਨਾਰੇ ਬਹਿਣਾ, ਪਿੱਛੋਂ ਦੌੜ ਕੇ ਜਾਣਾ, ਅੱਖਾਂ ਤੇ ਹੱਥ ਰੱਖ ਕੇ ਕਹਿਣਾ, ਬਾਬਾ ਜੀ ਪੰਡਿਤ ਜੀ ਝਾਤ। ਤੇ ਉਹ ਹੱਥ ਪਕੜ ਕੇ ਕਹਿ ਦਿੰਦੇ ਸਨ, ਮੇਰਾ ਬਾਲਾ ਪ੍ਰੀਤਮ, ਮੇਰਾ ਬਾਲਾ ਪ੍ਰੀਤਮ। ਹਜ਼ੂਰ ਨੇ ਗੋਦ ਵਿੱਚ ਬੈਠ ਜਾਣਾ। ਪੰਡਿਤ ਸ਼ਿਵਦੱਤ ਦਾ ਅੱਜ ਅੰਦਰ ਹੋਰ ਕੱਲ ਹੋਰ ਸਰੀਰ ਢਲਦਾ ਪਿਆ ਤੇ ਅੰਦਰ ਗੁਰੂ ਦਾ ਪ੍ਰੇਮ ਮਾਨੋ ਜੋਬਨ ਤੇ ਆਉਂਦਾ ਪਿਆ ਹੈ। ਸਰੀਰ ਢਲ ਗਿਆ, ਅੰਦਰ ਪ੍ਰੇਮ ਜੋਬਨ ਤੇ ਆਇਆ। ਅੱਜ ਗਲੀ ਵਿੱਚੋਂ ਨਿਕਲਦੇ ਪਏ ਨੇ ਪੰਡਿਤ ਸ਼ਿਵਦੱਤ ਤੇ ਆਵਾਜ਼ ਦਿੱਤੀ ਰਾਜਾ ਫਤਿਹ ਚੰਦ ਮੈਣੀ ਨੇ। ਮੈਨੂੰ ਸਿਰਫ 10 ਮਿੰਟ ਦਿਆ ਜੇ, ਮੈਂ ਇਹ ਜ਼ਰੂਰੀ ਅਰਜ਼ ਕਰਨੀ ਚਾਹਨਾ। ਤੁਹਾਡੇ ਅੰਦਰ ਅੱਜ ਭਿੱਜੇ ਨੇ, ਕਿਤੇ ਅਰਦਾਸ ਕਰੀਏ ਕਲਗੀ ਵਾਲਿਆ, ਪੰਡਿਤ ਸ਼ਿਵਦੱਤ ਵਰਗਾ ਪ੍ਰੇਮ ਸਾਨੂੰ ਬਖਸ਼ ਦੇਈਂ, ਫਤਿਹ ਚੰਦ ਮੈਣੀ ਵਰਗਾ ਸਿਦਕ ਬਖਸ਼ ਦੇਈਂ, ਕਰੀਮ ਬਖਸ਼ ਤੇ ਰਹੀਮ ਬਖਸ਼ ਵਰਗੀ ਭੇਟਾ ਕਰਨ ਦੀ ਸਾਨੂੰ ਜਾਂਚ ਬਖਸ਼ ਦੇਈਂ। ਹਜ਼ੂਰ ਕਿਰਪਾਲੂ ਜੀ ਉਹਨਾਂ ਦਾ ਸਿੱਖ ਪੰਡਿਤ ਸ਼ਿਵਦੱਤ ਗਲੀ ਵਿੱਚੋਂ ਤੁਰਿਆ। ਰਾਜਾ ਫਤਿਹ ਚੰਦ ਮੈਣੀ ਨੇ ਆਵਾਜ਼ ਦਿੱਤੀ, ਪੰਡਿਤ ਜੀ ਘਰ ਆਓਗੇ? ਆਏ ਨੇ ਤੇ ਅੰਦਰ ਪ੍ਰਵੇਸ਼ ਕੀਤਾ ਤੇ ਆ ਕੇ ਜਦੋਂ ਫਤਿਹ ਚੰਦ ਮੈਣੀ ਦੇ ਚਿਹਰੇ ਤੇ ਰਾਣੀ ਦੇ ਚਿਹਰੇ ਨੂੰ ਤੱਕਿਆ, ਮਾਯੂਸੀ ਕਹਿਣ ਲੱਗੇ, ਮਾਯੂਸ ਕਿਉਂ? ਕਹਿੰਦੇ ਨੇ, ਦੇਖੋ ਪੰਡਿਤ ਜੀ, ਕਿਸੇ ਚੀਜ਼ ਦੀ ਪਰਮਾਤਮਾ ਨੇ ਕਮੀ ਨਹੀਂ ਰਹਿਣ ਦਿੱਤੀ, ਪਰ ਘਰ ਪੁੱਤਰ ਨਹੀਂ, ਸੰਤਾਨ ਤੋਂ ਬਿਨਾ ਬੇਬਲ ਖਾਂ। ਤੇ ਤੁਸੀਂ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰੋ ਖਾਂ, ਤੁਸੀਂ ਪ੍ਰਭੂ ਦੇ ਪਿਆਰੇ ਹੋ। ਤੇ ਸ਼ਰਧਾ ਵਿੱਚ ਭਿੱਜੇ ਬਜ਼ੁਰਗ ਨੇ ਕਿਹਾ, ਕਿਤੇ ਚਰਨਾਂ ਵਿੱਚ ਅਰਦਾਸ ਕਰਨੀ ਜੇ, ਉਹ ਤਾਂ ਪਟਨੇ ਦੀਆਂ ਗਲੀਆਂ ਵਿੱਚ ਅਨੇਕਾਂ ਕੌਤਕ ਪਿਆ ਕਰਦਾ ਹੈ। ਕੌਣ? ਕਹਿਣ ਲੱਗੇ, ਬਾਲਾ ਪ੍ਰੀਤਮ। ਕਿਹੜੇ ਬਾਲਾ ਪ੍ਰੀਤਮ? ਗੁਰੂ ਗੋਬਿੰਦ ਰਾਏ ਜੀ। ਕਹਿਣ ਲੱਗੇ, ਸਿਦਕ ਨਾਲ ਨੀਅਤ ਰਾਸ ਕਰਕੇ ਬੈਠੋ, ਇੱਕ ਦਿਨ ਤੁਹਾਡੇ ਘਰ ਉਹ ਜ਼ਰੂਰ ਆਉਣਗੇ। ਰਾਣੀ ਭਾਵਨਾ ਧਾਰ ਕੇ ਉਸ ਦਿਨ ਤੋਂ ਬਾਅਦ ਬੈਠ ਗਈ। ਰੋਜ਼ ਉਹਨੇ ਭਾਵਨਾ ਨਾਲ ਬੈਠਣਾ। ਅੱਜ ਉਹਨੇ ਛੋਲੇ ਪੂਰੀਆਂ ਤਿਆਰ ਕੀਤੇ। ਇੱਕੋ ਦਮ ਦਰਵਾਜ਼ੇ ਵਿੱਚ ਸੋਟੀਆਂ ਖੜਕਣ ਦੀ ਆਵਾਜ਼ ਸੁਣਾਈ ਦਿੱਤੀ ਤੇ ਗੇਂਦ ਰਾਜੇ ਫਤਿਹ ਚੰਦ ਦੇ ਦਰਵਾਜ਼ਾ ਟੱਪ ਕੇ ਘਰ ਵਿੱਚ ਆ ਗਈ ਹੈ। ਅਸਲ ਵਿੱਚ ਗੇਂਦ ਨਹੀਂ ਆਈ, ਰਾਣੀ ਦੀ ਅੰਦਰ ਦੀ ਖਿੱਚ ਨੇ ਬਾਲਾ ਪ੍ਰੀਤਮ ਨੂੰ ਦਰਵਾਜ਼ੇ ਤੋਂ ਆਪਣੇ ਅੰਦਰ ਨੂੰ ਖਿੱਚ ਲਿਆ ਹੈ। ਅੰਦਰ ਦੀ ਪ੍ਰੀਤ ਨੇ ਖਿੱਚਿਆ, ਅੰਦਰ ਖਿੱਦੂ ਡਿੱਗਿਆ। ਹਜ਼ੂਰ ਖੁੰਡੀ ਨਾਲ ਬਾਲ ਉਮਰ ਵਿੱਚ
ਉਹਨੂੰ ਠੋਕਰ ਮਾਰਦਿਆਂ ਰਾਣੀ ਨੂੰ ਤੱਕਿਆ, ਉਹਦੇ ਨੇਤਰ ਬੰਦ ਨੇ। ਦੌੜ ਕੇ ਖੁੰਡੀ ਛੱਡੀ, ਗੋਦ ਵਿੱਚ ਬੈਠ ਗਏ। ਬੇਸੁੱਧ ਰਾਣੀ ਬੈਠੀ ਤੇ ਗਲਵਕੜੀ ਪਾ ਕੇ ਕੰਨ ਕੋਲ ਆਵਾਜ਼ ਦਿੱਤੀ, ਮਾਂ। ਜਦੋਂ ਮਾਂ ਸ਼ਬਦ ਸੁਣਿਆ ਤੇ ਰਾਣੀ ਦਾ ਰੋਮ ਰੋਮ ਖਿੜ ਗਿਆ। ਕੌਣ ਹੈ ਜਿਹੜਾ ਮੇਰੀ ਗੋਦ ਵਿੱਚ ਬੈਠ ਕੇ ਕਹਿੰਦਾ ਮਾਂ? ਆਵਾਜ਼ ਫਿਰ ਦਿੱਤੀ, ਮਾਂ ਆਪਣੇ ਨੇਤਰ ਖੋਲ। ਜਦੋਂ ਨੇਤਰ ਖੋਲੇ ਤੇ ਕੀ ਦੇਖਿਆ? ਜਿਹਦੇ ਚਰਨਾਂ ਵਿੱਚ ਬੇਨਤੀ ਕਰਨੀ ਸੀ ਉਹ ਗੋਦ ਬਣ ਕੇ ਮਾਂ ਕਹਿ ਕੇ ਪੁਕਾਰਦਾ ਪਿਆ ਹੈ। ਹਜ਼ੂਰ ਕਿਰਪਾਲੂ ਜੀ ਉਹਨਾਂ ਦੇ ਚਰਨਾਂ ਨੂੰ ਹੱਥ ਪਾਉਣ ਲੱਗੀ ਰਾਣੀ, ਤੇ ਸੱਚੇ ਪਾਤਸ਼ਾਹ ਮਰਿਆਦਾ ਪੁਰਸ਼ੋਤਮ ਕਹਿਣ ਲੱਗੇ, ਮਾਂ ਹੱਥ ਪੈਰਾਂ ਵੱਲ ਨਹੀਂ, ਮਾਂ ਦਾ ਹੱਥ ਸਿਰ ਉੱਤੇ ਹੁੰਦਾ ਹੈ। ਕੋਲ ਦਾਸੀ ਖਲੋਤੀ ਸੀ, ਕਹਿਣ ਲੱਗੀ, ਬਾਲਾ ਪ੍ਰੀਤਮ ਜੀ ਕਿ ਤੁਸੀਂ ਕਿਰਪਾ ਕਰੋ, ਰਾਣੀ ਦੀ ਕੁੱਖ ਨੂੰ ਭਾਗ ਲੱਗੇ, ਪੁੱਤਰ ਦੀ ਦਾਤ ਮਿਲ ਜਾਏ। ਉਸੇ ਵਕਤ ਹੱਸ ਕੇ ਕਹਿਣ ਲੱਗੇ ਕਿ ਅੱਜ ਤੋਂ ਬਾਅਦ ਤੂੰ ਮਾਂ ਤੇ ਜੇ ਯਕੀਨ ਕਰੇ ਤੇ ਬਾਲਾ ਪ੍ਰੀਤਮ ਤੇਰਾ ਪੁੱਤਰ, ਤੂੰ ਮਾਂ ਮੈਂ ਤੇਰਾ ਪੁੱਤਰ। ਉੱਥੇ ਦੋ ਸਵਾਲ ਉੱਠੇ ਸਨ ਕਿ ਬਾਲਾ ਪ੍ਰੀਤਮ ਮਾਵਾਂ ਦੋ ਤੇ ਪੁੱਤਰ ਇੱਕ, ਇਹ ਕਿਵੇਂ ਹੋ ਸਕਦਾ ਹੈ ਕਿ ਦੋ ਮਾਵਾਂ ਦਾ ਇੱਕ ਪੁੱਤਰ? ਹੱਸ ਕੇ ਕਹਿਣ ਲੱਗੇ, ਅੰਮੀਏ ਅੱਖਾਂ ਦੋ ਨੇ ਪਰ ਜੋਤਾਂ ਦੋ ਨਹੀਂ। ਅੱਖਾਂ ਦੋ ਹੋ ਸਕਦੀਆਂ ਨੇ ਪਰ ਜੋਤ ਇੱਕ ਹੀ ਹੁੰਦੀ ਹੈ। ਅੱਖਾਂ ਵੇਖਣ ਨੂੰ ਦੋ ਨੇ ਪਰ ਜੋਤਾਂ ਦੋ ਨਹੀਂ। ਜੇ ਦੋ ਅੱਖਾਂ ਦੀ ਜੋਤ ਇੱਕ ਹੈ ਤੇ ਮਾਤ ਗੁਜਰੀ ਦੀ ਗੋਦ ਤੇ ਤੇਰੀ ਗੋਦ ਵਿੱਚ ਮੈਂ ਇਕੱਲਾ ਹੀ ਖੇਡੀ ਜਾਵਾਂਗਾ। ਕਹਿਣ ਲੱਗੇ, ਦੋ ਗੋਦਾਂ ਵਿੱਚ ਕਿਵੇਂ ਖੇਡੋਗੇ? ਹੱਸ ਕੇ ਕਹਿੰਦੇ ਆ, ਕਦੀ ਪੂਰਨਮਾਸ਼ੀ ਦੀ ਰਾਤ ਦਾ ਚੰਦਰਮਾ ਮਾਂ ਦੇਖੀ? ਗੰਗਾ ਦੀਆਂ ਲਹਿਰਾਂ ਵਿੱਚ ਵੀ ਉਹ ਖੇਡਦਾ ਹੈ ਤੇ ਝੀਲ ਦੇ ਪਾਣੀ ਵਿੱਚ ਵੀ ਖੇਡਦਾ ਹੈ। ਜੇ ਇੱਕ ਚੰਦਰਮਾ ਗੰਗਾ ਵਿੱਚ ਤੇ ਝੀਲ ਵਿੱਚ ਦੋਨਾਂ ਪਾਣੀਆਂ ਵਿੱਚ ਖੇਡਦਾ ਹੈ, ਮੈਂ ਸਵੇਰੇ ਤੇਰੀ ਗੋਦ ਵਿੱਚ ਖੇਡਾਂਗਾ, ਸ਼ਾਮ ਨੂੰ ਮਾਤ ਗੁਜਰੀ ਦੀ ਗੋਦ ਵਿੱਚ ਖੇਡਾਂਗਾ। ਮੈਂ ਦੋਨਾਂ ਗੋਦਾਂ ਵਿੱਚ ਖੇਡਾਂਗਾ। ਲਿਆ ਮੈਨੂੰ ਭੁੱਖ ਲੱਗੀ ਏ, ਕੋਈ ਛਕਾਂ। ਅੱਜ ਰਾਣੀ ਨੂੰ ਸੁੱਝੇ ਕੁਝ ਨਾ, ਉਹ ਤਾਂ ਪੁੱਤਰ ਦੀ ਵਾਸ਼ਨੀ ਸੱਚ ਜਾਣੂ ਮਰ ਗਈ ਸੀ। ਜਦੋਂ ਸਤਿਗੁਰੂ ਆਇਆ ਅੰਦਰ ਵਾਸ਼ਨੀ ਮਰ ਗਈ। ਸੰਸਾਰੀ ਪੁੱਤਰ ਦੀ ਥਾਂ ਜਿਹਨੂੰ ਬਾਲਾ ਪ੍ਰੀਤਮ ਨੇ ਮਾਂ ਕਹਿ ਕੇ ਪਦਵੀ ਦੇ ਦਿੱਤੀ ਹੋਵੇ, ਮੈਨੂੰ ਦੋ ਸਿੱਖ ਕਦੀ ਨਹੀਂ ਭੁੱਲਦੇ। ਜਦੋਂ ਕਦੀ ਰਾਣੀ ਦਾ ਜ਼ਿਕਰ ਹੁੰਦਾ, ਤੁਹਾਡੀ ਆਪੋ ਆਪਣੀ ਭਾਵਨਾ ਹੈ, ਮੈਨੂੰ ਭੁੱਲਦਾ ਨਹੀਂ। ਇੱਕ ਨੂੰ ਇੱਕ ਦੇ ਪੁੱਤਰ ਬਣੇ ਆ ਤੇ ਇੱਕ ਦੇ ਬਾਪ ਬਣੇ ਆ। ਧਿਆਨ ਦਿਆ ਜੇ, ਪਟਨਾ ਸਾਹਿਬ ਦੀ ਧਰਤੀ ਤੇ ਰਾਣੀ ਦੇ ਪੁੱਤਰ ਬਣ ਕੇ ਉਹਨੂੰ ਮਾਂ ਕਹਿੰਦੇ ਆ, ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਜੈਤੇ ਨੂੰ ਸਿਰ ਆਪਣੀ ਛਾਤੀ ਨਾਲ ਲਾ ਕੇ ਰੰਗਰੇਟਾ ਗੁਰੂ ਕਾ ਬੇਟਾ ਕਹਿੰਦੇ ਆ। ਇਹ ਦੋ ਸ਼ਬਦ ਨਹੀਂ ਭੁੱਲਦੇ ਕਿ ਦੇਖੋ ਰਾਣੀ ਨੂੰ ਮਾਂ ਕਿਹਾ, ਕੁਝ ਬਾਹਰੋਂ ਭੇਜਿਆ। ਕਹਿਣ ਲੱਗੇ, ਨਹੀਂ ਮਾਂ ਪੁੱਤਰ ਨੂੰ ਭੁੱਖ ਲੱਗੀ, ਜੋ ਕੁਝ ਘਰ ਵਿੱਚ ਹੈ ਛਕਾ ਦੇ। ਬੈਠ ਕੇ ਗੋਦ ਵਿੱਚ ਸਭ ਕੁਝ ਛਕਾਇਆ। ਨੇਮ ਬਣਾ ਲਿਆ ਕਿ ਦਿਨੇ ਮਾਤਾ ਇਸ ਦੇ ਘਰ ਵਿੱਚ ਜ਼ਰੂਰ ਆਉਣਾ। ਕਿਰਪਾਲੂ ਦਾਤਾ ਜੀ ਸਮਾਂ ਲੰਘਿਆ। ਅੱਜ ਗੁਰੂ ਤੇਗ ਬਹਾਦਰ ਜੀ ਆਏ ਨੇ। ਪੁੱਤਰ ਦੀ ਉਮਰ 5 ਸਾਲ ਦੇ ਕਰੀਬ ਹੋ ਚੁੱਕੀ ਹੈ। ਅੱਜ ਵੀ ਤੁਸੀਂ ਪਟਨਾ ਸਾਹਿਬ ਬਾਗ ਦੇਖਦੇ ਹੋ, ਰਹੀਮ ਬਖਸ਼ ਕਰੀਮ ਬਖਸ਼ ਦਾ ਬਾਗ ਸੁੱਕਾ ਹੈ। ਇਧਰ ਗੁਰੂ ਗੋਬਿੰਦ ਰਾਏ ਜੀ ਨੂੰ ਦੱਸ ਦਿੱਤਾ ਗਿਆ ਹੈ, ਮਾਤ ਨਾਨਕੀ ਨੂੰ ਪਤਾ ਲੱਗਾ ਮੇਰਾ ਪੁੱਤਰ 5 ਸਾਲਾਂ ਬਾਅਦ ਆਉਂਦਾ ਪਿਆ। ਤੇ ਗੁਰੂ ਗੋਬਿੰਦ ਰਾਏ ਸਾਰੀ ਰਾਤ ਖੁਸ਼ੀ ਵਿੱਚ ਨੇ, ਕਿਉਂਕਿ ਅੱਜ ਪਿਤਾ ਤੇ ਪੁੱਤਰ ਨੇ ਪਹਿਲੀ ਵਾਰ ਮਿਲਣਾ ਹੈ। 5 ਸਾਲ ਬਾਅਦ ਪੁੱਤਰ ਨੂੰ ਦੇਖਣਾ। ਹਜ਼ੂਰ ਘਰ ਨਹੀਂ ਆਏ, ਉਸ ਸੁੱਕੇ ਬਾਗ ਵਿੱਚ ਬੈਠ ਗਏ। ਪਰਿਵਾਰ ਲੈ ਕੇ ਗੋਬਿੰਦ ਰਾਏ ਜੀ ਨੂੰ ਗਿਆ ਤੇ ਜਦੋਂ ਪਿਤਾ ਜੀ ਨੂੰ ਦੇਖਿਆ ਤੇ ਗੋਬਿੰਦ ਰਾਏ ਸਤਿਗੁਰੂ ਨੇ ਹੱਥ ਜੋੜ ਕੇ ਪਿਤਾ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਕਹਿੰਦੇ ਨੇ ਸੁੱਕਾ ਪਿਆ ਮੁੱਦਤਾਂ ਦਾ ਬਾਗ ਵੀ ਖਰਾ ਹੋ ਗਿਆ। ਪਿਤਾ ਤੇ ਪੁੱਤਰ ਦੀ ਪਹਿਲੀ ਮਿਲਣੀ ਸੀ 5 ਸਾਲ ਦੀ ਉਮਰ ਵਿੱਚ। ਹਜ਼ੂਰ ਕੋਈ ਸਮਾਂ ਪਟਨਾ ਸਾਹਿਬ ਦੀ ਧਰਤੀ ਤੇ ਟਿਕੇ, ਆਪ ਆਨੰਦਪੁਰ ਨੂੰ ਆ ਗਏ। ਮੈਂ ਅੱਜ ਦੇ ਪੁਰਬ ਵਾਲੇ ਦਿਨ ਬੇਨਤੀ ਕਰਨੀ ਚਾਹਨਾ। ਸਮਾਂ ਲੰਘਿਆ, ਪਟਨਾ ਸਾਹਿਬ ਦੀ ਧਰਤੀ ਤੋਂ ਅੱਜ ਬਾਲਾ ਪ੍ਰੀਤਮ ਚੱਲੇ ਨੇ। ਕਦੀ ਤੱਕੋ ਨਾ ਜਗਿਆਸੂਆਂ ਦਾ ਹਾਲ। ਪੰਡਤ ਸ਼ਿਵਦੱਤ ਕੁਛ ਨਹੀਂ ਬੋਲਦਾ, ਸਿਰਫ ਖਾਮੋਸ਼ ਬੈਠਾ ਹੈ, ਕਿਉਂਕਿ ਕੰਨਾਂ ਵਿੱਚ ਰੋਜ਼ ਆਵਾਜ਼ ਪੈਂਦੀ ਸੀ, ਬਾਬਾ ਜੀ ਝਾਤ। ਅੱਜ ਉਹ ਆਵਾਜ਼ ਆਨੰਦਪੁਰ ਦੀ ਧਰਤੀ, ਪੰਜਾਬ ਦੀ ਧਰਤੀ ਨੂੰ ਜਾਂਦੀ ਪਈ ਹੈ। ਰਾਣੀ ਫਤਿਹ ਚੰਦ ਮੈਣੀ ਦੀ ਉਹ ਬੇਬਲ ਹੈ ਕਿ ਕੌਣ ਆ ਕੇ ਰੋਜ਼ ਮਾਂ ਕਹਿ ਕੇ ਪੁਕਾਰੇਗਾ। ਕਰੀਮ ਬਖਸ਼ ਤੇ ਰਹੀਮ ਬਖਸ਼ ਨਵਾਬ ਦੋਨੋਂ ਭਾਵਨਾ ਨਾਲ ਭਿੱਜੇ ਨੇ। ਜਦੋਂ ਤੁਰਨ ਲੱਗੇ ਤੇ ਪੁੱਛਿਆ ਸੰਗਤ ਨੇ
ਕਿਸੇ ਨੂੰ ਕਹਿੰਦੇ ਆ ਕਿ ਸਵੇਰੇ ਜਪਜੀ ਇਕਾਗਰਤਾ ਨਾਲ ਪੜਿਓ, ਮੈਂ ਤੁਹਾਡੇ ਕੋਲ ਹੋਵਾਂਗਾ। ਕਿਸੇ ਨੂੰ ਕਹਿੰਦੇ ਆ ਆਸਾ ਕੀ ਵਾਰ ਦਾ ਕੀਰਤਨ ਸੁਣਿਓ, ਮੈਂ ਤੁਹਾਡੇ ਕੋਲ ਹੋਵਾਂਗਾ। ਕਰੀਮ ਬਖਸ਼ ਰਹੀਮ ਬਖਸ਼ ਨੂੰ ਕਿਹਾ ਅੰਮ੍ਰਿਤ ਵੇਲੇ ਇਸ ਅਸਥਾਨ ਦੀ ਹਾਜ਼ਰੀ ਭਰਿਓ, ਮੈਂ ਤੁਹਾਡੇ ਕੋਲ ਸੰਗਤ ਵਿੱਚ ਹੋਵਾਂਗਾ। ਪੰਡਿਤ ਸ਼ਿਵਦੱਤ ਕੁਛ ਨਹੀਂ ਬੋਲਿਆ, ਬੈਰਾਗ ਸੀ। ਸੱਚ ਜਾਣਿਓ ਬੈਰਾਗ ਅਥਰੂਆਂ ਨੂੰ ਜਨਮ ਦਿੰਦਾ ਹੈ ਤੇ ਅਥਰੂ ਬੋਲੀ ਬਣ ਕੇ ਫਿਰ ਵਿਆਖਿਆ ਕਰਦੇ ਨੇ ਇਸ ਦਾ ਅੰਦਰ ਕੀ ਹੋ ਜਾ ਹੈ। ਪੰਡਿਤ ਸ਼ਿਵਦੱਤ ਪਿੱਛੇ ਖਲੋਤੇ, ਉਸ ਬਜ਼ੁਰਗ ਦੀਆਂ ਅੱਖਾਂ ਸਿਮਦੀਆਂ ਨੇ। ਕੋਲ ਜਾ ਕੇ ਕਿਹਾ ਬਾਬਾ ਜੀ ਨੇਤਰ ਖੁੱਲੇ, ਮੇਰਾ ਬਾਲਾ ਪ੍ਰੀਤਮ। ਕਹਿਣ ਲੱਗੇ ਤੁਸੀਂ ਭਾਵਨਾ ਨਾਲ ਰੋਜ਼ ਬੈਠਿਆ ਕਰੋ ਤੇ ਮੈਂ ਤੁਹਾਡੇ ਕੋਲ ਆਵਾਜ਼ ਦਿਆ ਕਰਾਂਗਾ। ਅਸੀਸ ਦੇ ਦਿੱਤੀ, ਰਾਣੀ ਅੱਗੇ ਵਧੀ। ਉਹਦਾ ਅੰਦਰ ਸਭ ਤੋਂ ਵੱਧ ਬੇਬਲ ਸੀ, ਜਿਹਨੂੰ ਮਾਂ ਕਿਹਾ। ਕੋਲ ਜਾ ਕੇ ਕਹਿਣ ਲੱਗੇ ਮਾਂ ਮੈਂ ਤੇਰੇ ਤੋਂ ਬਿਲਕੁਲ ਦੂਰ ਨਹੀਂ ਜਾਣਾ। ਜੇ ਮਾਂ ਕਹੇ ਮੈਂ ਤੇਰਾ ਪੁੱਤਰ ਹਾਂ। ਬਾਲਾ ਪ੍ਰੀਤਮ ਰੋਜ਼ ਗੋਦ ਵਿੱਚ ਬੈਠਣਾ, ਹੁਣ ਦੀਦਾਰ ਕਿਵੇਂ? ਕਹਿਣ ਲੱਗੇ ਰੋਜ਼ ਪੰਗਤ ਬਿਠਾ ਕੇ ਛੋਲੇ ਪੂਰੀਆਂ ਦਾ ਪ੍ਰਸ਼ਾਦ ਛਕਾਈ, ਮੈਂ ਖੁਦ ਛਕਾਂਗਾ। ਤੁਰਨ ਲੱਗਿਆਂ ਆਪਣੇ ਹੱਥਾਂ ਨਾਲ ਇੱਕ ਬੂਟਾ ਘਰ ਵਿੱਚ ਲਾ ਦਿੱਤਾ। ਅੱਜ ਵੀ ਤੁਸੀਂ ਦੇਖਿਓ ਉਹ ਕਰੋਂਦ ਦਾ ਬੂਟਾ ਹੈ। ਆਪਣੇ ਹੱਥੀ ਬੂਟਾ ਲਾ ਕੇ ਕਹਿਣ ਲੱਗੇ ਲੈ ਮਾਂ ਤੂੰ ਲਚਾਂਦੀ ਸੰਤਾਨ ਮਿਲੇ, ਮੇਰੇ ਘਰ ਬੂਟਾ ਲੱਗੇ, ਤੇਰਾ ਪੁੱਤਰ ਇਹੋ ਜਿਹਾ ਬੂਟਾ ਲਾ ਜਾਏਗਾ ਕਰੋਂਦ ਦਾ, ਨਾ ਪੱਤ ਝਾੜ ਵਿੱਚ ਇਹਨੇ ਝੜਨਾ ਹੈ, ਨਾ ਇਹਨੇ ਜੇਠ ਦੀ ਲੂ ਵਿੱਚ ਸਿੱਕਣਾ ਹੈ, ਨਾ ਗਰਮੀ ਸੁਕਾਏਗੀ ਨਾ ਸਰਦੀ ਸੁਕਾਏਗੀ। ਹਕੀਕਤ ਵਿੱਚ ਉਹ ਕਰੋਂਦ ਦਾ ਪੇਡਾ ਕਦੀ ਵੀ ਸੁੱਕਦਾ ਨਹੀਂ, 12 ਮਹੀਨੇ ਹਰਾ ਰਹਿੰਦਾ। ਤੁਰ ਲੱਗਿਆ ਆਪਣੇ ਹੱਥਾਂ ਨਾਲ ਉਹ ਬੂਟਾ ਲਾਇਆ। ਹਜ਼ੂਰ ਕਿਰਪਾਲੂ ਜੀ ਨੂੰ ਸੰਗਤ ਤੋਰਨ ਆਈਏ। ਉਸ ਵੇਲੇ ਕਹਿੰਦੇ ਨੇ ਹਰ ਇੱਕ ਦਾ ਅੰਦਰ ਭਰਿਆ, ਚਿੱਤ ਨਹੀਂ ਕਰਦਾ। ਤੇ ਕਹਿੰਦੇ ਨੇ ਉਸ ਵੇਲੇ ਇੱਕ ਫਕੀਰ ਆਇਆ, ਪੁੱਛਦਾ ਉਹ ਪਟਨੇ ਨੂੰ ਕੀ ਹੋ ਗਿਆ? ਹਰ ਚਿਹਰਾ ਮਾਯੂਸ ਹੈ। ਮੁਸਲਮਾਨ ਨੂੰ ਦੇਖਦਾ ਉਹ ਰੋ ਰਿਹਾ ਹੈ, ਹਿੰਦੂ ਨੂੰ ਦੇਖਦਾ ਉਹਦਾ ਅੰਦਰ ਭਰਿਆ। ਤੇ ਅੱਗੋਂ ਫਕੀਰ ਨੂੰ ਉੱਤਰ ਮਿਲਿਆ ਪਟਨੇ ਦੀ ਜਿੰਦ ਤੁਰ ਚੱਲੀ ਹੈ। ਪਟਨੇ ਦੀ ਜਿੰਦ ਗੋਬਿੰਦ ਰਾਏ ਚੱਲੇ ਨੇ। ਸ਼ਾਹ ਆਇਆ, ਕਹਿਣ ਲੱਗਾ ਪਾਤਸ਼ਾਹ ਕਿ ਰਸਤੇ ਵਿੱਚ ਹਰ ਸ਼ਹਿਰ ਵਿੱਚ ਮੇਰੀ ਹਵੇਲੀ ਏ, ਜਿੱਥੇ ਮਰਜੀ ਪੜਾਅ ਕਰਿਓ। ਪਟਨਾ ਸਾਹਿਬ ਤੋਂ ਤੁਰੇ, ਪਹਿਲਾ ਪੜਾਅ ਦਾਨਾਪੁਰ ਕੀਤਾ। ਬੁੱਢੜੀ ਮਾਈ ਬੈਠੀ ਸੀ, ਕੱਚੀ ਮਿੱਟੀ ਦੀ ਖਾਂਡੀ ਵਿੱਚ ਖਿਚੜੀ ਬਣਾ ਕੇ, ਅੱਖਾਂ ਤੋਂ ਦਿਸਦਾ ਨਹੀਂ ਸੀ। ਬਾਲਾ ਪ੍ਰੀਤਮ ਤੂੰ ਚੱਲਣਾ, ਪਤਾ ਨਹੀਂ ਇਹਨਾਂ ਦੀਦਿਆਂ ਨੇ ਪਰਤ ਕੇ ਤੈਨੂੰ ਦੇਖਣਾ ਕਿ ਨਹੀਂ, ਇਸ ਬੁੱਢੜੀ ਨੂੰ ਦੀਦਾਰ ਜ਼ਰੂਰ ਦੇ ਜਾਈਂ। ਸਿੱਧੇ ਚਲੇ ਗਏ ਗੰਗਾ ਦੇ ਕਿਨਾਰੇ। ਉਹ ਬੀਬੀ ਦਾ ਨਾਮ ਸੀ ਜਮਨੀ ਦੇਵੀ। ਉਹਦੇ ਘਰ ਗਏ, ਉਹਨੂੰ ਨਿਵਾਜਿਆ। ਸੋਚਿਆ ਇੰਨੀ ਸੰਗਤ ਤੇ ਖਾਂਡੀ ਦੀ ਖਿਚੜੀ ਕਿਵੇਂ ਪੂਰੀ ਆਏ? ਕਹਿਣ ਲੱਗੇ ਮਾਂ ਲਿਆ ਖਾਂਡੀ ਮੈਨੂੰ ਦੇ, ਮੈਂ ਵਰਤਾਨਾ। ਉਹ ਜਿੱਥੇ ਗੁਰੂ ਵਰਤਾਨ ਲੱਗ ਪਏ ਉੱਥੇ ਕਦੀ ਘਾਟੇ ਪੈਂਦੀ ਨਹੀਂ। ਹਜ਼ੂਰ ਚਲੇ ਗਏ, ਸਮਾਂ ਆਪਣੀ ਕਰਵਟ ਲੈ ਗਿਆ। ਗੁਰੂ ਤੇਗ ਬਹਾਦਰ ਸ਼ਹੀਦ ਹੋ ਗਏ। ਬਾਲਾ ਪ੍ਰੀਤਮ ਕਲਗੀਆਂ ਵਾਲੇ ਬਣ ਗਏ। ਗੁਲੇਲਾਂ ਚਲਾਉਣ ਵਾਲਾ, ਤੀਰ ਚਲਾਉਣ ਵਾਲਾ ਬਣ ਗਿਆ। ਗਲੀਆਂ ਵਿੱਚ ਦੌੜਨ ਵਾਲਾ ਨੀਲੇ ਦਾ ਸ਼ਾਹ ਅਸਵਾਰ ਬਣ ਗਿਆ। ਸੱਚ ਦੀ ਆਵਾਜ਼ ਬੁਲੰਦ ਕਰਨ ਲੱਗਾ। ਅੱਜ ਮੁੱਦਤਾਂ ਤੋਂ ਬਾਅਦ ਪਿਆਰੇ ਦਾ ਪੁਰਬ ਆਉਣਾ, ਜਿਹੜਾ ਅੱਜ ਗੁਰਪੁਰਬ ਜਿਵੇਂ ਆਇਆ, ਪੋਹ ਸੁਦੀ ਸਪਤਮੀ ਆਉਣੀ ਹੈ। ਫਤਿਹ ਚੰਦ ਮੈਣੀ ਦੀ ਰਾਣੀ ਨੇ ਕਿਹਾ ਕਿ ਰਾਜਨ ਮੇਰਾ ਦਿਲ ਖਿੱਚ ਪਿਆ ਪਾਉਂਦਾ ਹੈ ਕਿ ਮੈਂ ਘੱਟੋ ਘੱਟ ਆਪਣੇ ਪੁੱਤਰ ਨੂੰ ਇੱਕ ਵਾਰੀ ਹੋਰ ਦੇਖ ਆਵਾਂ। ਬਾਲਾ ਪ੍ਰੀਤਮ ਮੈਨੂੰ ਮਾਂ ਕਹਿ ਕੇ ਗਿਆ ਹੈ, ਲੋਕ ਕਹਿੰਦੇ ਨੇ ਕਲਗੀ ਵਾਲਾ ਬਣ ਗਿਆ ਹੈ, ਮੈਨੂੰ ਘੱਟੋ ਘੱਟ ਇੱਕ ਵਾਰੀ ਉਹਦੀ ਝੁੱਲਦੀ ਕਲਗੀ ਉਸ ਪੁੱਤਰ ਦੇ ਦੀਦਾਰ ਕਰ ਆਉਣ ਦੇ। ਸਾਰਾ ਪਰਿਵਾਰ ਤਿਆਰ ਹੋਇਆ। ਪੰਡਿਤ ਸ਼ਿਵਦੱਤ ਤਕਰੀਬਨ 100 ਦੇ ਨੇੜੇ ਢੁੱਕ ਚੁੱਕਾ ਸੀ। ਹੁਣ ਦੇਖਿਓ ਉਹਦਾ ਹੱਡੀਆਂ ਦਾ ਪਿੰਜਰ ਰਹਿ ਗਿਆ, ਮਾਸ ਉਹਦਾ ਹੱਡੀਆਂ ਛੱਡ ਗਈਆਂ ਨੇ, ਪਰ ਰੋਜ਼ ਕਿਸੇ ਦਾ ਸਹਾਰਾ ਲੈ ਕੇ ਨੇਮ ਨਹੀਂ ਟੁੱਟਣ ਦਿੱਤਾ। ਗੰਗਾ ਦੇ ਕਿਨਾਰੇ ਬਹਿਣਾ, ਕਿਉਂਕਿ ਬਚਨ ਕਮਾਣਾ ਹੀ ਸਿੱਖੀ ਹੈ। ਉਹ ਬਜ਼ੁਰਗ ਬਚਨ ਕਮਾਈ ਜਾਂਦਾ, ਮੇਰੀ ਨਿਭ ਜਾਏ। ਪੰਡਿਤ ਸ਼ਿਵਦੱਤ ਨੂੰ ਦੱਸਿਆ ਨਹੀਂ, ਬਜ਼ੁਰਗ ਇਹ ਪਤਾ ਨਹੀਂ ਰਸਤੇ ਵਿੱਚ ਤਕਲੀਫ ਨਾ ਹੋ ਜਾਏ। ਤੇ ਕਿਸੇ ਨੇ ਦੱਸਿਆ ਪੰਡਿਤ ਨੂੰ, ਪੰਡਿਤ ਜੀ ਕਿ ਫਤਿਹ ਚੰਦ ਮੈਣੀ ਤੇ ਪਰਿਵਾਰ ਗਿਆ ਆਨੰਦਪੁਰ ਸਾਹਿਬ ਤੁਹਾਡੇ ਬਾਲਾ ਪ੍ਰੀਤਮ ਦੇ ਦਰਸ਼ਨਾਂ ਨੂੰ। ਪੰਡਿਤ ਸ਼ਿਵਦੱਤ ਨੇ ਵਸੀਲਾ ਬਣਾਇਆ। ਪਹਿਲਾ ਪੜਾਅ ਵੀ ਦਾਨਾਪੁਰੀ ਕੀਤਾ ਸੀ ਫਤਿਹ ਚੰਦ ਨੇ, ਜਿੱਥੇ ਗੁਰੂ ਗੋਬਿੰਦ ਰਾਏ ਨੇ ਪੜਾਅ ਕੀਤਾ। ਪੰਡਿਤ ਸ਼ਿਵਦੱਤ ਸ਼ਾਮ ਨੂੰ ਪਹੁੰਚ ਗਿਆ। ਕਹਿਣ ਲੱਗਾ ਮੇਰੇ ਦਿਲ ਦੇ ਮਹਿਰਮਾ ਫਤਿਹ ਚੰਦਾ, ਤੈਨੂੰ ਪਤਾ ਹੈ
ਮੇਰੇ ਤਨ ਦੀ ਚਮੜੀ ਨੂੰ ਤੇ ਝੁਰੜੀਆਂ ਨਾ ਦੇਖ। ਮੇਰੇ ਤਨ ਦੀ ਚਮੜੀ ਜਵਾਬ ਦੇਗੀ, ਅੰਗ ਜਵਾਬ ਦੇਗਾ, ਪਰ ਅੰਦਰ ਦੀ ਪ੍ਰੀਤ ਨੇ ਜਵਾਬ ਨਹੀਂ ਦਿੱਤੀ। ਅੰਦਰ ਦਾ ਪਿਆਰ ਉਸੇ ਤਰ੍ਹਾਂ ਹੈ। ਮੈਨੂੰ ਬਾਲਾ ਪ੍ਰੀਤਮ ਦੇ ਦਰ ਤੇ ਲੈ ਜਾ। ਇਹ ਕਾਫਲਾ ਤੁਰਿਆ, ਉਧਰ ਗੁਰਪੁਰਬ ਵਾਲਾ ਦਿਨ ਪਿਆ ਹੁੰਦਾ ਹੈ। ਮੈਂ ਕਹਿੰਦਾ ਦਾਤਾ ਕਿਤੇ ਇਹੋ ਜਿਹਾ ਪੁਰਬ ਸਾਡੇ ਲਈ ਲਿਆਈ, ਭਾਵਨਾ ਬਣ ਜਾਏ। ਉਧਰ ਪੁਰਬ ਦਾ ਦਿਨ ਆਉਂਦਾ, ਇੱਧਰ ਕਾਫਲਾ ਤੁਰੀ ਗਿਆ। ਪੰਡਤ ਜੀ ਨੂੰ ਪਾਲਕੀ ਵਿੱਚ ਬਿਠਾ ਲਿਆ, ਤੁਰ ਪਏ ਨੇ। ਹਜ਼ੂਰ ਕਿਰਪਾਲੂ ਜੀ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਘੋੜੇ ਤੇ ਸਵਾਰ ਹੋਏ ਕੀਰਤਪੁਰ ਸਾਹਿਬ ਲੰਘੇ ਨੇ, ਸਰਸਾ ਨੂੰ ਪਾਰ ਕੀਤਾ, ਰੋਪੜ ਦੇ ਨੇੜੇ ਆ ਗਏ ਤੇ ਖਲੋ ਕੇ ਰਸਤੇ ਤੇ ਦੇਖਦੇ ਨੇ ਅੱਜ ਮੇਰੀ ਮਾਂ ਤੁਰੀ ਆਉਂਦੀ ਏ। ਮਾਂ ਨੂੰ ਅੱਗੇ ਜੀ ਆਇਆ ਕਹੀਦਾ ਹੁੰਦਾ ਹੈ। ਅੱਜ ਮੇਰਾ ਪਿਆਰਾ ਬਾਬਾ ਪੰਡਤ ਸ਼ਿਵਦੱਤ ਹੁੰਦਾ ਪਿਆ। ਬਾਲ ਉਮਰ ਦੇ ਮੈਨੂੰ ਪਿਆਰ ਕਰਨ ਵਾਲੇ ਨੇ, ਮੈਂ ਉਹਨਾਂ ਨੂੰ ਜੀ ਆਇਆ ਕਹਿਣ ਆਇਆ। ਸਾਹਮਣੇ ਕਾਫਲਾ ਤੁਰਿਆ ਆਉਂਦਾ ਤੇ ਅੱਗੇ ਅੱਗੇ ਪਾਲਕੀ ਏ। ਪਾਲਕੀ ਵਿੱਚ ਪੰਡਤ ਸ਼ਿਵਦੱਤ ਨੇ। ਕਿਰਪਾਲੂ ਦਾਤਾ ਜੀ ਨੇ ਘੋੜਾ ਬਿਲਕੁਲ ਪਾਲਕੀ ਦੇ ਨਾਲ ਲਾਇਆ ਤੇ ਪਰਦੇ ਵਿੱਚੋਂ ਆਵਾਜ਼ ਦਿੱਤੀ, ਬਾਬਾ ਜੀ ਝਾਤ। ਪੰਡਤ ਜੀ ਝਾਤ। ਅੰਜ ਲੱਗਾ ਕਿ ਜਿਵੇਂ ਗੰਗਾ ਦਾ ਕਿਨਾਰਾ ਹੈ ਤੇ ਬਾਲਾ ਪ੍ਰੀਤਮ ਇੱਕੋ ਦਮ ਮੇਰੀ ਕਮਰ ਤੇ ਚੜਿਆ ਤੇ ਹੱਥਾਂ ਨਾਲ ਕੰਬਦੇ ਹੱਥਾਂ ਨਾਲ ਕੱਪੜਾ ਚੁੱਕਿਆ। ਪੰਡਤ ਸ਼ਿਵਦੱਤ ਨੇ ਬਾਲਾ ਪ੍ਰੀਤਮ ਦੀ ਥਾਂ ਤੇ ਕਲਗੀਆਂ ਵਾਲੇ ਬਣ ਗਏ। ਚਿਹਰਾ ਜਿਹੜਾ ਹੈ ਭਰ ਜੋਬਨ ਵਿੱਚ ਆਇਆ ਹੋਇਆ ਹੈ। ਪਾਲਕੀ ਰੱਖ ਦਿੱਤੀ। ਪੰਡਤ ਸ਼ਿਵਦੱਤ ਜੀ ਬਾਹਰ ਨਿਕਲੇ। ਉਹ ਗੁਰੂ ਕੇ ਸਿੱਖਾ ਦੇਖ ਗੁਰੂ ਗੋਬਿੰਦ ਸਿੰਘ ਦੇ ਅੰਦਰ ਦੇ ਨੇਹ ਨੂੰ। ਉਸ ਦੀਆਂ ਹੱਡੀਆਂ ਦੀ ਮੁੱਠ ਹੈ, ਚਮੜੀ ਹੱਡੀਆਂ ਛੱਡ ਚੁੱਕੀ ਏ, ਅੱਖਾਂ ਤੋਂ ਦਿਸਦਾ ਨਹੀਂ। ਨੇੜੇ ਹੋ ਕੇ ਜਦੋਂ ਮੱਥਾ ਟੇਕਣ ਲੱਗਾ, ਸਾਹਿਬ ਨੇ ਬੋਚ ਲਿਆ, ਕੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ, ਕਿਉਂਕਿ ਪੰਡਤ ਸ਼ਿਵਦੱਤ ਦਾ ਸੀਨਾ ਕਲਗੀ ਵਾਲੇ ਦੇ ਸੀਨੇ ਵਿੱਚ ਮਿਲਿਆ ਹੋਇਆ ਹੈ। ਅੰਦਰੋਂ ਪ੍ਰੀਤ ਵਿੱਚ ਪਰੋਤੇ ਨੇ। ਜਦੋਂ ਵੇਖ ਕੇ ਪੰਡਤ ਜੀ ਨੇ ਕਿਹਾ ਅੱਖਾਂ ਭਰ ਕੇ, ਮੇਰਾ ਕਲਗੀਆਂ ਵਾਲਾ? ਕਹਿਣ ਲੱਗੇ ਨਹੀਂ, ਬਾਲਾ ਪ੍ਰੀਤਮ ਕਹੋ, ਬਾਲਾ ਪ੍ਰੀਤਮ, ਕਿਉਂਕਿ ਤੁਹਾਡੇ ਸ਼ਬਦ ਸੁਣਿਆ ਕਈ ਸਾਲ ਹੋ ਗਏ। ਮੈਂ ਤੁਹਾਡਾ ਬਾਲਾ ਪ੍ਰੀਤਮ ਹੀ ਹਾਂ, ਸੰਗਤ ਲਈ ਹੋਰਲਾਂ ਲਈ ਕਲਗੀਆਂ ਵਾਲਾ, ਪਰ ਤੁਹਾਡਾ ਬਾਲਾ ਪ੍ਰੀਤਮ ਹਾਂ। ਕਹਿੰਦੇ ਨੇ ਪੰਡਤ ਜੀ ਨੇ ਕਿਹਾ ਬਾਲਾ ਪ੍ਰੀਤਮ, ਇੰਨੀ ਦੇਰ ਨੂੰ ਮਾਂ ਫਤਿਹ ਚੰਦ ਮੈਣੀ ਦੀ ਰਾਣੀ ਆ ਗਈ ਏ। ਹਜ਼ੂਰ ਆਪ ਉੱਠ ਕੇ ਅੱਗੇ ਗਏ। ਰਾਣੀ ਬੇਬਲ ਹੋ ਕੇ ਮੱਥਾ ਟੇਕਣ ਲੱਗੀ। ਮੱਥਾ ਬੋਚ ਕੇ ਕਹਿੰਦੇ ਨੇ ਨਹੀਂ ਮਾਂ, ਉਸ ਦਿਨ ਵੀ ਕਿਹਾ ਸੀ ਮਾਵਾਂ ਅਸੀਸ ਦਿੰਦੀਆਂ ਨੇ, ਮਾਵਾਂ ਚੁੱਕਦੀਆਂ ਨਹੀਂ। ਮਰਿਆਦਾ ਪੁਰਸ਼ੋਤਮ ਨੇ ਜਦੋਂ ਕਿਹਾ ਤੇ ਕਹਿੰਦੇ ਨੇ ਅੰਦਰ ਮਾਂ ਦਾ ਖਿੜ ਗਿਆ। ਕਲਗੀ ਵਾਲੇ ਨੂੰ ਘੁੱਟ ਕੇ ਸੀਨੇ ਨਾਲ ਲਾਇਆ, ਮਸਤਕ ਨੂੰ ਚੁੰਮਿਆ। ਆਨੰਦਪੁਰ ਆਏ, ਸੰਗਤ ਇਕੱਠੀ ਹੋਈ। ਸੰਗਤ ਵੇਖਣ ਵਾਸਤੇ ਆਈ ਕਿਹੜੀ ਰਾਣੀ ਹੈ ਜਿਹਨੂੰ ਮਾਂ ਦੀ ਪਦਵੀ ਮਿਲੀ ਏ, ਕਿਹੜਾ ਪੰਡਤ ਹੈ ਜਿਹਦੀ ਗੋਦ ਵਿੱਚ ਬੈਠ ਕੇ ਗੁਰੂ ਕਲਗੀਧਰ ਜੀ ਨੇ ਬਾਲਪਨ ਦੇ ਦਿਨ ਬਤੀਤ ਕੀਤੇ। ਸਾਰੀ ਸੰਗਤ ਨੇ ਇਸ ਪਰਿਵਾਰ ਦਾ ਸਤਿਕਾਰ ਕੀਤਾ। ਪੰਡਤ ਸ਼ਿਵਦੱਤ ਰੋਜ਼ ਜਿੱਥੇ ਗੁਰੂ ਗੋਬਿੰਦ ਸਿੰਘ ਬਹਿੰਦੇ ਆ ਉਹਨਾਂ ਨੂੰ ਉੱਥੇ ਲਿਆਇਆ ਜਾਂਦਾ ਹੈ। ਸਰੀਰ ਵਡੇਰਾ ਹੈ। ਅੱਜ ਗੁਰੂ ਕਲਗੀਧਰ ਜੀ ਦਾ ਪੁਰਬ ਆ ਗਿਆ ਹੈ। ਪੰਡਤ ਸ਼ਿਵਦੱਤ ਜੀ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਦੇ ਨੇੜੇ ਬੈਠੇ ਆ। ਪਿਆਰੇ ਦੀ ਵਰੇ ਗੰਢ ਹੈ। ਰਾਜਾ ਫਤਿਹ ਚੰਦ ਨੇ ਹੱਥ ਜੋੜੇ ਨੇ ਕਿ ਸੱਚੇ ਪਾਤਸ਼ਾਹ ਘਰ ਨੂੰ ਜਾਣਾ ਹੈ। ਹਜ਼ੂਰ ਨੇ ਆਵਾਜ਼ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆਇਆ ਜਾਏ। ਸਹੀ ਪਾ ਦਿੱਤੀ ਮਾਂ। ਅੱਗੇ ਛੋਲੇ ਪੂਰੀਆਂ ਵਿੱਚੋਂ ਚਲਕਾਰੇ ਸਨ। ਇਸ ਸ਼ਬਦ ਨਾਲ ਜੁੜਿਓ, ਤਨ ਤਿਆਗਣ ਤੋਂ ਬਾਅਦ ਇਹ ਸ਼ਬਦ ਦਾ ਚਲਕਾਰਾ ਜਿੰਦ ਦੇ ਨਾਲ ਜਾਏਗਾ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੱਤਾ ਮਾਂ ਨੂੰ ਤੇ ਨਾਲ ਪੰਡਤ ਸ਼ਿਵਦੱਤ ਕੋਲ ਨੇ। ਰਾਜੇ ਨੇ ਕਿਹਾ ਪੰਡਤ ਜੀ ਉੱਚੀ ਆਵਾਜ਼ ਵਿੱਚ, ਅਸੀਂ ਚੱਲੇ ਜੇ ਕੱਲ ਨੂੰ, ਤੁਸੀਂ ਮੰਗ ਲਓ ਬਾਲਾ ਪ੍ਰੀਤਮ ਕੋਲੋਂ ਕੁਛ। ਕਹਿਣ ਲੱਗੇ ਚੱਲੇ ਹੋ? ਕਹਿੰਦੇ ਨੇ ਖਾਂ। ਕਹਿਣ ਲੱਗੇ ਮੈਂ ਜਾਣ ਲਈ ਨਹੀਂ ਆਇਆ, ਮੈਂ ਵਾਪਸ ਜਾਣ ਲਈ ਨਹੀਂ ਆਇਆ। ਕਹਿਣ ਲੱਗੇ ਪੰਡਤ ਜੀ ਨਹੀਂ, ਅਸੀਂ ਤੁਹਾਨੂੰ ਉਸੇ ਤਰ੍ਹਾਂ ਲੈ ਕੇ ਜਾਵਾਂਗੇ। ਕਹਿਣ ਲੱਗੇ ਨਹੀਂ, ਹੁਣ ਮੈਂ ਜਾਣ ਲਈ ਨਹੀਂ ਆਇਆ, ਮੈਂ ਇੱਥੇ ਸਮਾਨ ਲਈ ਆਇਆ ਹਾਂ, ਮੈਂ ਘਰ ਨੂੰ ਵਾਪਸ ਨਹੀਂ ਜਾਣਾ। ਗੁਰਪੁਰਬ ਵਾਲਾ ਦਿਨ ਸੀ, ਸੰਗਤ ਭਰੀ ਸੀ। ਅੱਜ ਬਾਲਾ ਪ੍ਰੀਤਮ ਦੇ ਚਰਨ ਧੱਕੇ ਨਾਲ ਘੁੱਟ ਕੇ ਪਕੜੇ ਤੇ ਮੱਥਾ ਪੰਡਤ ਜੀ ਨੇ ਟੇਕਿਆ ਤੇ ਗੁਰਪੁਰਬ ਵਾਲੇ ਦਿਨ ਗੁਰੂ ਦੇ ਚਰਨਾਂ ਵਿੱਚ ਉਹਦੇ ਪ੍ਰਾਣ ਨਿਕਲ ਗਏ। ਗੁਰਸਿੱਖੋ ਆਓ ਅੱਜ ਅਰਦਾਸ ਕਰੀਏ, ਮੇਰੇ ਸਤਿਗੁਰੂ ਸਾਡੇ ਅੰਦਰ ਦੇ ਰੁੱਖੇਪਨ ਤੋਂ ਸਾਨੂੰ ਹਟਾ ਕੇ ਕਿਤੇ ਬਾਲਾ ਪ੍ਰੀਤਮ
ਪੰਡਤ ਛਿਤ ਸ਼ਿਵਦੱਤ ਵਰਗੀ ਭਾਵਨਾ ਤਾਂ ਸਾਡੀ ਨਹੀਂ, ਪਰ ਤੂੰ ਨਦਰ ਕਰ ਦੇਈਂ। ਰਾਣੀ ਵਰਗਾ ਅੰਦਰ ਤਾਂ ਸਾਡਾ ਨਹੀਂ ਹੈ, ਅਸੀਂ ਮਲੀਨ, ਪਰ ਕਿਰਪਾ ਕਰ ਇਸ ਨੂੰ ਧੋ ਦੇਈਂ। ਆਪ ਸਮੂਹ ਸੰਗਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਸੱਚਾ ਪਾਤਸ਼ਾਹ ਮਿਹਰ ਕਰੇ, ਸਾਨੂੰ ਗੁਰਮਤ ਦੀ ਰੋਸ਼ਨੀ ਦੀ ਦਾਤ ਬਖਸ਼ੇ, ਨਾਮ ਦੀ ਦਾਤ ਬਖਸ਼ੇ। ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ਣਾ। ਆਪ ਸਭ ਦਾ ਧੰਨਵਾਦ। ਤੁਸੀਂ ਤਕਰੀਬਨ 1.5 ਪੌਣੇ 2 ਘੰਟੇ ਟਿਕ ਕੇ ਗੁਰੂ ਦੇ ਬਚਨ ਸੁਣੇ ਨੇ। ਸੱਚ ਜਾਣਿਓ, ਮੈਂ ਦਾਵਾ ਨਹੀਂ ਕਰਨਾ ਗੁਰੂ ਕੀ ਹਜ਼ੂਰੀ ਵਿੱਚ, ਜਦੋਂ ਤੁਸੀਂ ਸ਼ਬਦ ਪੜ੍ਹ ਰਹੇ ਸੀ ਇੰਜ ਪ੍ਰਤੀਤ ਹੋਇਆ ਬਾਲਾ ਪ੍ਰੀਤਮ ਆਪ ਆਏ ਨੇ। ਸਤਿਗੁਰੂ ਮਿਹਰ ਕਰੇ, ਸਾਨੂੰ ਸਮਤ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।